ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ ਤੇ ਪ੍ਰੋਗਰਾਮ ਹੈ ਪ੍ਰਾਈਮ ਫੋਕਸ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ ਤੇ ਹਰ ਰੋਜ਼ ਇਸ ਵੇਲੇ ਆਪ ਜੀ ਨਾਲ ਬਹਿ ਕੇ ਖਬਰਾਂ ਤੇ ਗੱਲਬਾਤ ਕਰੀਦੀ ਆ। ਨਾਲ ਵੀਰ ਪਰਮਵੀਰ ਬਾਠੂਰੀ ਨੇ, ਇਹਨਾਂ ਦੀ ਵੀ ਸੁਣਨੀ ਪੈਂਦੀ ਹੈ। ਕੀ ਹਾਲ ਨੇ ਵਾਟ ਸਾਹਿਬ? ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਤੁਸੀਂ ਸੁਣਾਓ ਕੀ ਹਾਲ ਨੇ? ਹਾਲ ਬੜੇ ਵਧੀਆ ਨੇ ਵਾਟ ਸਾਹਿਬ, ਪੁੱਛੋ ਨਾ, ਮੈਂ ਨਾ ਕਮਾਲ ਹੋਈ ਪਈ। ਇਹ ਕੀ ਗੱਲ ਹੋ ਗਈ ਅੱਜ? ਤਾਂ ਐਂ ਲੱਗਦੀ ਤਾਂ ਰੁਪਈਆ ਲੱਭਿਆ ਹੁੰਦਾ ਤੁਰੇ ਆਉਂਦੇ ਕਮਾਲ। ਵੈਸੇ ਇੱਕ ਗੱਲ ਹੈਗੀ ਆ ਵੀ ਮੰਨ ਲਓ ਵੀ ਉਹ ਜਦੋਂ ਕਦੇ ਆਪਾਂ ਉਹ ਟੂਰ ਜੇ ਤੇ ਜਾ ਕੇ ਆਏ ਆ ਤੇ ਉੱਥੇ ਮੈਂ ਵੇਖਿਆ ਨਾ ਵੀ ਅਜੇ ਵੀ ਇੱਥੇ ਚਵਾਨੀਆਂ ਧੇਲੀਆਂ ਰੁਪਈਏ 2 ਰੁਪਈਏ ਦਾ ਮੁੱਲ ਹੈਗਾ ਵੀ ਜੋ 25 ਸੈਂਟ ਜੇ ਨਾ ਪਾਏ ਤੇ ਮਸ਼ੀਨ ਨਹੀਂ ਚੱਲਣੀ, ਜੇ ਉਹ 50 ਸੈਂਟ ਜੇ ਨਾ ਪਾਏ ਤੇ ਫੁਹਾਰਾ ਨਹੀਂ ਚੱਲਣਾ ਨਹਾਉਣ ਵਾਲਾ। ਉਦੋਂ ਦਾ ਮੈਂ ਹਿਸਾਬ ਲਾਇਆ ਵੀ ਯਾਰ ਆਪਣੇ ਵਾਲੇ ਪਾਸਿਓ ਧੇਲੀਆਂ ਪੌਲੀਆਂ ਦੋਪੜ ਕਦੋਂ ਦੇ ਮੁਕਾਈ ਬੈਠੇ ਆ ਆਪਾਂ, ਇੱਥੇ ਅਜੇ ਚੱਲਦੀ ਨਹੀਂ। ਹੁਣ ਪਹਿਲਾਂ ਆਪਾਂ ਸਾਂਭੀ ਦੇ ਵੀ ਨਹੀਂ ਸੀ ਬਹੁਤੇ, ਹੁਣ ਬੰਦਾ ਸਾਂਭ ਕਰਾ ਦੇ ਯਾਰ, ਕਿਤੇ ਜਾਣਾ ਪੈ ਜਾਂਦਾ, ਕਿਤੇ ਨਹਾਉਣਾ ਪੈ ਆ। ਨਹੀਂ ਇਹ ਵੈਸੇ ਗੱਲ ਵੀ ਸਹੀ ਆ। ਮੈਨੂੰ 2 ਲੱਭੇ ਨੇ, 2 ਲੱਭੇ ਗੱਡੀ ਚੋਂ ਲੱਭੇ ਨੇ ਤੇ ਮੈਂ ਸੋਚਿਆ ਵੀ ਤੇ ਕਮਾਲ ਹੋ ਗਈ ਇਹ ਵੀ ਦੇਖਣਾ ਵੀ ਦੋਵਾਂ ਨਾਲ ਕਰਨਾ ਕੀ। ਨਹੀਂ ਸੰਧਾਲੀਆ ਸਾਹਿਬ, ਇਹ ਵੀ ਤੇ ਦੇਖੋ, ਇਹ ਵੀ ਤੁਹਾਡੀਆਂ ਪ੍ਰਾਪਤੀਆਂ ਹੋ ਸਕਦੀਆਂ, ਸਾਡੀਆਂ ਨਹੀਂ, ਕਿਉਂਕਿ ਪੈਸੇ ਗੱਡੀ 'ਚ ਲੱਭਦੇ ਸਾਈਕਲ 'ਚੋਂ ਨਹੀਂ। ਨਹੀਂ ਉਹ ਮੈਨੂੰ ਖੁਦ ਨੂੰ ਨਹੀਂ ਪਤਾ ਵੀ ਉਹ ਕਿੰਨੇ ਰੱਖੇ ਉਹ ਤੇ ਕਿਤੇ ਮੈਨੂੰ ਲੱਗਦਾ ਵੀ ਇੱਧਰ ਉੱਧਰ ਖੁੱਸ ਕੇ ਕਿਤੇ ਸੀਟ ਸੂਟ ਥੱਲਿਓਂ ਕਿਤੇ ਲੱਭੇ ਨੇ ਜੀ। ਪਰ ਮੈਂ ਕਿਹਾ ਵੀ ਜੇ ਗੱਡੀ ਚੋਂ ਲੱਭੇ ਨੇ ਤੇ ਗੱਡੀ ਤੇ ਹੀ ਲਾ ਦੇਣੇ ਆ ਮਿੱਤਰਾ। ਰਕਮ ਬਣ ਗਈ, ਰਕਮ ਜਿਹੜੀ ਹੈ $2 ਖਰਚ ਕਰਕੇ ਗੱਡੀ ਧੋਤੀ ਜਾਵੇਗੀ। ਨਹੀਂ ਚਲੋ ਠੀਕ ਹੈ ਸੰਧਾਲੀਆ ਸਾਹਿਬ, ਇਹ ਵੀ ਤੁਸੀਂ ਦੇਖੋ, ਗੱਡੀ ਵੀ ਤੁਸੀਂ ਪੈਸੇ ਖਰਚ ਕੇ ਧੋਣੇ ਹੋ, ਜਾਣੀ ਵਿੱਚ ਬੈਠੇ ਰਹਿਣਾ। ਹੁਣ ਕੀ ਕਰੀਏ, ਇੱਥੇ ਆਪਣੇ ਵਾਂਗੂ ਨਾਲੀ ਲਾ ਕੇ ਸੜਕ ਤੇ ਧੋਣ ਨਹੀਂ ਦਿੰਦੇ। ਅੱਛਾ ਮਨਾ, ਮੈਨੂੰ ਤਾਂ ਲੱਗਦਾ ਨਹੀਂ ਮੈਂ ਕਦੀ ਕੋਈ ਦੇਖਿਆ ਨਹੀਂ ਤੇ ਨਾ ਆਪਾਂ ਬਾਲਟੀ ਦੇ ਵਿੱਚ ਪਾਣੀ ਪਾ ਕੇ ਕੋਈ ਕੱਪੜਾ ਹੀ ਫੇਰਦਾ ਵੇਖਿਆ ਹੈ ਨਾ, ਫੇਰਾਂ ਲਿਸ਼ਕਾ ਦਈਏ। ਸੰਧਾਲੀਆ ਸਾਹਿਬ, ਮੈਨੂੰ ਤੁਹਾਡੇ ਚੇਤਾ ਆ ਗਿਆ ਕਿ ਇੱਥੇ ਕਦੀ ਕੋਈ ਦੇਖਿਆ ਨਹੀਂ। ਇੱਕ ਬੜੀ ਅਜੀਬੋ-ਗਰੀਬ ਜੀ ਘਟਨਾ ਵਾਪਰੀ ਹੈ, ਜਾਣੀ ਕਿ ਹਰ ਬੰਦੇ ਦੇ ਵਿੱਚ ਇੱਕ ਮਾਦਾ ਜਿਹਾ ਤਾਂ ਹੁੰਦਾ ਨਾ, ਮਾੜਾ ਜਿਹਾ। ਕੰਵਰ ਗਰੇਵਾਲ ਹੋਰੀ ਜਿਹੜੇ ਸਿੰਗਰ ਸਾਹਿਬ ਨੇ, ਉਹਨਾਂ ਨੇ ਜਿਹੜੀ ਗੱਲ ਸੁਣਾਈ ਹੈ ਹੁਣ ਚਰਚਾ ਦੇ ਵਿੱਚ ਬੜੀ ਹੈ। ਉਹ ਕਹਿੰਦੇ ਮੈਂ ਅੰਮ੍ਰਿਤਸਰੋਂ ਆਉਂਦਾ ਸੀ, ਫਗਵਾੜਿਓਂ ਗੁਰਾਏ ਨੂੰ ਜਾਂਦਾ ਸੀ ਤੇ ਰਾਹ 'ਚ 5 ਕੁ ਨੌਜਵਾਨ ਸੀ, ਉਹਨਾਂ ਨੇ ਹੱਥ ਦਿੱਤਾ ਤੇ ਮੈਂ ਕਿਹਾ ਗੱਡੀ ਰੋਕੋ ਬਈ। ਕਹਿੰਦੇ ਗੱਡੀ ਰੋਕ ਲਈ, ਉਹ ਪੰਜੇ ਬਹਿ ਗਿਆ ਤੇ ਜਦੋਂ ਪੰਜੇ ਬਹਿ ਗਿਆ ਤਾਂ ਮਿੰਟ ਕੁ ਬਾਅਦ ਹੀ ਉਹ ਕਹਿੰਦੇ ਜੀ ਗੱਡੀ ਰੋਕ ਤੇ ਸਾਨੂੰ ਲਾ ਦਿਓ। ਉਹ ਕਹਿੰਦੇ ਮੈਂ ਕਿਹਾ ਹੁਣੇ ਹੀ ਤਾਂ ਬੈਠੇ ਹੋ ਤੁਸੀਂ, ਤਾਂ ਜਾਣੀ ਉਤਰਨਾ ਕਾਹਦੋਂ ਆ? ਗੱਲ ਕੀ ਹੋ ਗਈ ਜਾਣੀ ਉਤਰਨਾ ਵੀ ਦੱਸੋ? ਉਹ ਕਹਿੰਦੇ ਜੀ ਅਸੀਂ ਲੁਟੇਰੇ ਆ, ਵੀ ਸਾਡਾ ਤਾਂ ਕੰਮ ਇਹ ਆ ਕਿ ਕਦੀ ਗੱਡੀ ਰੋਕ ਕੇ ਵਿੱਚ ਬੈਠਣਾ ਤੇ ਸਭ ਕੁਝ ਲੁੱਟ ਕੇ ਲੈ ਜਾਣਾ, ਅਸੀਂ ਤੁਹਾਨੂੰ ਪਛਾਣ ਲਿਆ ਤੇ ਸਾਨੂੰ ਲਾ ਦਿਓ ਯਾਰ, ਅਸੀਂ ਲੁਟੇਰੇ ਆ। ਤੋ ਇਹ ਦੇਖੋ ਕਿ ਇਹ ਵੀ ਉਹਨਾਂ ਦੇ ਮਨ 'ਚ ਆ ਸਕਦਾ ਸੀ ਕਿ ਇਸ ਬੰਦੇ ਦੇ ਕੋਲੇ ਜੇ ਬੰਦਾ ਕਿਤੇ ਪ੍ਰੋਗਰਾਮ ਲਾ ਕੇ ਆਇਆ, ਜੇ ਬੰਦਾ ਕਿਤੇ ਗਾ ਕੇ ਆਇਆ, ਕਿ ਕੁਛ ਨਾ ਕੁਝ ਹਜ਼ਾਰ ਰੁਪਈਏ ਤਾਂ ਕੋਲ ਹੋਣਗੇ ਹੀ ਨਾ। ਕਲਾਕਾਰ ਵੈਸੇ ਤਾਂ ਘੁੰਮ ਨਹੀਂ ਸਕਦੇ, ਹੁਣ ਉਹ ਲੈ ਵੀ ਸਕਦੇ ਸੀ। ਪਰ ਤੁਸੀਂ ਦੇਖੋ, ਉਹ ਇਹ ਵੀ ਕਹਿੰਦੇ ਮੈਂ ਗੁਰਬਾਣੀ ਲਾਈ ਹੋ ਸੀ ਗੱਡੀ 'ਚ, ਉਸਲੇ ਗੁਰਬਾਣੀ ਚੱਲਦੀ ਸੀਗੀ ਤੇ ਮੈਂ ਉਹਨਾਂ ਨੂੰ ਫਿਰ ਕਿਹਾ ਵੀ ਕਿ ਨਹੀਂ ਦੱਸੋ ਯਾਰ ਵੀ ਤੁਸੀਂ ਜੇ ਆਪਣਾ ਕੰਮ ਕਰਨਾ ਹੈ ਆਪਣਾ ਕੰਮ ਕਰ ਲਓ, ਤੁਸੀਂ ਗੱਲ ਕਿਹੜੀ ਹੈ? ਉਹ ਕਹਿੰਦੇ ਨਹੀਂ ਜੀ ਨਹੀਂ, ਕਹਿੰਦੇ ਮੈਂ 500 ਰੁਪਈਆ ਫਿਰ ਉਹਨਾਂ ਨੂੰ ਕੋਲੋਂ ਦਿੱਤਾ, ਯਾਰ ਦੁੱਧ ਪੀ ਲਿਓ। ਨਹੀਂ ਪਰ ਇੱਕ ਗੱਲ ਹੈ ਵੀ ਤੁਸੀਂ ਦੇਖੋ ਵੀ ਜੇ ਕਿਸੇ ਵੇਲੇ ਬੰਦਾ ਕਹਿੰਦਾ ਨਾ ਵੀ ਯਾਰ ਇੰਡੀਆ ਦੇ ਵਿੱਚ ਨਾ ਬੰਦੇ ਦੀ ਜਾਣ ਪਛਾਣ ਹੋਣੀ ਬੜੀ ਜ਼ਰੂਰੀ ਹੈ ਜੀ। ਇਹਦਾ ਮਤਲਬ ਜੇ ਬਾਕੀ ਸਰਕਾਰੀ ਕੰਮ ਹੋਰ ਅੜੇ ਥੋੜ੍ਹੇ ਕੰਮਾਂ ਦੇ ਵਿੱਚ ਜਾਣ ਪਛਾਣ ਕੰਮ ਆਉਂਦੀ ਤੇ ਇੱਥੇ ਵੀ ਜਾਣ ਪਛਾਣ ਹੀ ਕੰਮ ਆਉਂਦੀ। ਬਿਲਕੁਲ ਠੀਕ ਹੈ। ਹੁਣ ਜੇ ਮੰਨ ਲਓ ਜਾਣ ਪਛਾਣ ਨਾ ਹੁੰਦੀ ਜੀ ਤੇ ਕੰਵਰ ਗਰੇਵਾਲ ਸਾਹਿਬ ਆਮ ਬੰਦੇ ਹੁੰਦੇ ਤੇ ਕੰਵਰ ਗਰੇਵਾਲ ਸਾਹਿਬ ਜਿੰਨੀ ਕੁ ਸਿਹਤ ਹੈ ਸੁੱਖ ਨਾਲ ਜਿੰਨਾ ਬੰਦਿਆਂ ਨੇ ਤੇ ਵੇਖਿਆ, ਉਹ ਪੰਜਾਂ ਨੂੰ ਤੇ ਬਹੁਤੀ ਲੋੜ ਵੀ ਨਹੀਂ ਪੈਣੀ ਕੁਛ ਕਰਨ ਦੀ, ਹੋ ਸਕਦਾ। ਇਹ ਇੱਕ ਗੱਲ ਮੈਨੂੰ ਹੋਰ ਲੱਗਦੀ ਆ, ਤੁਸੀਂ ਤਾਂ ਚਲੋ ਇੱਧਰਲੇ ਪਾਸਿਓਂ ਲੈ ਲਿਆ ਨਾ ਉਹਨਾਂ ਨੂੰ। ਮੈਂ ਕਹਿੰਦਾ ਕਿ ਕੰਵਰ ਗਰੇਵਾਲ ਸਾਹਿਬ ਵਧੀਆ ਗਾਉਂਦੇ ਆ, ਠੀਕ ਗਾਉਂਦੇ ਆ, ਪਰਿਵਾਰਾਂ 'ਚ ਬੈਠ ਕੇ ਸੁਣਨ ਵਾਲਾ ਗਾਉਂਦੇ ਆ, ਸੇਧ ਦੇਣ ਵਾਲਾ ਉਹ ਸਾਰੂ ਗਾਉਂਦੇ ਆ। ਤੇ ਅਗਲੇ ਬੰਦੇ ਜਦੋਂ ਬੈਠੇ ਉਹਨਾਂ ਨੇ ਕੰਵਰ ਗਰੇਵਾਲ ਹੋਰਾਂ ਨੂੰ ਦੇਖਿਆ ਤਾਂ ਉਹਨਾਂ ਦੇ ਮਨ ਦੇ ਵਿੱਚ ਉਦਾਂ ਦੀਆਂ ਭਾਵਨਾਵਾਂ ਆਈਆਂ। ਤੇ ਜਿਹੜੇ ਵਿੱਚ ਚੱਕ ਲਓ ਕਿ ਪਾਈ ਇੱਦਾਂ ਹੁੰਦੀ ਆ ਤੇ ਬੰਦੂਕ ਸਾਡੇ ਮੋਢੇ 'ਤੇ ਰਹਿੰਦੀ ਹੈ ਤੇ ਅਸੀਂ ਐਂ ਫਿਰ ਪੈਰ ਮਾਰ ਕੇ ਪਤਾ ਨਹੀਂ ਧਰਤੀ ਹਿਲਾ ਦੀਦੀ ਆ, ਹੋ ਸਕਦਾ ਫਿਰ ਉਹਨੂੰ ਖਿਲਾਰ ਵੀ ਦਿੰਦੇ ਹੋ। ਨਹੀਂ ਉਹਨੂੰ ਉਹਨਾਂ ਨੇ ਆਖਣਾ ਥੋੜ੍ਹੀ ਦੇਰ ਡੱਕ ਕੇ ਰਹਿਣਾ ਵੀ ਭਾਜੀ ਇੱਕ ਨਾ ਗੱਡੀ ਡੱਕੋ, ਹੈ ਕੀ ਗੱਲ ਹੋ ਗਈ? ਪਹਿਲਾਂ ਤੇ ਉਹ ਤੁਸੀਂ ਕੱਢੋ ਜਿਹੜਾ ਤੁਸੀਂ ਬੰਦੂਕ ਬੰਦਾਕ ਤੁਹਾਡੇ ਕੋਲੇ, ਉਹ ਵੇਖੀਏ ਤੁਹਾਡੀ, ਹੈ ਨਾ। ਫਿਰ ਤੁਸੀਂ ਇਹ ਦੱਸੋ ਵੀ ਤੁਸੀਂ ਬੜੀ ਸ਼ਾਇ ਆ, ਉਹ ਵੀ ਸਾਨੂੰ ਵਿਖਾਓ, ਥੋੜ੍ਹਾ ਜਿਹਾ ਪਤਾ ਕਰੀਏ ਇਹ ਜੀ। ਤੇ ਜੇ ਬਿਲਕੁਲ ਹੀ ਕੋਈ ਕਰਾਮਾਤ ਹੈ ਨਹੀਂ ਤੇ ਫਿਰ ਹੋ ਸਕਦਾ ਅਗਲੇ ਵੀਡੀਓ ਵੀ ਬਣਾਉਂਦੇ ਵੀ ਤੂੰ ਗੀਤਾਂ 'ਚ ਬਹੁਤ ਕੁ ਗਾਇਆ ਜੀ, ਇਹਨੇ ਤੇ ਸਾਡੇ ਸਾਹਮਣੇ ਗਾਵੇ, ਮੇਰੇ ਕੋਲ ਤੇਰੀ ਆਵਾਜ਼ ਚੈੱਕ ਕਰਨੀ ਪਹਿਲਾਂ ਤਾਂ। ਇਹ ਵੀ ਹੋਣਾ ਸੀ ਸੰਧਾਲੀਆ ਸਾਹਿਬ ਕਿ ਜਿਹੜੇ ਹੁਣ ਕੰਵਰ ਗਰੇਵਾਲ ਹੋਰੀ, ਕਿਉਂਕਿ ਚੰਦ ਗਾਇਕ ਇੱਦਾਂ ਦੇ ਨੇ ਜਿਹੜੇ ਬਿਨਾਂ ਮਾਈਕ ਤੋਂ ਗਾ ਸਕਦੇ ਆ, ਬਿਨਾਂ ਸੀਡੀ ਸੂਡੀ ਲਾਇਆ ਪਿੱਛੇ ਕੰਮ ਚਲਾ ਸਕਦੇ ਆ, ਵਧੀਆ ਤਰੀਕੇ ਨਾਲ ਗਾਉਂਦੇ ਆ। ਤੇ ਜੇ ਉੱਥੇ ਉਹ ਕੰਪਿਊਟਰ ਵਾਲਾ ਬੰਦਾ ਹੁੰਦਾ ਤੇ ਉਹਨੂੰ ਕਹਿਣਾ ਯਾਰ ਤੇਰੀ ਸ਼ਕਲ ਉਹਦੇ ਨਾਲ ਰਲਦੀ। ਪਰ ਚਲੋ ਕੁੱਲ ਮਿਲਾ ਕੇ ਚੰਗਾ ਗਾਉਣ ਦਾ ਇੱਕ ਫਾਇਦਾ ਤਾਂ ਹੋਇਆ। ਨਹੀਂ ਫਾਇਦਾ ਵੀ ਹੋਇਆ, ਪਰ ਦੂਜੀ ਗੱਲ ਮੈਨੂੰ ਲੱਗਦਾ ਇਹ ਵੀ ਹੈ ਕਿ ਵੀ ਜਿੱਦਾਂ ਉਹਨਾਂ ਨੇ ਕਿਹਾ ਕਿ ਜੇ ਫਗਵਾੜਿਓਂ ਗੁਰਾਇਆਂ ਨੂੰ ਜਾਂਦੇ ਸੀ ਤੇ ਇਹ ਵੀ ਗੱਲ ਕਲੀਅਰ ਆ ਵੀ ਉਹ ਜਾਂਦੇ ਵੀ ਮੇਨ ਰੋਡ 'ਤੇ ਸੀਗੇ। ਤੇ ਜੇ ਮੇਨ ਰੋਡ 'ਤੇ ਵੀ ਇਹੋ ਜਿਹੇ ਬੰਦੇ ਮਿਲ ਜਾਂਦੇ ਨੇ
ਤੇ ਫਿਰ ਮੇਰਾ ਖਿਆਲ ਵੀ ਕਾਨੂੰਨ ਵਿਵਸਥਾ ਵਾਲੇ ਪਾਸੋਂ ਆਪਾਂ ਬੇਨਤੀ ਕਰਾਂਗੇ ਸਰਕਾਰਾਂ ਨੂੰ ਵੀ ਥੋੜ੍ਹਾ ਜਿਹਾ ਧਿਆਨ ਦੇਣ ਦੀ ਲੋੜ ਆ ਵੀ ਜੇ ਕੰਵਰ ਗਰੇਵਾਲ ਸਾਹਿਬ ਸੀਗੇ ਉਹ ਬੰਦਾ ਬਚ ਗਿਆ, ਚਲੋ ਜਾ ਹੋ ਗਿਆ, ਪਰ ਜੇ ਉੱਤਰ ਗਏ ਸੀ ਤੇ ਇਹ ਧਿਆਨ ਹੀ ਨਾ ਵੀ ਉਹਨਾਂ ਨੇ ਆਖਿਆ ਵੀ ਅੱਜ ਤੋਂ ਕੰਮ ਛੱਡਿਆ, ਇਹੋ ਜਿਹਾ ਤੇ ਵਾਅਦਾ ਕੋਈ ਕੀਤਾ ਨਹੀਂ ਉਹਨਾਂ ਨੇ ਜੀ। ਉਹਨਾਂ ਨੇ ਤੇ ਇਹ ਆਖਿਆ ਵੀ ਵੀਰ ਤੈਨੂੰ ਛੱਡ ਦਿੰਦੇ ਸਾਡਾ ਸ਼ਿਕਾਰ ਅਗਲਾ। ਸੋ ਇਹ ਜਿਹੜੇ ਬੰਦੇ ਇੱਥੇ ਐਗਜ਼ਿਸਟ ਕਰਦੇ ਨੇ ਨਾਲੇ ਪਾਸੇ ਜ਼ਰੂਰ ਧਿਆਨ ਦੇਵੇ, ਕੱਲ੍ਹ ਨੂੰ ਕੋਈ ਹੋਰ ਚੰਨ ਚੜ੍ਹ ਗਿਆ ਤੇ ਮੁੜ ਕੇ ਕਿਹੜੀ ਮਾਂ ਨੂੰ ਮਾਸੀ ਆਖਣਾ। ਨਹੀਂ ਠੀਕ ਹੈ ਸੰਧਾਲੀਆ ਸਾਹਿਬ, ਤੇ ਚਲੋ ਉਮੀਦ ਕਰਦੇ ਹਾਂ ਕਿ ਭਾਈ ਕਿਸੇ ਨੂੰ ਲੁਟੇਰੇ ਬਣਨਾ ਹੀ ਨਾ ਪਵੇ, ਮੁੜ ਕੇ ਦੁੱਧ ਪੀਣ ਨੂੰ 500 ਲੈਣਾ ਹੀ ਨਾ ਪਵੇ ਕੰਵਰ ਕਰੇ ਉਹਨਾਂ ਤੋਂ। ਮੈਨੂੰ ਇੱਕ ਤੁਸੀਂ ਦੇਖੋ ਸੰਧਾਲੀਆ ਸਾਹਿਬ, ਹਰ ਇੱਕ ਚੀਜ਼ ਦੇ ਵਿੱਚ ਨਾ ਇੱਕ ਬਰੀਕੀ ਹੁੰਦੀ ਹੈ। ਉਹ ਇਹ ਵੀ ਕਹਿ ਸਕਦੇ 500 ਲੈ ਕੁਛ ਖਾ ਪੀ ਲਿਓ, ਜਾਣੀ ਇੱਕ ਬੰਦੇ ਦੇ ਕੋਲ ਇੱਕ ਤਜਰਬਾ ਹੁੰਦਾ, ਉਹਦੇ ਕੋਲ ਇੱਕ ਲੀਹ ਹੁੰਦੀ ਹੈ, ਇੱਕ ਟੀਚਾ ਹੁੰਦਾ ਹੈ ਕਿ ਭਾਈ ਦੁੱਧ ਦਾ ਤੇ ਪੰਜਾਬ ਦਾ ਤੇ ਸਿਹਤ ਦਾ ਬੜਾ ਗੂੜਾ ਸੰਬੰਧ ਹੈ। ਅਗਲੇ ਨੇ 500 ਦੇ ਕੇ ਵੀ ਕਿਹਾ ਦੁੱਧ ਪੀ ਲਿਓ, ਇਹ ਥੋੜ੍ਹੀ ਕਿ ਕੁਛ ਖਾ ਪੀ ਲਿਓ ਜਾਂ ਠੰਡਾ ਪੀ ਲਿਓ। ਨਹੀਂ ਇਹ ਵੀ ਗੱਲ ਠੀਕ ਹੈ। ਗਰੇਵਾਲ ਸਾਹਿਬ ਵੀ ਆਂਦੇ ਹੋਣੇ ਨਾ ਆਂਦੇ ਹੋਣੇ ਵੀ ਯਾਰ ਇਹਨਾਂ ਨੂੰ ਦੁੱਧ ਦੀ ਗੱਲ ਕਹੀ ਹੈ, ਕੀ ਵਾ ਦੂਜੀ ਚੀਜ਼ ਤੇ ਸੇਵਨ ਕੀਤੀ ਨਹੀਂ। ਅੱਛਾ ਸੰਧਾਲੀਆ ਸਾਹਿਬ, ਹੁਣ ਚੱਲਦੇ ਹਾਂ ਸਿੱਧਾ ਆਪਾਂ ਗੱਠਜੋੜ ਵਾਲੇ ਪਾਸੇ। ਦੇਖੋ ਰੌਲਾ ਪੈ ਗਿਆ। ਮੈਂ ਪਹਿਲੀ ਗੱਲ ਇਹ ਦੱਸਾਂ ਕਿ ਪੁਸ਼ਟੀ ਕਿਸੇ ਨੇ ਕੀਤੀ, ਕਿਸੇ ਵੀ ਬੰਦੇ ਨੇ, ਨਾ ਭਾਜਪਾ ਦੇ ਨੇ ਨਾ ਅਕਾਲੀਆਂ ਨੇ ਇਹ ਨਹੀਂ ਕਿਹਾ ਕਿ ਭਾਈ ਸਾਡਾ ਗੱਠਜੋੜ ਹੋਣ ਲੱਗਾ, ਪਰ ਨਾ ਵੀ ਕਿਸੇ ਨੇ ਨਹੀਂ ਕੀਤੀ, ਜਾਣੀ ਜਿਹੜੀ ਵੱਡੀ ਗੱਲ ਹੁੰਦੀ ਨਾ। ਹੁਣ ਜਦੋਂ ਪੁਸ਼ਟੀ ਵੀ ਕਿਸੇ ਨੇ ਨਹੀਂ ਕੀਤੀ, ਨਾ ਵੀ ਕਿਸੇ ਨੇ ਨਹੀਂ ਕੀਤੀ, ਕਿਉਂਕਿ ਤੁਸੀਂ 1.5 ਮਹੀਨਾ ਪਹਿਲਾਂ ਤੇ ਚੱਲੋ, ਅਕਾਲੀ ਕਹਿੰਦੇ ਸੀ ਕਿ ਅਸੀਂ ਕਿਉਂ ਬੀਜੇਪੀ ਨਾਲ ਗੱਠਜੋੜ ਕਰਨਾ, ਸਾਡੀਆਂ ਕਿਤੇ ਬਾਹਾਂ ਆਕੜੀਆਂ, ਤੇ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਸੀ ਕਿ 13 ਦੀਆਂ 13 ਸੀਟਾਂ ਤੇ ਚੁਣਾਵ ਅਸੀਂ ਆਪ ਲੜਨਾ ਤੇ ਅਸੀਂ 117 ਦੀਆਂ 17 ਸੀਟਾਂ ਤੇ ਪਾਰਟੀ ਨੂੰ ਮਜ਼ਬੂਤ ਕਰਨਾ ਤੇ ਅਸੀਂ ਨਹੀਂ ਗੱਠਜੋੜ ਕਰਨਾ, ਸਾਨੂੰ ਨਹੀਂ ਇਹਨਾਂ ਦੀ ਲੋੜ, ਇਹਨਾਂ ਨੇ ਸਾਡਾ ਨੁਕਸਾਨ ਬੜਾ ਕੀਤਾ। ਹੁਣ ਜਦੋਂ ਪਿਛਲੇ 36 ਕੁ ਘੰਟਿਆਂ ਤੋਂ ਇਹ ਚਰਚਾ ਦੁਬਾਰਾ ਚੱਲ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋ ਸਕਦਾ, ਦੋਨਾਂ ਧਿਰਾਂ ਵੱਲੋਂ ਇੱਕ ਵੀ ਲੀਡਰ ਨੇ ਸਾਹਮਣੇ ਆ ਕੇ ਇਹ ਨਹੀਂ ਕਿਹਾ ਕਿ ਇਹ ਗੱਠਜੋੜ ਨਹੀਂ ਹੋਣਾ। ਹੁਣ ਭਾਜਪਾ ਦੇ ਨਵੇਂ ਬਣੇ ਸੂਬਾ ਪ੍ਰਧਾਨ ਸੁਨੀਲ ਜਾਖੜ ਸਾਹਿਬ ਨੂੰ ਵੀ ਪੁੱਛਿਆ ਤਾਂ ਉਹਨਾਂ ਨੇ ਵੀ ਕਿਹਾ ਕਿ ਇਹ ਪਾਰਟੀ ਹਾਈ ਕਮਾਂਡ ਦਾ ਕੰਮ ਹੈ, ਸਾਡਾ ਕੰਮ ਹੈ ਪਾਰਟੀ ਨੂੰ ਮਜ਼ਬੂਤ ਕਰਨਾ ਤੇ ਸਾਰੀਆਂ 117 ਸੀਟਾਂ ਦੇ ਉੱਤੇ ਮਜ਼ਬੂਤ ਕਰਨਾ। ਹੁਣ ਸੰਧਾਲੀਆ ਸਾਹਿਬ, ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਆਏ ਆ ਵਿਦੇਸ਼ੋਂ ਆ ਕੇ 1-2 ਦਿਨ ਦਿੱਲੀ ਵੀ ਲਾਏ ਆ। ਹਾਲਾਂਕਿ ਪੁਸ਼ਟੀ ਇਸ ਗੱਲ ਦੀ ਵੀ ਨਹੀਂ ਹੋਈ, ਹੋ ਸਕਦਾ ਕਿ ਜਦੋਂ ਦਿੱਲੀ ਰੁਕਿਆ ਤੇ ਭਾਰਤੀ ਜਨਤਾ ਪਾਰਟੀ ਦੇ ਕਿਸੇ ਵੱਡੇ ਲੀਡਰ ਦੇ ਨਾਲ ਸਿੱਧਿਆਂ ਜਾਂ ਅਸਿੱਧਿਆਂ, ਪ੍ਰਤੱਖ ਜਾਂ ਅਪ੍ਰਤੱਖ ਕੋਈ ਮੁਲਾਕਾਤ, ਕੋਈ ਸੁੱਖ ਸੁਨੇਹਾ ਵੀ ਆਇਆ ਹੋਵੇ। ਬੀਤੇ ਕੱਲ੍ਹ ਉਹਨਾਂ ਨੇ ਕੋਰ ਕਮੇਟੀ ਅਕਾਲੀ ਦਲ ਦੀ ਬੈਠਕ ਕਰ ਲਈ ਹੈ, ਅੱਜ ਜ਼ਿਲ੍ਹਾ ਪ੍ਰਧਾਨਾਂ ਦੀ ਬੈਠਕ ਹੈ, ਤੇ ਜਦੋਂ ਕੋਰ ਕਮੇਟੀ ਦੀ ਬੈਠਕ ਹੋ ਗਈ ਹੈ, ਜ਼ਿਲ੍ਹਾ ਪ੍ਰਧਾਨਾਂ ਦੀ ਬੈਠਕ ਹੋਣੀ ਹੈ, ਉਹਦੇ ਵਿੱਚ ਹੋ ਸਕਦਾ ਕਿ ਕੋਈ ਨਾ ਕੋਈ ਫੈਸਲਾ ਲੈ ਲਿਆ ਜਾਵੇ। ਹਾਂ, ਜੇ ਤਰਕ ਦੇਣੇ ਹੋਣ, ਅਨੇਕਾਂ ਤਰਕ ਨੇ ਜਿਹਦੇ ਆਧਾਰ ਦੇ ਉੱਤੇ ਕਿਹਾ ਜਾ ਸਕਦਾ ਕਿ ਗੱਠਜੋੜ ਨਹੀਂ ਹੋਣਾ, ਪਰ ਉਹਦੇ ਤੋਂ ਵੀ ਦੁੱਗਣੇ ਤਰਕ ਇੱਦਾਂ ਦੇ ਨੇ ਜਿਹਦੇ ਆਧਾਰ 'ਤੇ ਕਿਹਾ ਜਾ ਸਕਦਾ ਕਿ ਗੱਠਜੋੜ ਹੋਣਾ। ਪਰ ਇੱਕ ਗੱਲ ਪੱਕੀ ਹੈ ਕਿ ਜੇ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋ ਗਿਆ, ਕਈਆਂ ਦੇ ਬੁੱਲਾਂ ਤੇ ਸਿੱਕਰੀ, ਤੇ ਇਸ ਗੱਠਜੋੜ ਨੇ ਫਿਰ ਮੁੱਖ ਮੁਕਾਬਲੇ ਦੇ ਵਿੱਚ ਆ ਜਾਣਾ। ਮੈਂ ਨਹੀਂ ਕਹਿੰਦਾ ਇਹਨਾਂ ਨੇ ਜੇਤੂ ਸਥਿਤੀ ਹੋ ਜਾਣਾ, ਪਰ ਜਿੱਦਾਂ ਪਹਿਲਾਂ ਹੁੰਦਾ ਕਿ ਤੀਸਰਾ ਚੌਥਾ ਹੋ ਸਕਦਾ ਕਿ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਪਹਿਲੇ ਦੂਜੇ ਤੇ ਟੱਕਰ ਦੇਣ ਆਪਾਂ। ਨਹੀਂ ਬਿਲਕੁਲ, ਮੈਨੂੰ ਲੱਗਦਾ ਵੀ ਜੇ ਆਪਾਂ ਆਪਣੇ ਪ੍ਰੋਗਰਾਮ ਦੇ ਹਿਸਾਬ ਨਾਲ ਗੱਲ ਕਰੀਏ ਤੇ ਆਪਾਂ ਠੀਕ 24 ਘੰਟੇ ਬਾਅਦ ਗੱਲ ਕਰ ਰਹੇ ਹਾਂ। ਕੱਲ੍ਹ ਦੇ ਪ੍ਰੋਗਰਾਮ 'ਚ ਆਪਾਂ ਇਹ ਜ਼ਿਕਰ ਕੀਤਾ ਸੀ ਜੀ ਵੀ ਯਾਰ ਜੇ ਕੱਲ੍ਹ ਨੂੰ ਹੋ ਗਿਆ, ਉਦੋਂ ਆਪਾਂ ਇਹ ਨਹੀਂ ਕਿਹਾ ਵੀ ਹੋਣਾ, ਜੇ ਕੱਲ੍ਹ ਨੂੰ ਗੱਠਜੋੜ ਹੋ ਗਿਆ ਤੇ ਸੁਨੀਲ ਜਾਖੜ ਸਾਹਿਬ ਉੱਧਰੋਂ ਬੀਜੇਪੀ ਦੇ ਪ੍ਰਧਾਨ ਤੇ ਸੁਖਬੀਰ ਬਾਦਲ ਸਾਹਿਬ ਇੱਧਰੋਂ ਅਕਾਲੀ ਦਲ ਦੇ ਪ੍ਰਧਾਨ, ਉਹ ਸਟੇਜ ਸਾਂਝੀ ਕਿੱਦਾਂ ਕਰਨਗੇ, ਇਕੱਠੇ ਕਿੱਦਾਂ ਬਹਿਣਗੇ। ਖੈਰ ਜਦੋਂ ਸਥਿਤੀਆਂ ਬਦਲ ਗਈਆਂ, ਸਾਰਾ ਕੁਝ ਸੈੱਟ ਹੋ ਗਿਆ, ਫਿਰ ਭੱਜੀਆਂ ਬਾਹੀਂ ਗੱਲ ਨੂੰ ਆ ਗਈਆਂ। ਸੁਖਬੀਰ ਬਾਦਲ ਸਾਹਿਬ ਵੀ ਮਤਲਬ ਭਾਸ਼ਣ ਕਰਤਾ ਤਕੜੇ ਨੇ, ਤੇ ਜਾਖੜ ਸਾਹਿਬ ਦੀਆਂ ਤੇ ਫਿਰ ਗੱਲਾਂ ਹੀ ਗਾਂਹ ਦੀਆਂ ਨੇ। ਉਹਨਾਂ ਨੇ ਗੱਲਾਂ ਦੇ ਵਿੱਚ ਉਹ ਸਾਰੇ ਕੁਛ ਨੂੰ ਗੁੰਨ ਲੈਣਾ ਤੇ ਫਿਰ ਲੋਕਾਂ ਨੂੰ ਸਮਝ ਨਹੀਂ ਲੱਗਣੀ ਜਾਂ ਪਤਾ ਨਹੀਂ ਲੱਗਣਾ ਵੀ ਪਹਿਲਾਂ ਅਸੀਂ ਵੱਖ-ਵੱਖ ਸੀ ਜਾਂ ਅੱਡੋ-ਅੱਡ ਸੀ। ਦੂਜੀ ਮੈਨੂੰ ਗੱਲ ਲੱਗਦੀ ਹੈ ਕਿ ਵੀ ਜਿਹੜੇ ਕੋਈ ਨਹੀਂ ਨਾ ਕੁਸਕਿਆ, ਹੋ ਸਕਦਾ ਕਿ ਵੀ ਜਿਹੜਾ ਪਿਛਲੇ ਦਿਨੀ ਆਪਾਂ ਮਹਾਰਾਸ਼ਟਰ 'ਚ ਵੇਖਿਆ ਜਾਂ ਉਸ ਤੋਂ ਪਹਿਲਾਂ ਮਹਾਰਾਸ਼ਟਰ 'ਚ ਵੇਖਿਆ ਜਾਂ ਬਿਹਾਰ ਵਾਲਾ ਰੌਲਾ ਜੇ ਸੁਣਿਆ ਜਾਂ ਇੱਧਰ ਉੱਧਰ ਜੇ ਗੱਲਾਂ ਚੱਲਦੀਆਂ ਨੇ, ਜਾਂ even ਆਪਾਂ ਪੰਜਾਬ ਵਾਲੇ ਪਾਸੇ ਦੇਖ ਲਈਏ ਵੀ ਜਿਸ ਹਿਸਾਬ ਨਾਲ ਥੋਕ ਦੇ ਭਾਅ ਬੀਜੇਪੀ 'ਚ ਗਏ ਨੇ ਲੀਡਰ, ਉਹਦੇ ਤੋਂ ਬਾਅਦ ਕਈਆਂ ਨੇ ਹੋ ਸਕਦਾ ਇਹ ਅੰਦਾਜ਼ਾ ਲਾਇਆ ਹੋਵੇ ਵੀ ਯਾਰ ਕਿਸੇ ਵੇਲੇ ਹੁੰਦਾ ਕਿ ਉਹ ਕਹਿੰਦੇ ਵੀ ਯਾਰ ਕਿੱਲਾ ਜਿਹੜਾ ਨਾ ਇਹ ਗੱਡਿਆ ਰਹਿਣ ਦੇਣਾ, ਆਪਾਂ ਕਿੱਲਾ ਪੁੱਟਣ ਨਹੀਂ ਦੇਣਾ ਕਿਸੇ ਨੂੰ। ਮਤਲਬ ਜਿੱਦਾਂ ਸ਼੍ਰੋਮਣੀ ਅਕਾਲੀ ਦਲ ਕਹੇ ਵੀ ਨਾ ਇੰਨੀਆਂ ਸੀਟਾਂ ਤੇ ਵੱਡੇ ਭਰਾ ਅਸੀਂ, ਬੀਜੇਪੀ ਵਾਲੇ ਆਉਣਾ ਦੇ ਆ ਜਾਣ, ਉਹ 22-23 ਸੀਟਾਂ ਜਿਹੜੀਆਂ ਅਸੀਂ ਦਿੰਦੇ ਉਹ ਇਹ ਤੋਂ ਬਿਨਾਂ ਹੋਰ ਕੁਛ ਨਹੀਂ। ਜੇ ਲੋਕ ਸਭਾ ਦੀ ਗੱਲ ਕਰਨੀ ਤੇ ਉਹੀ 2-3 ਸੀਟਾਂ, ਇਹ ਤੋਂ ਬਾਅਦ ਕੁਛ ਨਹੀਂ ਮਿਲਣਾ। ਕਿਸੇ ਵੇਲੇ ਹੁੰਦਾ ਵੀ ਇਹ ਹੁੰਦਾ ਪੁਰਾਣਾ ਕਿੱਲਾ ਹੈ ਨਾ ਗੱਡਿਆ, ਪਰ ਉਹ ਕਿੱਲਾ ਕਿਸੇ ਵੇਲੇ ਜਾਪਦਾ ਹੁੰਦਾ ਵੀ ਉੱਪਰੋਂ ਬੜਾ ਵਧੀਆ, ਜੇ ਪਿੰਡਾਂ 'ਚ ਕਿਸੇ ਨੇ ਵੇਖਿਆ ਹੋਵੇ, ਜਦੋਂ ਕਿਤੇ ਮੱਝ ਪਟਾ ਲਵੇ ਨਾ
ਤੇ ਥੱਲਿਓਂ ਬਾਅਦ ਉਹ ਤੇਰਾ ਭਲਾ ਯਾਰ, ਇਹ ਤੇ ਥੱਲਿਓਂ ਗਲਿਆ ਹੈ ਨਾ। ਸੋ ਮੈਨੂੰ ਲੱਗਦਾ ਵੀ ਹੋ ਸਕਦਾ ਵੀ ਉਹ ਕੇਲੇ ਨੂੰ ਪਹਿਲਾਂ ਉਹਨਾਂ ਨੇ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਵੀ ਇਹ ਨਾ ਹੋਵੇ ਵੀ ਆਪਾਂ ਉੱਪਰੋਂ ਆਖੀ ਜਾਈਏ ਸਾਰੇ ਜਾਣੇ ਵੀ ਨਹੀਂ ਬਈ ਅਸੀਂ ਨਾਲ ਆ ਇੱਦਾਂ ਕਿੱਦਾਂ ਅਕਾਲੀ ਦਲ ਮਜ਼ਬੂਤ ਆ। ਤੇ ਕੱਲ੍ਹ ਨੂੰ ਜਦੋਂ ਬੰਦੇ ਨਿਕਲਣ ਲੱਗਣ ਜਾਂ ਖਿਸਕਣ ਲੱਗਣ ਉਦੋਂ ਰਾਤੋਂ ਦਿਨ ਨਾ ਜਿਹੜੇ ਵੀ ਕਿਹੜਾ ਕਿੱਧਰ ਨੂੰ ਚੱਲ ਗਿਆ। ਕਿਉਂਕਿ ਪਿਛਲੇ ਦਿਨਾਂ 'ਚ ਬੜੇ ਵੱਡੇ ਚਿਹਰੇ ਜਿਹੜੀਆਂ ਲੰਘੀਆਂ, ਜ਼ਿਮਨੀ ਚੋਣ ਵਾਲੀ ਆਪਾਂ ਇਲੈਕਸ਼ਨ ਦੇਖੀ ਆ ਜਾਂ ਉਸ ਤੋਂ ਥੋੜ੍ਹਾ ਜਿਹਾ ਪਹਿਲਾਂ, ਬੜੇ ਬੰਦੇ ਜਿਨ੍ਹਾਂ ਬਾਰੇ ਸੁਖਬੀਰ ਸਿੰਘ ਬਾਦਲ ਸਾਹਿਬ ਉਦੋਂ ਮੀਡੀਆ ਸਾਹਮਣੇ ਵੀ ਕਹਿੰਦੇ ਯਾਰ ਹੁਣ ਮੈਨੂੰ ਤੇ ਪਤਾ ਕੱਲ੍ਹ ਮੇਰੇ ਨਾਲ ਬੈਠਾ ਹੈ ਬੰਦਾ, ਅੱਜ ਉਹ ਪਤਾ ਨਹੀਂ ਕਿੱਧਰ ਚੱਲ ਗਿਆ, ਹੁਣ ਕਿਸੇ ਦੇ ਅੰਦਰ ਵੜ ਕੇ ਥੋੜ੍ਹਾ ਵੇਖ ਲੈਣਾ। ਦੇਖੋ ਸੰਧਾਲੀਆ ਸਾਹਿਬ, ਇਹ ਗੱਲ ਤੁਹਾਡੀ ਠੀਕ ਹੈ ਕਿ ਪਹਿਲੀ ਗੱਲ ਹੈ ਕਿ ਦੋਏ ਤਰ੍ਹਾਂ ਲੋੜਵੰਦ ਨੇ। ਆਹ ਸ਼ਬਦ ਅੱਛਾ ਵਰਤਦੇ, ਹਾਂ ਲੋੜਵੰਦ ਨੇ। ਤੁਸੀਂ ਇਹ ਦੇਖੋ, ਸ਼੍ਰੋਮਣੀ ਅਕਾਲੀ ਦਲ 2 ਵਿਧਾਨ ਸਭਾ ਦੀਆਂ ਚੋਣਾਂ ਹਾਰਿਆ। ਇੱਕ 17 ਵਾਲੀ ਚੋਣ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਜਦੋਂ ਕਾਂਗਰਸ ਹੁੰਦੀ ਸੀ ਉਹਨਾਂ ਨੇ ਹਰਾਏ, ਐਤਕੀ ਭਗਵੰਤ ਮਾਨ ਹੋਰਾਂ ਦੀ ਪਾਰਟੀ ਆਮ ਆਦਮੀ ਪਾਰਟੀ ਨੇ ਹਰਾਏ। ਪਹਿਲਾਂ ਤਾਂ ਸਗੋਂ 12-14 ਬੰਦੇ ਸੀਗੇ, ਐਤਕੀ ਬੰਦੇ 3 ਰਹਿ ਗਏ। ਸ਼੍ਰੋਮਣੀ ਅਕਾਲੀ ਦਲ ਦੀ ਲੋੜਵੰਦ ਦੀ ਗੱਲ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਉਹਨਾਂ ਦੇ ਕੋਲ ਲੋਕ ਸਭਾ ਦੇ ਵਿੱਚ ਇਸ ਵੇਲੇ 2 ਮੈਂਬਰ ਆ ਤਾਂ ਰਾਜ ਸਭਾ 'ਚ ਕੋਈ ਨਹੀਂ, ਤੇ ਲੋਕ ਸਭਾ ਦੀਆਂ ਚੋਣਾਂ ਸਿਰ 'ਤੇ ਨੇ। ਜਿਹੜੇ 3 MLA ਹੈਗੇ ਵੀ ਆ ਉਹਨਾਂ ਦੇ ਵਿੱਚੋਂ ਇਆਲੀ ਸਾਹਿਬ ਕਈ ਵਾਰੀ ਸਟੈਂਡ ਲੈ ਜਾਂਦੇ ਆ। ਹੁਣ ਇਸ ਹਿਸਾਬ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਜੋ ਆਪਾਂ ਸੁਰਤ ਸਾਂਭੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਦੀ ਜੇ ਇਲੈਕਸ਼ਨ ਜਾਂ ਵੋਟ ਰਾਜਨੀਤੀ ਦੇਖੀਏ ਤਾਂ ਉਹਦੇ ਵਿੱਚ ਸਭ ਤੋਂ ਕਮਜ਼ੋਰ ਸਥਿਤੀ 'ਚ ਹੈ। ਦੂਸਰਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਚਲੋ ਇੱਕ ਦੌਰ ਆਇਆ ਸੀ ਜਿਹਦਾ ਗੁਰਚਰਨ ਸਿੰਘ ਟੌੜਾ ਹੋਰੀ ਜਦੋਂ ਅਕਾਲੀ ਦਲ ਤੋਂ ਵੱਖਰੇ ਹੋਏ ਸੀ ਉਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਚੁਣੌਤੀ ਮਿਲੀ ਸੀ, ਪਰ ਬੀਬੀ ਜਗੀਰ ਕੌਰ ਨੇ ਵੀ ਚੁਣੌਤੀ ਛੋਟੀ ਨਹੀਂ ਦਿੱਤੀ। ਹੁਣ ਅਕਾਲੀ ਦਲ ਦੇ ਸਾਹਮਣੇ ਇੱਕ ਤਾਂ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਮਜ਼ਬੂਤ ਕਰੇ, ਪਾਰਟੀ ਨੂੰ ਪੈਰਾਂ ਸਿਰ ਖੜੀ ਕਰੇ, ਪਾਰਟੀ ਦਾ ਲੋਕਾਂ 'ਚ, ਪੰਥਕ ਵੋਟ 'ਚ, ਕਿਸਾਨਾਂ ਦੇ ਵਿੱਚ ਆਪਣਾ ਬੋਲਬਾਲਾ ਦੁਬਾਰਾ ਕਰੇ, ਪਰ ਉਹ 1, 2 ਜਾਂ 3 ਸਾਲ 'ਚ ਨਹੀਂ ਹੋਣ ਵਾਲਾ ਕਿਉਂਕਿ ਪਾਰਟੀ ਨੂੰ ਹੁਣ ਸੱਤਾ ਤੋਂ ਲਾਂਭੇ ਹੋਏ 6.5 ਸਾਲ ਦਾ ਸਮਾਂ ਹੋ ਗਿਆ। ਇਸ 6.5 ਸਾਲ ਦੇ ਵਿੱਚ ਕਈ ਬੰਦੇ ਛੱਡ ਗਏ, ਵਰਕਰ ਚੁੱਪ ਕਰਕੇ ਬਹਿ ਗਏ। ਤੇ ਸਭ ਤੋਂ ਵੱਡੀ ਗੱਲ ਹੈ ਕਿ ਅਕਾਲੀ ਦਲ ਕਮੇਟੀ 'ਚ ਹੁੰਦਾ, ਕਮੇਟੀ ਬਣਾਉਣ ਦੇ ਬਾਵਜੂਦ ਵੀ ਅਜੇ ਤੱਕ ਉਸ ਲੀਹ ਦੇ ਉੱਤੇ ਚੱਲਣ ਦੇ ਵਿੱਚ ਕਾਮਯਾਬ ਨਹੀਂ ਹੋਇਆ ਕਿ ਆਪਾਂ ਕਹੀਏ ਕਿ ਠੀਕ ਹੈ ਜੀ ਅਕਾਲੀ ਦਲ ਥੱਲੇ ਆ ਸੀ ਤੇ ਅਕਾਲੀ ਦਲ ਉੱਪਰ ਨੂੰ ਚਲੇ ਗਿਆ। ਅਸੀਂ ਨਹੀਂ ਕਹਿੰਦੇ ਕਿ ਅਕਾਲੀ ਦਲ ਦੁਬਾਰਾ ਜੜਾ ਨਹੀਂ ਫੜ ਸਕਦਾ, ਅਕਾਲੀ ਦਲ ਦੁਬਾਰਾ ਸੱਤਾ ਦੇ ਵਿੱਚ ਨਹੀਂ ਆ ਸਕਦਾ, ਕੁਝ ਵੀ ਹੋ ਸਕਦਾ। ਅਕਾਲੀ ਦਲ ਜਾਂਦਾ ਰਿਹਾ, ਪਰ ਬਾਦਲ ਸਾਹਿਬ ਦੁਨੀਆ ਤੋਂ ਜਾ ਚੁੱਕੇ ਆ। ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਸਰਗਰਮੀ ਤਾਂ ਸ਼ੁਰੂ ਕੀਤੀ ਹੈ, ਪਰ ਜੇ ਆਪਾਂ ਕਹੀਏ ਕੋਈ ਠੋਸ ਪ੍ਰੋਗਰਾਮ ਕਿਸੇ ਇੱਕ ਮੁੱਦੇ ਦੇ ਉੱਤੇ ਪੰਜਾਬ ਦੇ ਲੋਕਾਂ ਦਾ ਜੇ ਧਿਆਨ ਆਪਣੇ ਵੱਲ ਖਿੱਚਿਆ ਹੋਵੇ, ਕੋਈ ਬਹੁਤ ਵੱਡੀ ਐਸੀ ਗੱਲ ਕੀਤੀ ਹੋਵੇ ਜਿਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਲੱਗੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਠੀਕ ਨਹੀਂ ਕਰ ਰਹੀ, ਪਰ ਸ਼੍ਰੋਮਣੀ ਅਕਾਲੀ ਦਲ ਉਹਨੂੰ ਬਹੁਤ ਚੰਗੇ ਤਰੀਕੇ ਅਪੋਜ਼ ਕਰ ਰਿਹਾ, ਉਹਦਾ ਵਿਰੋਧ ਕਰ ਰਿਹਾ, ਜਾਣੀ ਘੱਟੋ ਘੱਟ ਇੱਕ ਬਦਲ ਦੇ ਰੂਪ ਦੇ ਵਿੱਚ ਆਪਣੇ ਆਪ ਨੂੰ ਪੇਸ਼ ਕਰ ਸਕਿਆ ਹੋਵੇ ਅਕਾਲੀ ਦਲ, ਇਹ ਵੀ ਨਹੀਂ। ਕਾਂਗਰਸ ਪਾਰਟੀ ਵੱਲੋਂ ਭਾਵੇਂ ਉਹ ਵੜਿੰਗ ਸਾਹਿਬ ਨੇ, ਬਾਜਵਾ ਸਾਹਿਬ ਨੇ ਜਾਂ ਖਹਿਰਾ ਸਾਹਿਬ ਨੇ, ਉਹ ਲਗਾਤਾਰ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦੇ ਆ। ਹੁਣ ਉਹ ਆਪਣੇ ਆਪ ਉਹ ਪ੍ਰਕਾਸ਼ 'ਚ ਨੇ, ਇਕੱਠ ਵੀ ਕਰੀ ਜਾਂਦੇ ਆ, ਚਾਹੇ ਉਹਨਾਂ ਦੇ ਬੰਦੇ ਫੜ ਹੁੰਦੇ ਆ, ਚਾਹੇ ਵਿਜੀਲੈਂਸ ਦੇ ਦਫ਼ਤਰ ਮੂਹਰੇ ਨਾ ਜਾ ਕੇ ਬਹਿਣ, ਪਰ ਉਹਨਾਂ ਦੀ ਖਬਰ ਬਣਦੀ ਹੈ। ਸ਼੍ਰੋਮਣੀ ਅਕਾਲੀ ਦਲ ਇੱਕ ਤਾਂ ਹੁੰਦਾ ਨਾ ਕਿ ਤੁਸੀਂ ਆਪਣੇ ਆਪ ਨੂੰ ਉਭਾਰੋ। ਸ਼੍ਰੋਮਣੀ ਅਕਾਲੀ ਦਲ ਅਜੇ ਕਈ ਮੁੱਦਿਆਂ ਦੇ ਉੱਤੇ ਕਸੂਤਾ ਫਸਿਆ। ਗੁਰਬਾਣੀ ਪ੍ਰਸਾਰਣ ਵਾਲਾ ਮੁੱਦਾ, ਕਿੱਥੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਅਗਰੈਸਿਵ ਅਪਰੋਚ ਲੈਣੀ ਸੀ, ਬੜੀ ਹਮਲਾਵਰ ਸ਼ੈਲੀ ਅਪਣਾਉਣੀ ਸੀ ਸਰਕਾਰ ਦੇ ਖਿਲਾਫ। ਦੂਜੇ ਪਾਸੇ ਇੱਧਰਲੇ ਮੁੱਦਿਆਂ ਦੇ ਉੱਤੇ ਉਹਨਾਂ ਨੂੰ ਡਿਫੈਂਡ ਕਰਨਾ ਪੈ ਰਿਹਾ। ਹੁਣ ਸ਼੍ਰੋਮਣੀ ਅਕਾਲੀ ਦਲ ਅਜੇ ਤੱਕ ਲੱਗਦਾ ਨਹੀਂ ਕਿ ਆਪਣੇ ਬਲਬੂਤੇ ਬਹੁਤ ਜਲਦੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਪਕੜ ਬਣਾ ਲੂਗਾ, ਤੇ ਅਕਾਲੀ ਦਲ ਦੇ ਸਾਹਮਣੇ ਚੁਣੌਤੀ 2 ਲੋਕ ਸਭਾ ਦੀਆਂ ਸੀਟਾਂ ਬਚਾਉਣ ਦੀ ਵੀ ਹੈ, ਜਿਹਦਾ ਇਮਤਿਹਾਨ ਸਾਲ ਦੇ ਅੰਦਰ ਅੰਦਰ ਆਉਣਾ। ਤੇ ਜੇ ਅਕਾਲੀ ਦਲ ਉਹਨਾਂ 2 ਸੀਟਾਂ ਦੇ ਵਿੱਚੋਂ ਵੀ ਇੱਕ ਅੱਧੀ ਸੀਟ ਗਵਾ ਬੈਂਦਾ, ਸਾਡੇ ਵੱਲੋਂ ਤਾਂ 4 ਜਿੱਤੇ, ਪਰ ਜੇ ਗਵਾ ਬੈਂਦਾ ਤਾਂ ਫਿਰ ਲੋਕਾਂ ਦੇ ਮਨ ਦੇ ਵਿੱਚ ਅਸਰ ਕਿੱਦਾਂ ਦਾ ਪਊਗਾ। ਇਹਦੇ ਨਾਲ ਜੇ ਆਪਾਂ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ, ਬੀਜੇਪੀ ਨੇ ਬੜਾ ਕੁਛ ਕਰਕੇ ਦੇਖਿਆ। ਢੀਂਡਸਾ ਸਾਹਿਬ, ਕੈਪਟਨ ਸਾਹਿਬ ਅਜ਼ਮਾ ਲੈ, ਐਤਕੀ ਬੀਬੀ ਜਗੀਰ ਕੌਰ ਹੋਰਾਂ ਦੀ ਹਮਾਇਤ ਲੈ ਲਈ। ਸਿਮਰਜੀਤ ਸਿੰਘ ਬੈਂਸ ਹੋਰੀ ਕਹਿੰਦੇ ਸੀ ਕਿ ਬੀਜੇਪੀ ਨੂੰ ਜਲੰਧਰੋਂ ਜਿਤਾ ਕੇ ਮੈਂ ਫੇਰ ਲੁਧਿਆਣੇ ਮੁੜਨਾ ਹੈ, ਪਰ ਨੰਬਰ 4 ਆਇਆ। ਅਕਾਲੀ ਦਲ ਦੇ ਵਿੱਚੋਂ ਬੰਦੇ ਪੱਟ ਕੇ ਚਰਨਜੀਤ ਸਿੰਘ ਅਟਵਾਲ, ਇਕਬਾਲ ਸਿੰਘ ਅਟਵਾਲ, ਉਹ ਬੰਦੇ ਪੱਟ ਕੇ ਇੱਧਰਲੇ ਪਾਸੇ ਲਿਆਂਦੇ। ਇੱਕ ਵਿਧਾਨ ਸਭਾ ਹਲਕੇ ਦੇ ਉੱਤੇ 2-2, 3-3 ਲੀਡਰਾਂ ਦੀਆਂ ਡਿਊਟੀਆਂ ਲਾਈਆਂ ਕਿ ਤੁਸੀਂ ਉੱਥੇ ਬੈਠੇ ਰਹਿਣਾ। ਕੇਂਦਰ ਸਰਕਾਰ ਦੇ ਕਿੰਨੇ ਮੰਤਰੀ ਪ੍ਰਚਾਰ ਕਰਨਾ ਹੈ, ਪਰ ਨੰਬਰ 3 ਨਹੀਂ ਹੋ ਸਕਿਆ, ਨੰਬਰ 4 ਹੀ ਰਿਹਾ। ਇਸ ਕਰਕੇ ਕਿਤੇ ਨਾ ਕਿਤੇ ਬੀਜੇਪੀ ਨੂੰ ਵੀ ਲੱਗਦਾ ਕਿ ਅਸੀਂ, ਚਾਹੇ ਉਹ ਗੱਠਜੁੜ ਕਿਵੇਂ ਟੁੱਟਾ, ਕਿਹਨਾਂ ਹਾਲਾਤਾਂ 'ਚ ਟੁੱਟਾ, ਇੱਕ ਵੱਖਰੀ ਗੱਲ ਹੈ, ਪਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਬਦਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਹੀ ਬੰਦੇ ਲੈ ਕੇ ਉਹਨਾਂ ਨੇ ਪੈਦਾ ਕਰਨ ਦੀ ਸੋਚਿਆ ਸੀ, ਉਹ ਬਦਲ ਬਣ ਜ਼ਰੂਰ ਗਿਆ, ਪਰ ਉਹ ਬਦਲ ਥੋੜਾ ਜਿਹਾ ਛੋਟਾ ਰਹਿ ਗਿਆ, ਜਿਨ੍ਹਾਂ ਦੇ ਸਿਰ ਦੇ ਉੱਤੇ ਬੀਜੇਪੀ 2024 ਵਾਲਾ ਮਸਲਾ ਸ਼ਾਇਦ ਸਰ ਨਾ ਕਰ ਸਕੇ। ਪਰ ਮੈਨੂੰ ਲੱਗਦਾ ਬਾਟ ਸਾਹਿਬ ਵੀ
ਜੇ ਹੁਣ ਬੀਜੇਪੀ ਇਦਾਂ ਸੋਚਦੀ ਵੀ ਆ, ਜੇ ਨਹੀਂ ਆਪਾਂ ਬਿਲਕੁਲ ਇੱਕ ਵਾਰ ਫਿਰ ਕਹਿ ਦਈਏ ਵੀ ਨਾ ਬੀਜੇਪੀ ਵਾਲਿਆਂ ਦੇ ਅਸੀਂ ਗੱਠਜੋੜ ਕਰਨਾ, ਨਾ ਅਕਾਲੀ ਦਲ ਕਹਿੰਦਾ, ਇਹ ਸਿਰਫ ਅਸੀਂ ਗੱਲ ਕਰ ਰਹੇ ਹਾਂ ਜਿਹੜੀ ਅਫਵਾਹ ਜੀ ਸੋਸ਼ਲ ਮੀਡੀਆ 'ਤੇ ਤੁਰੀ ਫਿਰਦੀ ਵੀ ਗੱਠਜੋੜ ਹੋਣਾ। ਹੁਣ ਤੁਸੀਂ ਇਹ ਦੇਖੋ ਵੀ ਜਦੋਂ ਤੋਂ ਅਕਾਲੀ ਦਲ ਬੀਜੇਪੀ ਤੋਂ ਵੱਖ ਹੋਇਆ ਜਾਂ ਗੱਠਜੋੜ ਟੁੱਟਿਆ, ਉਦੋਂ ਤੋਂ ਜੇ ਆਪਾਂ ਵਿਰੋਧੀਆਂ ਦੇ ਹਮਲਿਆਂ ਦੀ ਗੱਲ ਕਰੀਏ, ਚਾਹੇ ਕਾਂਗਰਸ ਪਾਰਟੀ ਵੱਲੋਂ ਹੋਵੇ, ਚਾਹੇ ਆਮ ਆਦਮੀ ਪਾਰਟੀ ਕਰੇ, ਈਵਨ ਬੀਜੇਪੀ ਖੁਦ ਵੀ ਕਰੇ ਇਟਸੈਲਫ, ਉਹ ਪਿਛਲੇ 10 ਸਾਲਾਂ ਦੀ ਸਰਕਾਰ 'ਚ ਭਾਵੇਂ ਇਕੱਠੇ ਸੀ ਅਕਾਲੀ ਭਾਜਪਾ ਵਾਲੇ, ਪਰ ਉਹ ਸਾਰਾ ਕੁਛ ਅਕਾਲੀਆਂ ਦੇ ਸਿਰ ਪਾ ਦੇ, ਲੈ ਜੋ ਕੀਤਾ ਇਹਨਾਂ ਕੀਤਾ, ਸਾਡੀ ਤੇ ਕੋਈ ਗੱਲ ਹੀ ਨਹੀਂ। ਉਦੋਂ ਬਾਅਦ ਇਹ ਆ ਵੀ ਜੇ ਆਮ ਆਦਮੀ ਪਾਰਟੀ ਦੀ ਆਪਾਂ ਗੱਲ ਸੁਣੀਏ ਤੇ ਉਹ ਜੇ ਕਿਸੇ ਪਾਸਿਓਂ ਬੀਜੇਪੀ ਦੇ ਕੋਈ ਗੱਲ ਕਰਨੀ ਵੀ ਚਾਹਣ ਤੇ ਉਹ ਕੇਂਦਰ ਵਾਲੀਆਂ ਪਾਲਿਸੀਆਂ ਦੀ ਆਲੋਚਨਾ ਕਰ ਸਕਦੇ। ਪੰਜਾਬ ਦੇ ਵਿੱਚ ਉਹਨਾਂ ਨੂੰ ਕੋਈ ਖਾਸ ਨਹੀਂ ਲੱਭਦਾ ਵੀ ਬੀਜੇਪੀ ਨੇ ਆਹ ਕੀਤਾ। ਅਕਾਲੀ ਦਲ ਦੇ ਖਿਲਾਫ ਵੀ ਬੋਲਣ ਲਈ ਬਹੁਤ ਕੁਛ ਹੈ, ਕਾਂਗਰਸ ਦੇ ਖਿਲਾਫ ਬੋਲਣ ਲਈ ਬਹੁਤ ਕੁਛ ਹੈ, ਕਾਂਗਰਸ 'ਚੋਂ ਬੀਜੇਪੀ 'ਚ ਗਏ ਬੰਦਿਆਂ ਦੇ ਖਿਲਾਫ ਬੋਲਣ ਲਈ ਬਹੁਤ ਕੁਛ ਹੈ, ਪਰ ਬੀਜੇਪੀ ਐਜ਼ ਏ ਪਾਰਟੀ ਬੋਲਣ ਲਈ ਹੈ ਨਹੀਂ ਕੁਛ ਵੀ। ਹੁਣ ਗੱਲ ਇਹ ਵੀ ਜੇ ਗੱਠਜੋੜ ਹੋ ਜਾਂਦਾ ਤੇ ਗੱਠਜੋੜ ਹੁੰਦਿਆਂ ਸਾਰੀ ਉਹ ਜਿਹੜਾ ਪਿਛਲੇ 10 ਸਾਲ ਵਾਲੀ ਚਿੱਠੀ ਆ ਉਹ ਨਾਲ ਬੋਲਣ ਲੱਗ ਪੈਣੀ ਹੈ ਨਾ, ਉਹ ਉਧਰੋਂ ਟੇਪ ਲੱਗ ਜਾਣੀ ਹੈ। ਇੱਕ ਤੇ ਇਹ ਵੀ ਮੇਰਾ ਖਿਆਲ ਬੀਜੇਪੀ ਸੋਚੇ ਕਿ ਜੇ ਗੱਠਜੋੜ ਅਸੀਂ ਕਰਦੇ ਹਾਂ ਤੇ ਹੁਣ ਤੇ ਥੋੜ੍ਹਾ ਜਿਹਾ ਅਸੀਂ ਆਪਾਂ ਕਹਿੰਦੇ ਵੀ ਨਹੀਂ ਅਸੀਂ ਟਰਾਲੀ ਲਾਤੀ, ਸਾਡਾ ਟਰੈਕਟਰ ਇਕੱਲਾ, ਤੇ ਜੇ ਟਰੈਕਟਰ ਟਰਾਲੀ ਫੇਰ ਪੈ ਗਿਆ ਤੇ ਉਦੋਂ ਬਾਅਦ ਇਹਨਾਂ ਦਾ ਟਰੈਕਟਰ ਟਰਾਲੀ ਅਸੀਂ ਉੱਥੇ ਦੇਖਿਆ ਹੈ। ਦੂਜੀ ਗੱਲ ਜਿਹੜੀ ਤੁਸੀਂ ਕਹੀ ਨਾ ਕਿ ਵੀ ਬੰਦੇ ਵਿੱਚੋਂ ਖਿੱਚੇ ਕੱਢੇ, ਉਸ ਤੋਂ ਬਾਅਦ ਨਹੀਂ ਗੱਲ ਬਣੀ, ਮੈਨੂੰ ਇਹ ਲੱਗਦਾ ਕਿ ਵੀ ਉਹ ਗੱਲ ਠੀਕ ਆ ਤੁਹਾਡੀ ਵੀ ਬੰਦੇ ਖਿੱਚੇ ਵੀ ਕੱਢੇ ਵੀ, ਪਰ ਉਹ ਬੰਦੇ ਜਿੰਨੀਆਂ ਨਾ ਵੀ ਬਾਹਰ ਗਏ ਉਹਨਾਂ ਨੇ ਸਿਆਸਤ ਵਾਲੇ ਪਾਸੇ ਨਹੀਂ ਜਾਣ ਦੀ ਗੱਲ ਕੀਤੀ। ਉਹ ਗੱਲ ਜਿੰਨੀ ਵਾਰਾਂ ਵੀ ਕਰਦੇ ਸੀ ਉਹ ਗੱਲ ਕਰਦੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਚਾਹੇ ਢੀਂਡਸਾ ਸਾਹਿਬ ਹੋ ਗਏ, ਚਾਹੇ ਬੀਬੀ ਜਗੀਰ ਕੌਰ ਹੋ ਗਈ, ਜਾਂ ਜੇ ਆਪਾਂ ਦਿੱਲੀ ਵਾਲੇ ਲੀਡਰਾਂ ਦੀ ਗੱਲ ਕਰੀਏ ਤਾਂ ਉਹ ਵੀ DSGMC ਦੇ ਆਸ-ਪਾਸ ਹੈ ਨਾ। ਇਹਦਾ ਮਤਲਬ ਇਹ ਹੋ ਗਿਆ ਵੀ ਉਹ ਜਿਹੜੇ ਚਿਹਰੇ ਜੇ ਸਿੱਖ ਚਿਹਰੇ ਬਾਹਰ ਆਏ ਵੀ ਸੀ ਤੇ ਉਹ ਵੀ ਧਾਰਮਿਕ ਸਿਆਸਤ ਵਾਲੇ ਪਾਸੇ ਜਾਂ ਗੁਰਧਾਮਾਂ ਦੀ ਜਿਹੜੀ ਸਿਆਸਤ ਆ ਉਹਦੇ ਵਾਲੇ ਪਾਸੇ, ਹਾਲਾਂਕਿ ਉਹਨੂੰ ਸੇਵਾ ਕਹਿੰਦੇ ਨੇ। ਮੈਂ ਸੋਚਦਾ ਸੀ ਵੀ ਕਿਤੇ ਇੱਦਾਂ ਤਾਂ ਨਹੀਂ ਵੀ ਅਜੇ ਉਹ ਕਹਿੰਦੇ ਹੋਣ ਵੀ ਯਾਰ ਅਜੇ ਤੇ ਬੰਦੇ ਕੱਢੇ ਨਹੀਂ ਹੋਏ, ਤੇ ਜਸਟ ਆਉਣ ਵਾਲੇ ਦਿਨਾਂ ਦੀ ਗੱਲ ਹੈ ਜਦੋਂ ਸਿਰਫ ਸਿਆਸਤ ਵਾਲੇ ਕੱਢੇ ਜਾਣਗੇ, ਉਹ ਵੀ ਲੱਭ ਹੀ ਜਾਣਾ। ਜੇ ਕਾਂਗਰਸ ਪਾਰਟੀ ਜੋ ਕੈਪਟਨ ਸਾਹਿਬ ਜਾ ਸਕਦੇ ਆ ਤੇ ਅਕਾਲੀ ਦਲ ਚੋਂ ਕਿਹੜਾ ਬੰਦੇ ਜਾਣ ਨੂੰ ਤਿਆਰ ਨਹੀਂ ਹੋਣਗੇ, ਹੈ ਨਾ। ਅਗਲਿਆਂ ਨੂੰ ਤੇ ਕੁਰਸੀ ਚਾਹੀਦੀ। ਨਾਲੇ ਹੁਣ ਤੇ ਐਗਜ਼ਾਮਪਲ ਆਪਾਂ ਕੱਲ੍ਹ ਵੀ ਜ਼ਿਕਰ ਕਰਦੇ ਸੀ ਵੀ ਐਗਜ਼ਾਮਪਲ ਕਿੱਡੀ ਵੱਡੀ ਸੈੱਟ ਕਰਤੀ ਵੀ ਸਾਰੀ ਉਮਰ ਦੇ ਕਾਂਗਰਸੀ ਸੁਨੀਲ ਜਾਖੜ ਸਾਹਿਬ ਬੀਜੇਪੀ ਨੇ ਲੀਹ ਤੋੜ ਕੇ ਬੀਜੇਪੀ ਦੇ ਪ੍ਰਧਾਨ ਬਣਾ ਦਿੱਤਾ ਸੂਬੇ ਦੇ ਸਾਲ ਦੇ ਅੰਦਰ, ਹੈ ਨਾ। ਤੇ ਹੁਣ ਜੇ ਮੇਰੇ ਖਿਆਲ ਨਾਲ ਏਡੀਆਂ ਵੱਡੀਆਂ ਉਦਾਹਰਨਾਂ ਸੈੱਟ ਨੇ ਤੇ ਹੋ ਸਕਦਾ ਬੀਜੇਪੀ ਇਹ ਵੀ ਸੋਚੇ ਵੀ ਯਾਰ ਜੇ ਗੱਠਜੋੜ ਦੁਬਾਰਾ ਕਰਦੇ ਆ ਤੇ ਉਹ ਜਿਹੜੇ ਕਾਗਜ਼ਾਂ ਤੋਂ ਨਾਮ ਮਿਟਿਆ ਉਹ ਦੁਬਾਰਾ ਲਿਖਿਆ ਜਾਣਾ। ਨਹੀਂ ਠੀਕ ਹੈ ਸੰਧਾਲੀਆ ਸਾਹਿਬ। ਇੱਕ ਮੈਨੂੰ ਨਾ ਇਹਦੇ ਵਿੱਚ ਹੋਰ ਗੱਲ ਲੱਗਦੀ ਹੈ, ਬਹੁਤ ਸਾਰੇ ਲੋਕ ਹੋ ਸਕਦਾ ਕਹਿਣ ਕਿ ਨਾ ਜੀ ਅੱਜ ਗੱਠਜੋੜ ਕਰ ਲਿਆ ਤਾਂ ਜਵਾਬ ਕੀ ਦੇਣਾ। ਸ਼੍ਰੋਮਣੀ ਅਕਾਲੀ ਦਲ ਦੇ ਪੱਖ ਤੋਂ ਜੇ ਆਪਾਂ ਗੱਲ ਕਰੀਏ ਕਿ ਜੇ ਗੱਠਜੋੜ ਹੁੰਦਾ, ਦੇਖੋ ਇੱਕ ਤਾਂ ਝੰਡੀ ਵਾਲੀ ਕਾਰ ਮਿਲ ਸਕਦੀ ਹੈ, ਉਹ ਚਾਹੇ ਬੀਬੀ ਜੀ ਲੈ ਲੈਣ, ਚਾਹੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਲੈ ਲੈਣ। ਇੱਕ ਸੰਧਾਲੀਆ ਸਾਹਿਬ ਇਹਦੇ ਵਿੱਚ ਹੋਰ ਵੀ ਕੰਮ ਹੋ ਸਕਦਾ। ਅੱਜ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਇਹਨਾਂ ਦੋ ਲੀਡਰਾਂ ਤੋਂ ਬਿਨਾਂ ਕੋਈ ਮੈਂਬਰ ਪਾਰਲੀਮੈਂਟ ਨਹੀਂ, ਪਰ ਇਹ ਵੀ ਕੋਈ ਜ਼ਰੂਰੀ ਨਹੀਂ ਕਿ ਜੇ ਤੁਹਾਡੇ ਕੋਲੇ ਕੋਈ ਮੈਂਬਰ ਪਾਰਲੀਮੈਂਟ ਜਿਹੜਾ ਨਹੀਂ ਜਿੱਤਿਆ ਰਾਜ ਸਭਾ ਜਾਂ ਲੋਕ ਸਭਾ, ਉਹ ਮੰਤਰੀ ਨਹੀਂ ਬਣ ਸਕਦਾ। ਬਣ ਸਕਦੇ ਆ 6 ਮਹੀਨੇ ਲਈ ਤਾਂ ਘੱਟੋ ਘੱਟ ਬਣ ਸਕਦੇ ਆ। ਹੋ ਸਕਦਾ ਹੈ ਬੜੇ ਬੰਦੇ ਨੇ ਇਹਨਾਂ ਦੇ ਕੋਲੇ, ਪ੍ਰੇਮ ਸਿੰਘ ਚੰਦੂਮਾਜਰਾ ਸਾਹਿਬ ਨੇ, ਨਰੇਸ਼ ਗੁਜਰਾਲ ਸਾਹਿਬ ਨੇ, ਭੂੰਦੜ ਸਾਹਿਬ ਨੇ, ਕੋਈ ਵੀ ਚਿਹਰਾ ਹੋ ਸਕਦਾ। ਕਿਉਂਕਿ ਜਿਹੜਾ ਇੱਕ ਇਹ ਲੱਗਦਾ ਸੀ ਨਾ ਕਿ ਸਾਰਾ ਕੁਝ ਘਰੇ ਰੱਖਿਆ ਜਾ ਰਿਹਾ ਜੀ, ਉਸ ਚੀਜ਼ ਨੂੰ ਉਲਟਾਉਣ ਦੇ ਲਈ ਹੋ ਸਕਦਾ ਕਿ ਕੇਂਦਰ ਦੇ ਵਿੱਚ ਆਪਣੀ ਪ੍ਰਤੀਨਿਧਤਾ ਜਿਹੜੀ ਹੈ, ਜੇ ਇਹ ਗੱਠਜੋੜ ਹੁੰਦਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਉਧਰਲੇ ਪਾਸੇ ਉਹ ਕਿਸੇ ਹੋਰ ਨੂੰ ਵੀ ਦੇ ਸਕਦਾ ਹੈ। ਜੇ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਬੀਬੀ ਹਰਸਿਮਰਤ ਕੌਰ ਬਾਦਲ ਭੜਕ ਨੂੰ ਜੇ ਗੱਠਜੋੜ ਹੁੰਦਾ, ਇੱਕ ਤਾਂ ਕੁਰਸੀ ਮਿਲਣੀ ਹੈ, ਉਹ ਕੌਣ ਲੈਂਦਾ, ਇੱਕ ਤਾਂ ਅਕਾਲੀ ਦਲ ਦੇ ਕੋਲ ਤਾਕਤ ਆ ਸਕਦੀ ਹੈ। ਇਸ ਲਈ ਤਾਕਤ ਨਹੀਂ ਹੈ, ਜੇ ਆਪਾਂ ਕਹੀਏ ਪੰਜਾਬ ਦੇ ਵਿੱਚ ਨਹੀਂ ਹੈ, ਕੇਂਦਰ ਦੇ ਵਿੱਚ ਨਹੀਂ ਹੈ, ਤੇ ਬਿਨਾਂ ਤਾਕਤ ਤੋਂ ਸਿਆਸਤ ਕਰਨੀ ਅੱਜ ਕੱਲ੍ਹ ਪੰਜਾਬ ਦੇ ਵਿੱਚ ਭੂਰਾ ਔਖੀ ਹੋਈ ਹੈ, ਉਹ ਵੀ ਜਦੋਂ 10-10 ਸਾਲ ਲਗਾਤਾਰ ਸਰਕਾਰਾਂ ਹੰਢਾਈਆਂ ਹੋਣ। ਦੂਸਰਾ, ਇੱਕ ਅਕਾਲੀ ਦਲ ਦੀ ਇਸ ਵੇਲੇ ਲੋੜ ਥੋੜ੍ਹੀ ਜਿਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੱਖ ਤੋਂ ਵੀ ਹੈ, ਕਿਉਂਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਣੀ ਹੈ, ਉਹਦੇ ਵਿੱਚ ਵੀ ਬਹੁਤ ਕੁਝ ਕੇਂਦਰ ਸਰਕਾਰ ਦੇ ਹੱਥ 'ਚ ਹੈ। ਤੇ ਸਭ ਤੋਂ ਅਹਿਮ ਮੁੱਦਾ ਗੁਰਬਾਣੀ ਪ੍ਰਸਾਰਣ ਦਾ ਹੈ। ਗੁਰਬਾਣੀ ਪ੍ਰਸਾਰਣ ਵਾਲੇ ਮੁੱਦੇ ਤੇ ਜਿਸ ਤਰੀਕੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕੁਝ ਪਾਸ ਕੀਤਾ ਗਿਆ ਹੈ, ਉਹ ਭੜਕ ਨੂੰ ਰਾਜ ਸਭਾ ਦੇ ਵਿੱਚ ਜਾਣਾ, ਲੋਕ ਸਭਾ ਦੇ ਵਿੱਚ ਜਾਣਾ, ਜਾਂ ਜੇ ਕੋਈ ਅਮੈਂਡਮੈਂਟ ਹੋਣੀ ਹੋਈ ਜਾਂ ਕੇਂਦਰ ਸਰਕਾਰ ਵੱਲੋਂ ਕੋਈ ਨੱਕਾ ਨੁੱਕਾ ਲਾਉਣਾ ਜਾਂ ਨੱਕਾ ਤੋੜਨਾ ਹੋਇਆ, ਉਹ ਕੇਂਦਰ ਸਰਕਾਰ ਦੇ ਹੱਥ ਵੱਸ ਹੈ। ਹੋ ਸਕਦਾ ਹੈ ਕਿ ਕਿਉਂਕਿ ਅਕਾਲੀ ਦਲ ਨੂੰ ਵੀ ਪਤਾ ਹੈ ਕਿ ਜੇ SGPC ਉਹਨਾਂ ਦੇ ਕੋਲ ਹੈ ਤੇ ਅਕਾਲੀ ਦਲ ਹੈਗਾ ਤੇ ਅਕਾਲੀ ਦਲ ਦੀ ਮਜ਼ਬੂਤੀ ਹੈ, ਅਕਾਲੀ ਦਲ ਫਿਰ ਇੰਨਾ ਕੁੱਚਾ ਹੁੰਦਾ ਕਿ ਉੱਥੋਂ ਕਦੇ ਵੀ ਉੜ ਕੇ ਉਹ ਸੱਤਾ ਦੀ ਕੁਰਸੀ ਤੱਕ ਪਹੁੰਚ ਸਕਦਾ। ਤੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਰਹਿੰਦੀ ਤਾਂ ਫਿਰ ਉਹਨਾਂ ਦੇ ਕੋਲ SGPC ਤਾਂ ਰਹੇਗੀ। ਜੇ ਉਹਨਾਂ ਦੇ ਕੋਲ ਨਹੀਂ ਰਹਿੰਦੀ ਫਿਰ ਅਕਾਲੀ ਦਲ ਦੇ ਲਈ ਉਹ ਬਹੁਤ ਵੱਡਾ ਘਾਟਾ ਹੋਏਗਾ। ਉਧਰਲੇ ਪਾਸਿਓਂ ਵੀ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੇ ਮਨ ਦੇ ਵਿੱਚ ਹੋਵੇ ਕਿ ਪਾਈ ਹੋ ਜਾਏ। ਪਰ ਇੱਕ ਤੀਸਰੀ ਗੱਲ ਮੈਨੂੰ ਇਹ ਵੀ ਇਹ ਦੋਵਾਂ ਗੱਲਾਂ ਦੇ ਦੋ ਸਵਾਲ ਬਣਦੇ ਆ। ਆਜੋ, ਪਹਿਲਾ ਸਵਾਲ ਤੇ ਤੁਸੀਂ ਆਖਿਆ ਵੀ ਝੰਡੀ ਵਾਲੀ ਕਾਰ ਤੇ ਕੁਰਸੀ ਜੀ,
ਝੰਡੀ ਵਾਲੀ ਕਾਰ ਤੇ ਕੁਰਸੀ ਉਹਨਾਂ ਦੇ ਕੋਲ ਹੈ ਨਾ ਜਿਨ੍ਹਾਂ ਨੇ ਦੇਣੀ ਆ। ਤੇ ਇਹ ਕੋਈ ਜ਼ਰੂਰੀ ਥੋੜਾ ਵੀ ਪਾਰਟੀ ਨੂੰ ਦੇਣੀ ਆ। ਜਿਹੜੇ ਬੰਦੇ ਦਾ ਤੁਸੀਂ ਨਾਂ ਲਿਆ ਉਹਨਾਂ ਤੋਂ ਬਿਨਾਂ ਵੀ ਬੰਦੇ ਹੈਗੇ ਨੇ। ਠੀਕ ਹੈ, ਜੇ ਇਹਨਾਂ ਨੂੰ ਸਿੱਧਾ ਹੀ ਆਫਰ ਆ ਜਾਵੇ ਤੇ ਉਹ ਕਿਹੜਾ ਜਾਣਗੇ ਨਹੀਂ। ਠੀਕ ਹੈ, ਮੈਂ ਨਹੀਂ ਕਹਿੰਦਾ ਵੀ ਚਲੇ ਜਾਣਾ। ਜੇ ਲਾਲਚੀ ਇਸ ਲੈਵਲ ਅੱਗੇ ਮੈਂ ਤਦੇ ਜ਼ਿਕਰ ਕੀਤਾ ਨਾ ਵੀ ਅਗਲਿਆਂ ਦੀ ਕਿਸੇ ਵੇਲੇ ਹੁੰਦਾ ਨਾ ਵੀ ਬਜ਼ੁਰਗ ਦੇ ਨਾ ਜੇ ਖੀਸੇ 'ਚ ਕੁਛ ਨਾ ਕੁਛ ਹੁੰਦਾ ਤੇ ਨਿਆਣਿਆਂ ਦਾ ਵੀ ਬਾਪੂ ਆਇਆ ਸ਼ਹਿਰ ਵਿੱਚ ਕੁਛ ਹੈਗਾ ਹੀ, ਉਹਨਾਂ ਨੂੰ ਵੀ ਪਤਾ ਵੀ ਖੀਸੇ 'ਚ ਹੈਗਾ। ਤੇ ਜੇ ਨਿਆਣੇ ਨੂੰ ਪਤਾ ਵੀ ਖੀਸੇ 'ਚ ਹੈਗਾ ਤੇ ਉਹ ਹੁਣ ਉਹਦੀ ਮਰਜ਼ੀ ਆ ਨਾ ਵੀ ਉਹਨੇ ਕਿਹਨੂੰ ਦੇਣਾ। ਸੋ ਇਹ ਤੇ ਆਪਾਂ ਮਤ ਸੋਚੀਏ ਵੀ ਉਹਨਾਂ ਨੇ ਸੋਚਣਾ ਆ ਵੀ ਯਾਰ ਇਹ ਗੱਠਜੋੜ ਹੋਊਗਾ ਤੇ ਫਿਰ ਆਪਾਂ ਇਧਰਲੇ ਪਾਸੇ ਉਹ ਚੀਜ਼ ਦੇਣੀ ਆ। ਉਹ ਤੇ ਜੇ ਉਹਨਾਂ ਨੂੰ ਲੱਭ ਜਾਪਦਾ ਵੀ ਆਹ ਚੰਦ ਚਿਹਰੇ ਹੋ ਸਕਦੇ, ਕਿਸੇ ਨੂੰ ਟਿਕਟ ਦਾ ਲਾਲਚ, ਕਿਸੇ ਨੂੰ ਕੁਰਸੀ ਦਾ ਲਾਲਚ, ਕਿਸੇ ਨੂੰ ਝੰਡੀ ਵਾਲੀ ਕਾਰ ਦਾ ਲਾਲਚ, ਕੋਈ ਵੀ ABCD ਲਾਲਚ ਹੋ ਸਕਦਾ। ਦੂਜੀ ਜਿਹੜੀ ਤੁਸੀਂ ਗੱਲ ਕਰਦੇ SGPC ਵਾਲੀ, ਉਹ ਗੱਲ ਬਿਲਕੁਲ ਠੀਕ ਹੈ, ਲੋੜ ਹੈਗੀ ਆ। ਪਰ ਜਿਹੜੇ ਮੈਂ ਇਸ ਤੋਂ ਪਹਿਲਾਂ ਬੰਦੇ 2-3 ਗਣਾਏ ਨੇ ਜਿਹੜੇ ਗਏ ਹੀ ਇਸੇ ਕਰਕੇ ਵੀ ਅਸੀਂ SGPC ਵਾਲੇ ਪਾਸੇ ਜਾਣਾ, ਫਿਰ ਉਹਨਾਂ ਨੂੰ ਕੋਈ ਜਵਾਬ ਦੇਣਾ ਵੀ ਯਾਰ ਤੁਸੀਂ ਚੰਗੇ ਬੰਦੇ, ਅਸੀਂ ਪਹਿਲਾਂ ਉੱਧਰੋਂ ਵੀ ਬੁਰੇ ਬਣੇ, ਹੁਣ ਤੁਸੀਂ ਵੇ ਬੰਦੇ ਲਿਆਣ ਕੇ ਦੂਸਰੇ ਪਾਸੇ ਲਾਤੇ। ਨਹੀਂ ਤੁਸੀਂ ਇਹ ਦੇਖੋ ਨਾ, ਗੱਲ ਤੁਹਾਡੀ ਠੀਕ ਹੈ ਕਿ ਭਾਈ ਢੀਂਡਸਾ ਸਾਹਿਬ ਕੀ ਕਰਨਗੇ, ਬੀਬੀ ਜਗੀਰ ਕੌਰ ਹੋਰੀ ਕੀ ਕਰਨਗੇ। ਪਰ ਜੇ ਇਦਾਂ ਹੁੰਦਾ ਤਾਂ ਮੈਨੂੰ ਐਂ ਲੱਗਦਾ ਸੰਧਾਲੀਆ ਸਾਹਿਬ ਜਿਹੜੀ ਰੇਸ਼ੋ ਜੀ ਕੱਢ ਰਹੇ ਸੀ ਨਾ ਕਿ ਭਾਈ ਭਾਰਤੀ ਜਨਤਾ ਪਾਰਟੀ ਨੂੰ ਕੀ ਲੱਭੂ, ਸ਼੍ਰੋਮਣੀ ਅਕਾਲੀ ਦਲ, ਕਿਉਂਕਿ BJP ਦੇ ਕੋਲ ਕੇਂਦਰ ਦੀ ਸਰਕਾਰ ਹੈ, ਉਹਨਾਂ ਦੇ ਕੋਲ ਹਰਿਆਣੇ ਦੇ ਵਿੱਚ ਸਰਕਾਰ ਹੈ, ਉਹ ਰਾਜਸਥਾਨ ਦੇ ਵਿੱਚ ਆਸ ਕਰਦੇ ਆ ਕਿ ਸਾਡੀ ਸਰਕਾਰ ਹੋਏਗੀ। ਜੰਮੂ ਕਸ਼ਮੀਰ ਦੇ ਵਿੱਚ ਜਿਸ ਤਰੀਕੇ ਉਹ ਸੂਬਿਆਂ ਦੀ ਤੋੜ ਭੰਨ ਹੋਈ ਹੈ, BJP ਦੇ ਕੋਲ ਬਹੁਤ ਕੁਛ ਹੈ, ਸ਼੍ਰੋਮਣੀ ਅਕਾਲੀ ਦਲ ਦੇ ਕੋਲ ਕੁਛ ਨਹੀਂ। ਹੁਣ ਜੇ ਕੋਈ ਬੰਦਾ ਆਖੇ BJP ਕਿਉਂ ਗੱਠਜੋੜ ਕਰੇ, ਵੀ BJP ਨੂੰ ਕੀ, ਦੇਖੋ BJP ਦੇ ਲਈ ਇੱਕ ਲੋਕ ਸਭਾ ਦੀ ਸੀਟ ਕੀਮਤੀ ਹੈ। ਜੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਰਲਦੇ ਆ, ਪੰਜਾਬ ਦੇ ਵਿੱਚੋਂ 5-4 ਸੀਟਾਂ, 2-3 ਸੀਟਾਂ ਜਿੰਨੀਆਂ ਵੀ ਆ ਜੇ ਕੱਢਦੇ ਆ, ਉਹ ਕਰਨਾਟਕ ਜਾਂ ਹਿਮਾਚਲ ਦੀਆਂ ਜਿਹੜੀਆਂ 4 ਸੀਟਾਂ ਦਾ ਘਾਟਾ ਪੈ ਰਿਹਾ ਹੈ ਇਸ ਵੇਲੇ ਲੱਗਦਾ ਹੈ, ਉਹਨੂੰ ਪੂਰਾ ਕਰਨ ਦਾ ਇੱਕ ਯਤਨ ਹੋਏਗਾ। ਕੁਝ ਜਿਹੜੀਆਂ ਵਿਰੋਧੀ ਧਿਰਾਂ ਦੇਸ਼ ਦੇ ਵਿੱਚ ਇਕੱਠੀਆਂ ਹੋ ਰਹੀਆਂ BJP ਦੇ ਖਿਲਾਫ ਕਿ ਕੋਈ ਹੋਰ ਧਿਰ ਉਧਰਲੇ ਪਾਸੇ ਨਾ ਜਾਵੇ, ਉਹ ਉਧਰਲੇ ਪਾਸਿਓਂ ਉਹ ਯਤਨ ਤੋੜਨ ਦਾ ਹੋਏਗਾ। ਤੀਸਰੇ ਪਾਸੇ ਮੈਨੂੰ ਐਂ ਲੱਗਦਾ ਸੰਧਾਲੀਆ ਸਾਹਿਬ, ਕੋਈ ਬੰਦਾ ਕਹੇ ਜੀ ਅਕਾਲੀ ਬਿਲਕੁਲ ਨਹੀਂ ਇੱਦਾਂ ਕਰਨਗੇ, ਮੈਨੂੰ ਐਂ ਲੱਗਦਾ ਕਿ ਜੇ ਇਹ ਗੱਠਜੋੜ ਹੁੰਦਾ ਹੈ ਤਾਂ 23-46 ਸੀਟਾਂ ਤੱਕ ਵੀ BJP ਜਾ ਸਕਦੀ ਹੈ। ਮੈਂ ਇਹ ਮੰਨ ਕੇ ਚੱਲਦਾ ਕਿ 46 ਸੀਟਾਂ ਤੱਕ ਵੀ ਸ਼੍ਰੋਮਣੀ ਅਕਾਲੀ ਦਲ ਛੱਡਣ ਨੂੰ ਤਿਆਰ ਹੋ ਜੂ ਕੱਲ੍ਹ ਨੂੰ। ਹੁਣ ਕਿਉਂਕਿ ਉਹਨਾਂ ਨੇ ਵੀ ਬਸਪਾ ਦੇ ਨਾਲ ਗੱਠਜੋੜ ਕਰਕੇ ਦੇਖ ਲਿਆ ਨਾ ਕਿ ਲੱਭਦਾ ਕੀ ਹੈ। ਹੁਣ ਜੇ 46 ਇੱਧਰ ਹੁੰਦੇ ਆ ਤੇ ਉਧਰਲੇ ਪਾਸੇ 71 ਫਿਰ ਵੀ ਹੋਣੀਆਂ। ਅਕਾਲੀ ਦਲ ਦੇ ਕੋਲੇ ਹੋਏਗਾ ਕਿ 59 ਦੇ ਉੱਤੇ ਬਹੁਮਤ ਹੈ, ਸਾਡੇ ਕੋਲੇ ਫਿਰ ਵੀ ਉਹਨਾਂ ਲੱਗੂਗਾ ਕਿ 12 ਸੀਟਾਂ ਵੱਧ ਨੇ, ਕਿ ਜੇ ਸਾਡੇ 2 4 5 7 8 ਉਮੀਦਵਾਰ ਹਰਦੇ ਵੀ ਹੈ ਤੇ ਅਸੀਂ ਤਾਂ ਵੀ ਜੇ ਹੰਭਲਾ ਮਾਰੀਏ ਤਾਂ ਸਰਕਾਰ ਆਪਣੇ ਆਪ ਜਿਹੜੀ ਉਹ ਸਾਡੀ ਬਣ ਸਕਦੀ ਹੈ। ਦੂਸਰੇ ਪਾਸੇ ਇਹ ਵੀ ਲੱਗਦਾ ਹੈ ਕਿਉਂਕਿ BJP ਨੂੰ ਹੋਊਗਾ, ਉਹਨਾਂ ਨੂੰ ਲੋਕ ਸਭਾ 'ਚ ਲੋੜ ਹੈ, ਅਕਾਲੀ ਦਲ ਨੂੰ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੋੜ ਹੈ। ਹੁਣ BJP ਵਾਲੇ 3 ਸੀਟਾਂ ਲੜਦੇ ਆ 13 ਚੋਂ, ਮੈਨੂੰ ਐਂ ਲੱਗਦਾ ਉਹ 5 ਤੱਕ ਵੀ ਅੱਪੜ ਸਕਦੇ ਆ, ਕਿਉਂਕਿ ਅਕਾਲੀ ਦਲ ਦੇ ਕੋਈ ਔਖਾ ਵੀ ਨਹੀਂ। ਲੁਧਿਆਣੇ ਵਾਲੀ ਸੀਟ ਅਕਾਲੀ ਦਲ ਨੇ ਆਖਰੀ ਵਾਰੀ ਕਦੋਂ ਜਿੱਤੀ ਸੀ? 2 ਵਾਰੀ ਤਾਂ ਬਿੱਟੂ ਸਾਹਿਬ ਹੀ ਜਿੱਤ ਗਏ। ਜਲੰਧਰ ਵਾਲੀ ਸੀਟ ਅਕਾਲੀ ਦਲ ਨੇ ਆਖਰੀ ਵਾਰੀ ਕਦੋਂ ਜਿੱਤੀ ਸੀ? ਬੜਾ ਚਿਰ ਹੋ ਗਿਆ ਅਕਾਲੀ ਦਲ ਨੇ ਜਿੱਤੀ ਹੋਈ ਨਹੀਂ ਸੀਟ ਇਹ। ਹੁਣ ਇਹਨਾਂ ਦੋਨਾਂ ਥਾਵਾਂ ਦੇ ਉੱਤੇ ਜੇ ਭਲਕ ਨੂੰ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਆ ਕਿ ਭਾਈ ਆਪਾਂ ਤਾਂ ਬੈਂਸ ਸਾਹਿਬ ਨੂੰ ਚੋਣ ਲੜਾਉਣੀ ਹੈ, ਇੱਕ ਪਾਸੇ ਬੈਂਸ ਸਾਹਿਬ ਦੀ ਤਾਕਤ ਹੋਵੇ, ਦੂਜੇ ਪਾਸੇ BJP ਦੀ ਤਾਕਤ ਹੋਵੇ, ਤੀਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਤਾਕਤ ਹੋਵੇ, ਜੇ ਹੋ ਜਾਂਦੀ ਹੈ ਤਾਂ ਤੁਸੀਂ ਦੇਖੋ ਲੁਧਿਆਣੇ ਦੇ ਨਤੀਜੇ ਕਿੱਧਰ ਨੂੰ ਜਾਣਗੇ। ਇੱਦਾਂ ਹੀ ਕੁਛ ਨਾ ਕੁਛ ਜਲੰਧਰ ਦੇ ਵਿੱਚ, ਜਾਣੀ ਅਕਾਲੀ ਦਲ ਜੇ ਸੀਟਾਂ ਤੋਂ ਵੱਧ ਛੱਡ ਵੀ ਦਿੰਦਾ, ਪਤਾ ਉਹਨਾਂ ਨੂੰ ਅੰਦਰ ਖਾਤੇ ਹੈਗਾ, ਤਾਂ ਨੁਕਸਾਨ ਕੋਈ ਨਹੀਂ, ਕਿਉਂਕਿ ਉਹ ਸੀਟਾਂ ਜੇਤੂ ਸ਼੍ਰੇਣੀ ਦੇ ਵਿੱਚ ਹੈ ਹੀ ਨਹੀਂ ਉਹਨਾਂ ਦੇ ਲਈ। ਜੀ ਗੱਲ ਤੁਹਾਡੀ ਠੀਕ ਹੈ। ਦੇਖੋ ਇਹ ਤੇ ਹੁਣ ਕੈਲਕੂਲੇਸ਼ਨ ਤੇ ਭਾਈ ਉਹਨਾਂ ਕਰਨੀ ਜਿਨ੍ਹਾਂ ਦੀ ਪਾਰਟੀ ਹੈ। ਆਪਾਂ ਦੋਵੇਂ ਭਰਾ ਐਵੇਂ ਤੁਹਾਨੂੰ ਪੁੱਛਿਆ ਨਹੀਂ ਉਹਨਾਂ ਨੇ, ਆਪਾਂ ਦੋਵੇਂ ਭਰਾ ਐਵੇਂ ਮੱਥਾ ਪੱਚੀ ਕਰੀਏ। ਨਹੀਂ ਮੈਨੂੰ ਪੁੱਛਿਆ ਸੀ, ਮੈਨੂੰ ਕਹਿੰਦੇ ਵੀ ਕਿਸ ਤਰ੍ਹਾਂ ਕਰਨਾ ਹੈਗਾ। ਮੈਂ ਕਿਹਾ ਵੀ ਫਿਲਹਾਲ ਤੇ ਮੇਰੇ ਕੋਲ ਟਾਈਮ ਹੈ ਨਹੀਂ, ਮੈਂ ਗੱਡੀ ਤੋਂ ਜਾਵਾਂ। ਤੇ ਤੁਸੀਂ ਜਿਸ ਤਰ੍ਹਾਂ ਕਰਨਾ ਉਸ ਤਰ੍ਹਾਂ ਫਿਰ ਮੈਂ ਅੱਜ ਰੋਟੀਆਂ ਪਕਾ ਗੱਡੀ ਤੋਂ ਅਜੇ ਦਾਲ ਦੂਲ ਦਾ ਵੀ ਕਰਨਾ, ਕੋਈ ਸਬਜ਼ੀ ਭਾਜੀ ਤਰਕਾਰੀ ਵੀ ਲੈਣੀ ਆ ਵੀਰ ਮੇਰੇ, ਸਫਾਈਆਂ ਕਰਨੀਆਂ ਹੈਗੀਆਂ ਜੀ। ਅੱਛਾ ਚਲੋ ਇਹ ਤੇ ਹੁਣ ਮੇਰਾ ਖਿਆਲ ਸਮਾਂ ਦੱਸੂਗਾ ਵੀ ਕੀ ਬਣਦਾ ਕੀ ਨਹੀਂ ਬਣਦਾ। ਇਹਦੇ 'ਚ ਮੇਰਾ ਖਿਆਲ ਇੱਕ ਆਖਰੀ ਐਂਗਲ ਰਹਿ ਗਿਆ, ਉਹ ਇੱਕ ਮੈਂ ਦੱਸਣਾ, ਇੱਕ ਤੁਸੀਂ ਦੱਸਣਾ। ਹਾਂ, ਉਹ ਐਂਗਲ ਇਹ ਆ, ਪਹਿਲਾਂ ਜਦੋਂ BJP ਸੀ ਉਦੋਂ BJP ਹੋਰ ਹੁੰਦੀ ਸੀ, ਹੁਣ BJP ਕੁਛ ਹੋ ਰਿਹਾ। ਜੇ ਇਹਨੂੰ ਹੋਰ ਦੇ ਹਿਸਾਬ ਨਾਲ ਬੰਦਾ ਦੇਖੇ ਤੇ ਇਹ ਨਹੀਂ ਮੈਂ ਕਹਿੰਦਾ ਵੀ ਉਹ ਅੱਗੇ ਨਾਲੋਂ ਵਿਸ਼ਾਲ ਹੋ ਗਈ, ਤਕੜੀ ਹੋ ਗਈ, ਬੜੀ ਤਾਕਤ ਆ ਗਈ, ਤਜਰਬਾ ਆ ਗਿਆ, ਉਹ ਨਹੀਂ। BJP ਦੇ ਚਿਹਰੇ ਬਦਲ ਗਏ। ਪਹਿਲੀ ਗੱਲ ਤੇ ਪ੍ਰਧਾਨ ਹੀ ਬਦਲ ਗਏ। ਪ੍ਰਧਾਨ ਸੁਨੀਲ ਜਾਖੜ ਸਾਹਿਬ ਜ਼ਰੂਰ ਨੇ, ਪਰ ਪ੍ਰਧਾਨ ਸੁਨੀਲ ਜਾਖੜ ਸਾਹਿਬ ਦੀ ਪੰਜਾਬ ਦੇ ਵਿੱਚ ਉਹਨਾਂ ਲਈ ਉਹਨਾਂ ਨੇ ਪ੍ਰਧਾਨ ਚੇਂਜ ਕਰਤਾ, ਪਰ ਪੰਜਾਬੀਆਂ ਲਈ ਉਹ ਕਾਂਗਰਸ ਪਾਰਟੀ ਤੋਂ ਆਏ ਨੇ। ਦੂਸਰੇ ਪਾਸੇ ਜਿਹੜੇ ਗਾਂ ਹੋਰ ਚਿਹਰੇ ਨੇ, ਜਿਹਦੇ ਵਿੱਚ ਆਉਂਦੇ ਟਾਈਮ ਦੇ ਵਿੱਚ ਮੰਨ ਲਓ ਵੀ ਆਪਾਂ ਇਹ ਮੰਨ ਕੇ ਚੱਲਦੇ ਹਾਂ ਵੀ 2027 ਦੀਆਂ ਇਲੈਕਸ਼ਨਾਂ ਹੋ ਗਈਆਂ, ਅਕਾਲੀ ਭਾਜਪਾ ਬਹੁਮਤ ਜਿਹੜਾ ਜਿੱਤ ਗਿਆ, ਤੇ ਹੁਣ ਮੁੱਖ ਮੰਤਰੀ ਕਿਹਨੂੰ ਬਣਾਉਣਾ? ਸੁਨੀਲ ਜਾਖੜ ਸਾਹਿਬ ਨੂੰ, ਸੁਖਬੀਰ ਬਾਦਲ ਸਾਹਿਬ ਨੂੰ, ਕਿ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ? ਸੋਚਣ ਵਾਲੀ ਗੱਲ ਆ ਨਾ। ਹੁਣ ਕੈਪਟਨ ਅਮਰਿੰਦਰ ਸਿੰਘ ਵੀ BJP ਦੇ ਨਾਲ ਨੇ, ਬੈਂਸ ਭਰਾ ਵੀ ਉੱਧਰ ਸਾਥ ਦੇ ਚੁੱਕੇ ਨੇ। ਉਦੋਂ ਤੱਕ ਜਾਂਦਾ ਪਤਾ ਨਹੀਂ ਕਿਹੜੇ ਚਿਹਰੇ ਨੇ ਹੋਰ ਪਾਸੇ ਉਸ ਪਾਸੇ ਚਲੇ ਜਾਣਾ। ਸੋ BJP ਪਹਿਲਾਂ ਨਾਲੋਂ ਇੱਕ ਵੱਖਰਿਆਂ ਚਿਹਰਿਆਂ ਦੇ ਨਾਲ ਹੁਣ ਉਹਨੇ ਆਉਣਾ। ਉਹ ਸਾਰੇ ਚਿਹਰੇ ਆਪਸ ਦੇ ਵਿੱਚ ਕਿੰਨਾ ਸੈੱਟ ਬਹਿੰਦੇ ਆ, ਉਹਨਾਂ ਦੀ ਸਿਆਸਤ ਦੀ ਕਿੰਨੀ ਕੁ ਟਿਊਨਿੰਗ ਬਹਿੰਦੀ ਆ। ਪਲੱਸ ਵੱਡੀ ਗੱਲ ਇਹ ਕਿ ਵੀ ਉਹਨਾਂ ਦੀ ਸਾਰੀ ਟਿਊਨਿੰਗ ਨੂੰ ਸਟੇਜ 'ਤੇ ਬੈਠਿਆਂ ਨੂੰ, ਜਿਹੜੀ ਪਾਰਟੀ ਹੁਣ ਰਾਜ ਕਰਦੀ ਹੈ ਤੇ ਜਿਹੜੀ ਪਾਰਟੀ ਨੂੰ ਰਾਜ ਕਰਨ ਵਾਲੇ ਲੀਡਰ ਸਾਹਿਬ ਨੇ, ਭਗਵੰਤ ਮਾਨ ਸਾਹਿਬ,
ਉਹ ਬਾਅਦ ਦੇ ਵਿੱਚ ਫਿਰ ਕਿਹੜੀ ਹਿਸਾਬ ਨਾਲ ਉਹਨਾਂ ਦੀਆਂ ਗੱਲਾਂ ਕਰਦੇ ਆ, ਉਹਨੂੰ ਪੰਜਾਬੀ ਕੀ ਰਿਸਪੌਂਸ ਦੇਣਗੇ, ਇਹ ਹੁਣ ਟਾਈਮ ਨੇ ਦੱਸਣਾ। ਇਹ ਗੱਲ ਤੁਹਾਡੀ ਠੀਕ ਹੈ ਸੰਧਾਲੀਆ ਸਾਹਿਬ। ਮੈਂ ਆਖਰੀ ਗੱਲ ਇਹ 'ਤੇ ਕਰਦਾ ਜਾਵਾਂ ਕਿ ਜੇ ਗੱਠਜੋੜ ਹੁੰਦਾ ਹੈ, ਸ਼੍ਰੋਮਣੀ ਅਕਾਲੀ ਦਲ ਦੇ ਲਈ ਜ਼ਰੂਰੀ ਹੈ ਕਿ ਜੇ ਉਹਨਾਂ ਨੇ ਲਾਹਾ ਲੈਣਾ ਹੈ, ਪੰਜਾਬ ਦਾ ਕੋਈ ਇੱਕ ਮੁੱਦਾ ਜਿਹੜਾ ਪੰਜਾਬ ਦੇ ਲੋਕਾਂ ਨਾਲ ਜੁੜਿਆ ਹੋਵੇ, ਜਿਹੜਾ ਪੁਰਾਣਾ ਹੋਵੇ, ਜਿਹੜਾ ਲੋਕਾਂ ਨਾਲ ਸਿੱਧਾ ਵਾਬਸਤਾ ਰੱਖਦਾ ਹੋਵੇ, ਉਹ ਮੁੱਦਾ ਹੱਲ ਕਰਾ ਕੇ, ਕਿਉਂਕਿ ਜੇ ਕੋਠੇ ਤੇ ਚੜ੍ਹਨਾ ਪੌੜੀ ਦੀ ਲੋੜ ਹੁੰਦੀ ਹੈ, ਛਾਲ ਮਾਰ ਕੇ ਨਹੀਂ ਚੜ੍ਹਿਆ ਜਾਂਦਾ। ਇਸ ਕਰਕੇ ਕੋਈ ਨਾ ਕੋਈ ਮੁੱਦਾ ਪੌੜੀ ਬਣਾਉਣਾ ਪਊਗਾ। ਐਵੇਂ ਗੱਠਜੋੜ ਕਰਨ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਾਹਮਣੇ ਸਵਾਲ ਬਹੁਤ ਹੋਣਗੇ, ਚਾਹੇ ਉਹ ਬੰਦੀ ਸਿੰਘਾਂ ਦਾ ਮੁੱਦਾ ਹੈ, ਚਾਹੇ ਪੰਜਾਬ ਦਾ ਪੇਂਡੂ ਵਿਕਾਸ ਫੰਡ ਦਾ ਮੁੱਦਾ ਕਿਉਂ ਨਹੀਂ, ਚਾਹੇ ਕੋਈ ਵੱਡਾ ਪ੍ਰੋਜੈਕਟ ਲਿਆਉਣ ਦਾ ਮੁੱਦਾ ਕਿਉਂ ਨਹੀਂ, ਚਾਹੇ ਪੰਜਾਬ ਦੇ ਕਰਜ਼ ਦਾ ਮੁੱਦਾ ਹੀ ਕਿਉਂ ਨਹੀਂ। ਕੋਈ ਇੱਕ ਚੀਜ਼ ਹੱਲ ਕਰਾਓ, ਚਾਹੇ ਇੱਕ ਅੱਧੀ ਫਸਲ ਦੇ ਉੱਤੇ MSP ਕਿਉਂ ਨਹੀਂ। ਕੋਈ ਇੱਕ ਮੁੱਦਾ ਹੱਲ ਕਰਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਇੱਕ ਰੀਜ਼ਨ ਹੋਏਗਾ, ਇੱਕ ਤਰਕ ਹੋਏਗਾ ਕਿ ਭਾਈ ਆਹ ਅਸੀਂ ਗੱਲ ਕਰਾ ਲਈ ਹੈ, ਜਿਹੜੇ ਖੇਤੀ ਕਾਨੂੰਨ ਦੇ ਇਹਨਾਂ ਨੇ ਪਹਿਲਾਂ ਹੀ ਕਰਤੇ, ਜਿਹਦੇ ਮੁੱਦਿਆਂ ਦੇ ਉੱਤੇ ਰੌਲਾ ਪਿਆ ਸੀ, ਤੇ ਪੰਜਾਬ ਕਿਉਂਕਿ ਵਿੱਤੀ ਤੌਰ ਦੇ ਉੱਤੇ ਬਹੁਤ ਸੰਕਟ ਦੇ ਵਿੱਚ ਹੈ, ਤੇ ਸਾਨੂੰ ਲੱਗਿਆ ਕਿ ਕੰਮ ਇੱਥੋਂ ਹੱਲ ਹੋਣਾ। ਨਹੀਂ, ਵੱਡੀ ਗੱਲ ਤਾਂ ਇਹ ਕੀਤੀ ਹੈ ਕਿ ਜਿਹੜਾ ਸਪੈਸ਼ਲ ਸਟੇਟਸ ਸੀਗਾ ਬੜੇ ਰਾਜਾਂ ਕੋਲੇ ਆਲਰੇਡੀ ਹੈਗਾ, ਐਂਡ ਪੰਜਾਬ ਨੂੰ ਉਹਦਾ ਨੁਕਸਾਨ ਵੀ ਹੋਇਆ ਪਿਆ। ਇੰਡਸਟਰੀ ਵਾਲੇ ਚੁੱਕਦੇ ਨੇ, ਝੋਲਾ ਲੱਦਦੇ ਨੇ ਟਰੱਕ ਤੇ ਨਾਲ ਦੇ ਸੂਬਿਆਂ 'ਚ, ਤੇ ਬੜੇ ਚਿਰ ਤੋਂ ਸਰਕਾਰਾਂ ਇਸ ਚੀਜ਼ ਦੇ ਬਾਰੇ ਰੋਂਦੀਆਂ ਵੀ ਪਈਆਂ ਵੀ ਯਾਰ ਪੰਜਾਬ ਨੂੰ ਕਿਉਂ ਨਹੀਂ ਤੁਸੀਂ ਕਰਦੇ, ਵੀ ਆਂਢ ਗੁਆਂਢ ਨੂੰ ਇੰਡਸਟਰੀ ਤੁਰੀ ਜਾਂਦੀ, ਉਹ ਅਗਲਿਆਂ ਦੀ ਤਾਂ ਘੁੱਗੀ ਚੱਲਣੀ ਉੱਥੇ ਪੇਜ ਦੇ ਉੱਪਰ ਵੀ ਲਓ ਜੀ ਵਿਸ਼ੇਸ਼ ਦਰਜਾ ਪੰਜਾਬ ਨੂੰ ਵੀ ਦਿੱਤਾ ਜਾਂਦਾ ਹੈ। ਸਹੀ ਗੱਲ, ਇੰਨੀ ਕੁ ਗੱਲ ਕਿਤੇ ਹੋ ਜਾਵੇ ਤੇ ਉਦੋਂ ਬਾਅਦ ਉਹਨਾਂ ਕੋਲ ਵੀ ਕਹਿਣ ਨੂੰ ਹੋਊਗਾ ਕੁਛ। ਅਸੀਂ ਤਾਂ ਦੇਖੋ ਹੋ ਸਕਦਾ ਵੀ ਇੱਕ ਬੇਨਤੀ ਆਪਾਂ ਇਹ ਵੀ ਕਰੀਏ, ਚਲੋ ਲੀਡਰ ਸਾਹਿਬਾਨ ਵੀ ਜੇ ਕੋਈ ਸੁਣਦਾ ਹੋਊਗਾ ਸ਼ਾਇਦ, ਤੇ ਜਿਹੜੇ ਆਮ ਬੰਦੇ ਪਰਿਵਾਰ ਦੇ ਜੀ ਸੁਣਦੇ ਨੇ, ਤੁਸੀਂ ਬੜੇ ਹੋ, ਇਹ ਤੁਸੀਂ ਸਕੀਮ ਦੇਖੋ, ਅਸੀਂ ਤਾਂ ਸਕੀਮ ਪੰਜਾਬ ਦੇ ਹੱਕ 'ਚ ਲਾਉਂਦੇ ਯਾਰ, ਇਹਦਾ ਭਲਾ ਹੋਣਾ ਚਾਹੀਦਾ। ਜੇ ਸਿੰਪਲ ਜੀ ਗੱਲ ਹੈ ਵੀ ਅਗਲਾ ਕਹਿੰਦਾ ਵੀ ਮੈਂ ਪੰਜਾਬ ਦੀ ਰਾਜ ਕਰਨ ਵਾਲੀ ਗੱਦੀ ਤੇ ਬਹਿਣਾ, ਅਸੀਂ ਨਾ ਵੀ ਬਹੋ, ਪਰ ਪਹਿਲਾਂ ਪੰਜਾਬ ਦਾ ਭਲਾ ਕਰੋ। ਤੇ ਅਸੀਂ ਨਾਲ ਹੀ ਬਹੁਜਨ ਸਮਾਜ ਪਾਰਟੀ ਤੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਕਹਿੰਦੇ ਕਿ ਤੁਸੀਂ ਆਪੋ ਆਪਣੀ ਪਾਰਟੀ ਦੀ ਮੀਟਿੰਗ ਕਰੋ। ਅਸੀਂ ਨਹੀਂ ਕਹਿੰਦੇ ਗੱਠ ਜੁੜੇ ਹੋ ਚੱਲਿਆ ਜਾਂ ਕਿਵੇਂ ਆ, ਪਰ ਤੁਹਾਡੇ ਕੋਲੇ ਬਦਲਵੇਂ ਪ੍ਰਬੰਧ ਜ਼ਰੂਰੀ ਹੋਣੇ ਚਾਹੀਦੇ ਆ। ਇਹ ਬੜੀ ਮਤਲਬ ਸਾਫ਼ ਜੀ ਤੁਸੀਂ ਗੱਲ ਕੀਤੀ, ਜੇ ਇਹਨੂੰ ਪਿੰਡਾਂ ਵਾਲੀ ਭਾਸ਼ਾ ਕਹਿਣਾ, ਵੀਰ ਤੁਸੀਂ ਆਪਣਾ ਵੀ ਸੋਚੋ ਹੁਣ। ਤੁਸੀਂ ਆਪਣਾ ਨਹੀਂ, ਮੈਂ ਤਾਂ ਬਰਾਤੇ ਉਹਨਾਂ ਦੇ ਨਾਲ ਚੱਲ ਜਾਣਾ, ਤੁਸੀਂ ਦੇਖੋ ਵੀ ਬੱਸੇ ਜਿੱਦਾਂ ਨਾ ਮਤਲਬ ਕੋਈ ਵੇਲਾ ਵਾਹਵਾ 1.5 ਮਹੀਨਾ ਪਹਿਲਾਂ ਤੋਂ ਰਿਆਂ ਸਲਾਹਾਂ ਹੁੰਦੀਆਂ, ਫਿਰ ਉਦੋਂ ਫਿਰ ਆਪਾਂ ਸਾਂਝੀ ਸੁੰਮੋ ਕਰ ਲਾਂਗੇ, ਚੱਲ ਚੱਲਾਂਗੇ ਹਨਾ। ਤੇ ਮੁੜ ਕੇ ਜਿਹਨੇ ਕੀਤੀ ਹੁੰਦੀ ਜਿਹੜਾ ਮੌਕਾ, ਨਹੀਂ ਫਿਰ ਮੈਂ ਤੇ ਉਹਨਾਂ ਨਾਲ ਬਹਿ ਜਾਣਾ ਕਾਰ, ਫਿਰ ਤੁਸੀਂ ਹੁਣ ਵੇਖ ਲਓ ਕਿੱਦਾਂ ਤੁਸੀਂ ਆਪਣਾ ਦੇਖ ਲਓ, ਫਲਾਨਿਆਂ ਦੀ ਗੱਡੀ ਜਾਣੀ, ਉਹਨਾਂ ਨੂੰ ਪੁੱਛ ਲਓ, ਇੱਕ ਅੱਧੀ ਸਵਾਰੀ ਤਾਂ ਲੈ ਹੀ ਜਾਣਗੇ ਤੁਹਾਡੀ, ਆਉਂਦੇ ਹੋਏ ਆਪਾਂ ਇਕੱਠੇ ਆ ਜਾਾਂਗੇ। ਚਲੋ ਸੰਧਾਲੀਆ ਸਾਹਿਬ, ਗੱਠਜੋੜ ਹੁੰਦਾ ਕਿ ਨਹੀਂ ਹੁੰਦਾ, ਪਰ ਜੇ ਗੱਠਜੋੜ ਹੁੰਦਾ, ਪੰਜਾਬ ਦੀ ਰਾਜਨੀਤੀ ਜਿਹੜੀ ਹੈ ਉਹਦੇ ਵਿੱਚ ਤਬਦੀਲੀ ਆਊਗੀ, ਕੁਝ ਪਾਰਟੀਆਂ ਤਾਂ ਜਾਣਗੀਆਂ, ਕੁਝ ਥੱਲੇ ਆਉਣਗੀਆਂ, ਤੇ ਫਿਰ ਹੀ ਸਮਝੌਤਾ ਜਿਹੜਾ ਹੁੰਦਾ। ਤੇ ਦੂਸਰੇ ਪਾਸੇ ਜੇ ਆਪਾਂ ਚੱਲੀਏ ਤਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰੀ ਫੇਰ ਤੱਤੇ ਹੋ ਗਏ। ਵਿਜੀਲੈਂਸ ਵਾਲਿਆਂ ਨੇ ਸੱਦੇ ਸੀ, 3 ਘੰਟੇ ਸਵਾਲਾਂ ਦੇ ਜਵਾਬ ਦਿੱਤੇ। ਇੰਨਾ ਚੰਗਾ ਕਿ ਚੰਨੀ ਸਾਹਿਬ ਜਾਂਦੇ ਜ਼ਰੂਰ ਹੈ, ਉਹਦੇ ਤੋਂ ਵੀ ਅਗਲੀ ਗੱਲ ਕਿ ਆਣ ਕੇ ਪੱਤਰਕਾਰਾਂ ਨਾਲ ਗੱਲ ਜ਼ਰੂਰ ਕਰਦੇ ਆ। ਉਹ ਕਹਿੰਦੇ ਯਾਰ ਬਦਨਾਮ ਕਰੀ ਜਾਂਦੇ ਹੋ, ਐਵੇਂ ਗੱਲ ਕੋਈ ਵੀ ਨਹੀਂ, ਗੋਲੀ ਮਾਰ ਦਿਓ ਬਾਹਲੀ ਗੱਲ ਆ ਤਾਂ। ਜਾਣੀ ਉਹ ਕਹਿੰਦੇ ਜੀ ਆ ਜਿਹੜੀ 1.5-200 ਕਰੋੜ ਦੀ ਪ੍ਰਾਪਰਟੀ ਕੱਢੀ ਫਿਰਦੇ ਆ ਨਾ, ਹੈ ਹੀ ਨਹੀਂ ਕੁਛ ਵੀ। ਕਹਿੰਦੇ ਘਰ ਵੇਚ ਕੇ ਤਾਂ ਇਲੈਕਸ਼ਨ ਲੜੀ ਹੈ, ਨਾਲੇ ਖਰਚਾ ਵੀ ਦੁੱਗਣਾ ਹੋਇਆ ਨਾ ਸੰਧਾਲੀਆ ਸਾਹਿਬ, ਐਤਕੀ 2 ਸੀਟਾਂ ਸੀ, ਪੈਂਡਾ ਵੀ ਵਾਹਵਾ ਪੈ ਜਾਂਦਾ ਸੀ ਵਿੱਚ ਦੀ। ਹੁਣ ਉਹ ਕਹਿੰਦੇ ਜੀ ਇਦਾਂ ਦੀ ਕੋਈ ਗੱਲ ਨਹੀਂ, ਐਵੇਂ ਕਹਿੰਦੇ ਜੀ ਇਹ ਤੀਜੇ ਚੌਥੇ ਦਿਨ ਖੱਪ ਪਾ ਬਹਿੰਦੇ ਆ, ਇਹਨਾਂ ਦਾ ਕੰਮ ਸਿਰਫ ਤੇ ਸਿਰਫ ਮੈਨੂੰ ਬਦਨਾਮ ਕਰਨਾ ਹੈ। ਮੇਰੇ ਕੋਲੋਂ ਜਿਹੜੇ ਵੀ ਕੋਈ ਡਾਕੂਮੈਂਟ ਮੰਗੇ ਮੈਂ ਇਹਨਾਂ ਨੂੰ ਪ੍ਰੋਵਾਈਡ ਕਰਾਤੇ ਆ, ਹੈ ਇਹਨਾਂ ਦੇ ਕੋਲੇ ਕਹਿੰਦੇ ਕੱਖ ਨਹੀਂ। ਤੇ ਨਾਲੇ ਉਹ ਕਹਿੰਦੇ ਜੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜੀ ਮੈਂ ਪ੍ਰਾਪਰਟੀ ਆਪਣੀ ਐਫੀਡੈਵਿਟ ਦੇ ਵਿੱਚ ਇਲੈਕਸ਼ਨ ਵੇਲੇ ਲਿਖ ਕੇ ਦਿੱਤੀ ਹੈ, ਉਹਦੇ ਨਾਲ ਜੋ ਕੁਛ ਵੀ ਵਾਧੂ ਹੈ ਮੈਂ ਸਰਕਾਰ ਨੂੰ ਦੇ ਦੂੰ। ਇਹ ਆਫਰ ਤੇ ਉਹ ਪਹਿਲਾਂ ਵੀ ਦੇ ਚੁੱਕੇ ਆ, ਹੁਣ ਉਹਨਾਂ ਨੇ ਫਿਰ ਦਿੱਤਾ। ਐਂਡ ਹੁਣ ਤੇ ਮੇਰਾ ਖਿਆਲ ਇਸ ਮੀਟਿੰਗ ਦੇ ਵਿੱਚ ਤੇ ਉਹ ਕਹਿੰਦੇ ਵੀ ਉਹ ਕਾਗਜ਼ ਪੱਤਰ ਜਿਹੜੇ ਪਹਿਲਾਂ ਰਹਿ ਗਏ ਸੀ ਉਹ ਵੀ ਸਾਰੇ ਲੈ ਕੇ ਗਏ ਨੇ, ਲਿਖਤੀ ਜਾਇਦਾਦ, ਕਿਉਂਕਿ ਉਦੋਂ ਕਹਿੰਦੇ ਨੇ ਵੀ ਉਹ ਬਹੁਤ ਸਾਰੇ ਸਵਾਲ ਉਹਨਾਂ ਨੇ ਦਿੱਤੇ ਨੇ ਨਾਲ, ਪਰਫਾਰਮਾ ਦਿੱਤਾ ਹੈ ਵੀ ਉੱਪਰ ਸਵਾਲ ਹੋਏਗਾ, ਉਹਦੇ 3-4 ਲਾਈਨਾਂ ਹੋਣਗੀਆਂ, ਉਹਦੇ ਵਿੱਚ ਪ੍ਰੋਪਰ ਜਵਾਬ ਹੋਏਗਾ ਉਹਦਾ, ਸਾਰੇ ਸਵਾਲਾਂ ਦੇ ਜਵਾਬ ਤੇ ਉਹ ਲਿਖ ਕੇ ਲੈ ਗਏ। ਚੰਗੀ ਗੱਲ ਮੈਂ ਨਾ ਵੀ ਡਾਕੂਮੈਂਟੇਸ਼ਨ ਸਾਰੀ ਉਹਨਾਂ ਨੇ ਪੂਰੀ ਕਰ ਦਿੱਤੀ। ਮੈਨੂੰ ਲੱਗਦਾ ਵੀ ਚੰਨੀ ਸਾਹਿਬ ਜਿੱਦਾਂ ਹੁਣ ਹਰੇਕ ਮੀਟਿੰਗ ਤੇ ਜਾਣਾ, ਜਾਂ ਕਹਿ ਲਓ ਕਿ ਵੀ ਜਦੋਂ ਸੱਦਿਆ ਜਾਣਾ ਉਦੋਂ ਆਉਣਾ, ਮੀਡੀਆ ਨਾਲ ਗੱਲ ਕਰਨੀ ਜ਼ਰੂਰੀ ਨਾ ਸਮਝਣ। ਹੋ ਸਕਦਾ ਕੋਈ ਬੰਦਾ ਆਖੇ ਯਾਰ ਇੱਦਾਂ ਕਿੱਦਾਂ, ਹੁਣ ਮੀਡੀਆ ਨੂੰ ਬਾਈਟ ਤੇ ਚਾਹੀਦੀ ਹੈ ਨਾ, ਅਸੀਂ ਵੀ ਤੇ ਖਬਰ ਲਾਉਣੀ ਹੈ। ਉਹ ਯਾਰ ਮੈਨੂੰ ਲੱਗਦਾ ਹੁੰਦਾ ਵੀ ਇਹ ਜਿਹੜੀ ਗੋਲੀ ਮਾਰਨ ਵਾਲੀ ਗੱਲ, ਮੈਨੂੰ ਮਾਰ ਦਿਓ ਗੱਲ, ਇਹੀ ਗੱਲਾਂ ਇਸ ਤੋਂ ਪਹਿਲਾਂ ਮੈਨੂੰ ਨੇ ਕਈ ਵਾਰਾਂ ਕੀਤੀਆਂ। ਮੈਨੂੰ ਜਾਪਦਾ ਹੁੰਦਾ ਵੀ ਜੇ 1 ਵਾਰ 2 ਵਾਰ 3 ਵਾਰ ਜਿੰਨੀ ਵਾਰ ਵੀ ਵਿਜੀਲੈਂਸ ਵਾਲਿਆਂ ਦੀ ਸੰਤੁਸ਼ਟੀ ਨਹੀਂ ਹੁੰਦੀ ਵੀ ਆਹ ਦੇਖੋ ਜੀ ਤੁਸੀਂ ਫਲਾਨੀ ਗੱਲ ਕਰਦੇ ਹੋ, ਵੀ ਆਹ 100 ਰੁਪਈਆ ਇੱਥੋਂ ਆਇਆ, ਤੁਸੀਂ 50 ਕਹਿੰਦੇ ਹੋ, ਇਹ 50 ਮੇਰਾ ਕਰਜ਼ਾ, ਮੇਨ ਤਾਂ ਹਿਸਾਬ ਹੀ ਰਲਾਉਣਾ, ਵੀ ਉਹ ਹਿਸਾਬ ਸਾਰਾ ਰਲਾ ਕੇ ਉਸ ਤੋਂ ਬਾਅਦ ਜਿੱਦਣ ਕਲੀਅਰ ਹੋ ਜੇ ਨਾ ਕੰਮ, ਉਦੋਂ ਠੋਕ ਕੇ ਪ੍ਰੈਸ ਕਾਨਫਰੰਸ ਕਰਨ ਵੀ ਆਹ ਦੇਖੋ ਜੀ ਇੰਨੀ ਵਾਰ ਮੈਨੂੰ ਸੱਦਿਆ, ਇੰਨਾ ਕੁਛ ਮੇਰੇ ਕੋਲੋਂ ਪੁੱਛਿਆ, ਆਹ ਸਵਾਲ ਸੀ, ਆਹ ਮੈਂ ਉਹਦੇ ਜਵਾਬ ਦਿੱਤੇ, ਆਹ ਦੋਸ਼ ਲੱਗੇ ਸੀ, ਅਸਲ ਸੱਚ ਆਹ ਸੀ, ਤੇ ਆਹ ਮੈਂ ਲੋਕੋ ਤੁਹਾਡੇ ਸਾਹਮਣੇ ਰੱਖਤਾ। ਮੈਨੂੰ ਲੱਗਦਾ ਵੀ ਉਹਦੇ ਨਾਲ ਪ੍ਰਭਾਵ ਜ਼ਿਆਦਾ ਪਊਗਾ। ਹੁਣ ਜੇ ਹਰੇਕ ਵਾਰ ਉਹ ਆਉਣਗੇ, ਹਰੇਕ ਵਾਰ ਗੋਲੀ ਮਾਰ ਦਿਓ, ਮੈਨੂੰ ਬਦਨਾਮ ਕਰਦੇ ਨੇ, ਮੇਰੇ ਕੋਲ ਹੈ ਕੁਛ ਨਹੀਂ, ਮੈਂ ਤੇ ਕਰਜ਼ਾਈ ਹਾਂ,
ਉਹ ਲੋਕਾਂ ਦਾ ਵੀ ਧਿਆਨ ਹੁੰਦਾ ਵੀ ਯਾਰ ਉਹਨਾਂ ਨੇ ਕੀ ਪੁੱਛਣਾ ਤੇ ਇਹਨਾਂ ਨੇ ਕੀ ਦੱਸਣਾ। ਮੈਂ ਅਸਹਿਮਤੀ ਪ੍ਰਗਟ ਕਰਦਾ ਹਾਂ। ਤੁਸੀਂ ਕਰੋ, ਤੁਹਾਡਾ ਹੱਕ ਹੈ, ਲੋਕਤੰਤਰ ਹੈ। ਲੋਕਤੰਤਰ। ਉਹਦਾ ਕਾਰਨ ਪਤਾ ਕੀ ਹੈ? ਮੈਂ ਜਿੰਨੀ ਵਾਰ ਵੀ ਚੰਨੀ ਸਾਹਿਬ ਨੂੰ ਵਿਜੀਲੈਂਸ ਦਫ਼ਤਰ ਦੇ ਵਿੱਚੋਂ ਜਾਂਦੇ ਤੇ ਮੁੜ ਕੇ ਬਾਹਰ ਆਉਂਦੇ ਦੇਖਿਆ, ਲੰਘਣ ਥੋੜ੍ਹਾ ਕੋਈ ਪੱਤਰਕਾਰ ਦਿੰਦੇ ਆ, ਉਹ ਜਾਣੀ 25-26 ਡੰਡੇ ਮਾਈਕ ਵਾਲੇ ਉਹਨਾਂ ਦੇ ਮੂਹਰੇ ਹੁੰਦੇ ਆ। ਤੇ ਜੇ ਹੁਣ ਚੰਨੀ ਸਾਹਿਬ ਬੋਲ ਕੇ ਜਾਂਦੇ ਆ, ਫੇਰ ਤੁਸੀਂ ਕਹਿੰਦੇ ਹੋ ਕਿ ਭਾਈ ਉਹ ਐਂ ਕਹਿੰਦੇ ਆ, ਜੇ ਨਾ ਬੋਲ ਕੇ ਜਾਣ ਫਿਰ ਸਵਾਲੋਂ ਸੇ ਬਚਕਰ ਨਿਕਲਤੇ ਹੋਏ। ਮੈਂ ਤਾਂ ਜਦੋਂ ਪਿਛਲੀ ਵਾਰ ਬੋਲੇ ਆਪਾਂ ਉਦੋਂ ਵੀ ਨਹੀਂ ਕਿਹਾ ਜੀ, ਕਿਉਂਕਿ ਕਾਰਨ ਹੁੰਦਾ ਵੀ ਯਾਰ ਅਗਲੇ ਨੂੰ ਉਹੀ ਗੱਲਾਂ ਤੁਸੀਂ ਵਾਰ-ਵਾਰ ਪੁੱਛੇਗੇ ਵੀ ਉੱਥੇ ਕਿਹੜਾ ਵੀ ਕੋਈ ਨਵੀਂ ਮੱਝ ਲਿਆਂਦੀ ਪਿਆ ਯਾਰ, ਹੁਣ ਅੱਜ ਕੀ ਰੇਟ ਲੱਗਾ ਵੀ ਅੱਜ ਕਿਹੜਾ 7 ਮਰਲੇ 8 ਹੋ ਗਏ। ਆਹੋ, ਹੈ ਨਾ। ਇਹਦਾ ਮਤਲਬ ਇਹ ਹੋ ਗਿਆ ਵੀ ਜੇ ਅਗਲਾ ਕੋਈ ਪੁੱਛਦਾ ਵੀ ਆ ਵੀ ਅੱਖ ਵੀ ਨੋ ਕਮੈਂਟਸ, ਆਪਾਂ ਕੋਈ ਨਹੀਂ ਅਗਲੀ ਨਾਲ। ਵਿਜੀਲੈਂਸ ਵਾਲੇ ਕੋ ਕੰਮ ਬੜਾ ਸੰਧਾਲੀਆ ਸਾਹਿਬ ਹੁਣ ਕਹਿੰਦੇ ਆ ਕਿ ਪਟਿਆਲਾ ਇਲਾਕੇ ਤੋਂ ਪਹਿਲਾਂ ਸ਼ਹਿਰੀ ਤੋਂ ਤੇ ਫਿਰ ਦਿਹਾਤੀ ਤੋਂ MLA ਬਣ ਕੇ ਮੰਤਰੀ ਬਣਦੇ ਰਹੇ ਬ੍ਰਹਮ ਮਹਿੰਦਰਾ ਸਾਹਿਬ। ਐਤਕੀ ਤਾਂ ਉਹਨਾਂ ਨੇ ਆਪਣੇ ਬੇਟੇ ਮੋਹਿਤ ਮਹਿੰਦਰਾ ਨੂੰ ਇਲੈਕਸ਼ਨ ਲੜਾਈ ਸੀ। ਕੈਪਟਨ ਸਾਹਿਬ ਦੇ ਵਜ਼ਾਰਤ ਦੇ ਵਿੱਚ ਵੀ ਉਹ ਰਹੇ। ਜਦੋਂ ਮੰਤਰੀ ਮੰਡਲ ਕੈਪਟਨ ਸਾਹਿਬ ਦਾ ਬਣਿਆ ਸੀ ਪਹਿਲੀ ਵਾਰੀ, ਤਾਂ ਉਦੋਂ ਕਹਿੰਦੇ ਸੀ ਨਾ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਹੋਰੀ ਡਿਪਟੀ ਹੋ ਸਕਦੇ ਆ। ਤਾਂ ਮੁੜ ਕੇ ਸਹੁੰ ਵੀ ਉਹਨਾਂ ਨੂੰ ਤੀਜੇ ਨੰਬਰ ਤੇ ਚੁਕਾ ਕੇ ਵਿੱਚ ਬ੍ਰਹਮ ਮਹਿੰਦਰਾ ਸਾਹਿਬ ਨੂੰ ਚੁਕਾਈ ਸੀ ਦੂਜੇ ਨੰਬਰ ਤੇ। ਉਹ ਬ੍ਰਹਮ ਮਹਿੰਦਰਾ ਸਾਹਿਬ ਨੂੰ ਵਿਜੀਲੈਂਸ ਵਾਲੇ ਹੁਣ ਸੱਦ ਲੈਂਦੇ ਆ ਵੀ ਆਓ ਚਾਹ ਦਾ ਕੱਪ ਪੀ ਜਿਓ, ਛੱਕ ਜੋ ਕੋਈ, ਨਾਲੇ 2-2 ਬਿਸਕੁਟ ਖਾਵਾਂਗੇ, ਨਾਲੇ ਥੋੜ੍ਹੀ ਜਿਹੀਆਂ ਗੱਲਾਂ ਬਾਤਾਂ ਪੁੱਛਣ ਵਾਲੀਆਂ। ਬ੍ਰਹਮ ਮਹਿੰਦਰਾ ਸਾਹਿਬ ਆਇਓ। ਹੁਣ ਕਹਿੰਦੇ ਕਿ ਉਹਨਾਂ ਦਾ ਇੱਕ ਫਾਰਮ ਹਾਊਸ ਹੈ, ਉੱਥੇ ਵਿਜੀਲੈਂਸ ਵਾਲੇ ਟਾਈਮ ਨਹੀਂ ਚੱਲ ਗਏ, ਫੀਤੇ ਉਹਨਾਂ ਦੇ ਕੋਲ, ਰਜਿਸਟਰ ਕੋਲ, ਪੈਨ ਕੋਲ, ਜਿੱਦਾਂ ਇੱਕ ਦਰਜੀ ਭਾਅ ਨਹੀਂ ਕਰਦੇ ਹੁੰਦੇ ਕਿ ਭਾਈ ਆ ਇੱਧਰਲੇ ਪਾਸਿਓਂ ਆ ਇੰਨਾ ਜੀ ਰੱਖ ਦੇਣਾ ਆ, ਮੋਹਰੀ ਇੰਨੀ ਰੱਖਣੀ ਹੈ, ਇੱਧਰਲੇ ਪਾਸਿਓਂ ਮੋਢੇ ਇੰਨੇ ਕੁ ਰੱਖਣੇ ਆ, ਕਾਲਰ ਦਾ ਨਾਪ ਲੈ ਕੇ। ਤਾਂ ਉੱਥੇ ਇੱਕ ਦੀ ਡਿਊਟੀ ਹੁੰਦੀ, ਮੇਰਾ ਕਿ ਪੈਨ ਫੜ ਕੇ ਮੈਂ ਲਿਖਣਾ, ਅੱਛਾ ਜੀ, ਅੱਛਾ 23.5 25 125, ਠੀਕ ਹੈ 125 ਕਰ ਦਿਓ। ਉੱਦਾਂ ਹੀ ਉਹ ਕਹਿੰਦੇ ਜੀ ਕੁਝ ਬੰਦਿਆਂ ਨੇ ਰਜਿਸਟਰ ਫੜੇ ਸੀ, ਕੁਝ ਇੱਕ ਨੇ ਫੀਤੇ ਫੜੇ ਸੀ, ਤੇ ਉੱਥੇ ਜਾ ਕੇ ਕੱਲੀ ਚੀਜ਼ ਆ ਦੇਖੋ, ਇਹ ਫਿਰ ਗ੍ਰੇਨਾਈਟ ਕਿਹੜਾ ਲੱਗਾ, ਇਹ ਦੇਖੋ ਜੀ ਵਾਸ਼ ਬੇਸਿਨ ਕਿੰਨੇ ਕੁ ਦਾ ਲੱਗਦਾ, ਕੰਪਨੀ ਦੇਖੋ ਕਿਹੜੀ ਹੈ, ਕਰੋਕਰੀ ਕਿੱਦਾਂ ਦੀ ਪਈ ਹੈ। ਤੇ ਉਹ ਸਾਰਾ ਹਿਸਾਬ ਕਿਤਾਬ ਜਿਹਾ ਲਾ ਕੇ ਮਸਲਾ ਉਹੀ, ਵਸੀਲੇ ਕਿੰਨੇ ਸੀ ਤੇ ਆਮਦਨ ਕਿੰਨੀ ਸੀ ਤੇ ਪ੍ਰਾਪਰਟੀ ਕਿੰਨੀ ਬਣਾਈ। ਤੇ ਪਤਾ ਇਹ ਵੀ ਲੱਗਾ ਕਿ ਜਿਹੜਾ ਇੱਕ ਫਾਰਮ ਬੜਾ ਮਸ਼ਹੂਰ ਜਿਹਾ ਹੁੰਦਾ ਸੀ ਚੰਡੀਗੜ੍ਹ ਦੇ ਨੇੜੇ, ਜਿਹਨੂੰ ਸਿਸਵਾ ਫਾਰਮ ਕਹਿੰਦੇ ਸੀ, ਉਹਦੇ ਤੋਂ 5-7 ਕਿਲੋਮੀਟਰ ਦੀ ਦੂਰ ਹੀ ਆ ਬ੍ਰਹਮ ਮਹਿੰਦਰਾ ਸਾਹਿਬ ਦਾ ਫਾਰਮ। ਨਹੀਂ ਵੈਸੇ ਉਸ ਏਰੀਏ 'ਚ ਵਾਹਵਾ ਫਾਰਮ ਬਣੇ ਨੇ। ਪਿਛਲੇ ਦਿਨੀ ਜਿਹੜਾ ਮੇਰਾ ਖਿਆਲ ਆਪਣੇ ਕਿੱਕੀ ਢਿੱਲੋਂ ਸਾਹਿਬ ਵਾਲਾ ਫਾਰਮ ਸੀ, ਉਹ ਵੀ ਉਧਰਲੀ ਏਰੀਏ 'ਚ ਮਿਣਦੇ ਸੀ ਕਿਤੇ, ਅਦਾਲਤ 'ਚ ਉਹ ਵੀ ਗਏ ਆ। ਹਾਂ, ਤੇ ਇੱਧਰੋਂ ਵੀ ਹੁਣ ਚਲੋ ਜੇ ਉਸ ਫਾਰਮ ਦੀ ਗਿਣਤੀ ਹੋਈ, ਅਸੀਂ ਨਹੀਂ ਆਂਦੇ ਵੀ ਭਾਈ ਸਾਹਿਬ ਉਹਦੇ 'ਚ ਕਿਸੇ ਨੇ ਕੋਈ ਬਾਤ ਘੱਟ ਕੀਤੀ ਹੈ, ਪਰ ਜੇ ਕੀਤੀ, ਸਵਾਲ ਉਹੀ ਆਉਂਦਾ ਵੀ ਜੇ ਕੀਤੀ ਆ, ਫਿਰ ਜਿੱਦਾਂ ਭਗਵੰਤ ਮਾਨ ਸਾਹਿਬ ਕਹਿੰਦੇ ਵੀ ਮੈਂ ਕੋਈ ਬੰਦਾ ਨਹੀਂ ਛੱਡਣਾ ਜਿਹਨੇ ਰੁਪਈਆ ਖਾਧਾ ਜੀ, ਤੇ ਮੈਂ ਕੋਈ ਬੰਦਾ ਨਹੀਂ ਛੱਡਣਾ ਜਿਹਦਾ ਮੈਂ ਨਾਂ ਨਹੀਂ ਲਊਂਗਾ ਵੀ ਉਹਨੇ ਇੱਥੇ ਆਹ ਕੁਛ ਕੀਤਾ। ਤੇ ਆਪਾਂ ਇਹ ਬੇਨਤੀ ਕਰਦੇ ਹਾਂ ਵੀ ਬਿਲਕੁਲ ਇਦਾਂ ਕੀਤਾ ਜਾਣਾ ਚਾਹੀਦਾ, ਜਿਹੜੇ ਬੰਦੇ ਨੇ ਕੁਛ ਗਲਤ ਕੀਤਾ ਉਹਨੂੰ ਸਜ਼ਾ ਮਿਲੇ ਜੀ, ਜਿਹੜੇ ਬੰਦੇ ਨੇ ਨਹੀਂ ਕੀਤਾ ਉਹਦੇ ਲਈ ਬਦਲਾਖੋਰੀ ਨਾ ਹੋਵੇ। ਕਿਉਂਕਿ ਕਾਰਨ ਇਹ ਆ ਵੀ ਇਹ ਹੁਣ ਆਪਾਂ ਜੇ 2023 'ਚ ਚੱਲਦੇ ਪਏ, ਤੁਸੀਂ 2024 ਲੰਘ ਜਾਣਾ, ਉਸ ਤੋਂ ਬਾਅਦ 25 26 ਤੱਕ ਜਾਂਦਿਆਂ ਸਥਿਤੀਆਂ ਬਦਲ ਜਾਣੀਆਂ ਨੇ, ਕਿਉਂਕਿ ਬਾਕੀਆਂ ਨੇ ਵੀ ਅਗਰੈਸਿਵ ਹੋ ਜਾਣਾ ਵੀ ਹੁਣ 27 'ਚ ਇਲੈਕਸ਼ਨ ਹੈ, ਵੇਖੀ ਹੁਣ ਆਪਾਂ ਵੱਟ ਕਿੱਦਾਂ ਕੱਢਦੇ। ਐਂਡ ਉਦੋਂ ਤੱਕ ਇਹ ਜਿਹੜੇ ਹੁਣ ਕੇਸ ਚੱਲਦੇ ਨੇ, ਜਾਂਚਾਂ ਚੱਲਦੀਆਂ ਨੇ, ਇਹਨਾਂ 'ਚੋਂ ਵੀ ਬਹੁਤਿਆਂ ਦੇ ਨਤੀਜੇ ਆ ਜਾਣੇ, ਲਗਭਗ ਨੇੜੇ ਲੱਗ ਜਾਣੇ। ਕੋਈ ਹੋ ਸਕਦਾ ਫਸ ਜੇ, ਕੋਈ ਹੋ ਸਕਦਾ ਬਚ ਜਾਵੇ। ਉਦੋਂ ਤੱਕ ਜਾਂਦੇ ਕਿਸੇ ਨੂੰ ਇਹ ਕਹਿਣ ਦਾ ਮੌਕਾ ਨਾ ਮਿਲੇ ਵੀ ਯਾਰ ਦੇਖਿਆ ਇਹਨਾਂ ਦਾ 2-3 ਸਾਲ ਬਦਲਾਖੋਰੀ ਦੀ ਰਾਜਨੀਤੀ ਕੀਤੀ ਮੇਰੇ ਨਾਲ, ਮੈਂ ਤਾਂ ਬਿਲਕੁਲ ਪਾਕ ਸਾਫ ਸੀਗਾ। ਜੇ ਇਹ ਹੋ ਗਿਆ ਤੇ ਉਦੋਂ ਤੱਕ ਇਲੈਕਸ਼ਨਾਂ ਨੇੜੇ ਜੋ ਪ੍ਰਭਾਵ ਪੈਂਦਾ ਹੁੰਦਾ, ਆਪਾਂ ਨੂੰ ਪਤਾ ਹੁੰਦਾ ਵੀ ਕਿਸੇ ਵੇਲੇ ਹੁੰਦਾ ਨਾ ਵੀ ਯਾਰ 6 ਮਹੀਨੇ ਪਹਿਲਾਂ ਤੱਕ ਹਵਾ ਕਿਸੇ ਦੀ ਹੁੰਦੀ ਆ, 3 ਕੁ ਮਹੀਨਿਆਂ ਬਾਅਦ ਹਵਾ ਕਿਸੇ ਦੀ ਹੁੰਦੀ ਆ, ਅਚਾਨਕ 1.5 ਮਹੀਨੇ 'ਚ ਕੁਛ ਬਦਲਣ ਲੱਗ ਪੈਂਦਾ ਹੁੰਦਾ, 15 ਦਿਨਾਂ 'ਚ ਵੀ ਗੱਲਾਂ ਕੁਛ ਹੋਰ ਹੋਣ ਲੱਗ ਪੈਂਦੀਆਂ, ਤੇ ਆਖਰੀ ਹਫ਼ਤੇ 'ਚ ਲੋਕ ਕਹਿੰਦੇ ਹੁੰਦੇ ਵੀ ਯਾਰ ਪਤਾ ਨਹੀਂ ਹੁਣ ਤੇ ਫਲਾਨੇ ਦੀ ਆਵਾਜ਼ ਹੀ ਆ। ਉਹ ਜਿਹੜੀ ਫਲਾਨੇ ਦੀ ਆਵਾਜ਼ ਹੀ ਆ ਨਾ, ਉਹ ਸਹੀ ਵਾਲੇ ਪਾਸੇ ਰਵੇ, ਇਹਦਾ ਜੋੜ ਤੋੜ ਸਾਰੀਆਂ ਪਾਰਟੀਆਂ ਲਾਉਣ। ਬਿਲਕੁਲ ਸੰਧਾਲੀਆ ਸਾਹਿਬ, ਤੁਹਾਡੀ ਗੱਲ ਠੀਕ ਹੈ, ਤੇ ਬਾਕੀ ਦੇਖਦੇ ਹਾਂ ਹਾਲਾਤ ਕਿੱਧਰਲੇ ਪਾਸੇ ਜਾਂਦੇ। ਅਸੀਂ ਕਹਿੰਦੇ ਕਿ ਵਿਜੀਲੈਂਸ ਫੱਟੇ ਚੱਕ ਕੇ ਰੱਖੇ, ਪਰ ਸਿਆਸੀ ਬਦਲਾਖੋਰੀ ਨਾ ਹੋਵੇ। ਜੇ ਕਿਸੇ ਬੰਦੇ ਨੇ ਪੈਸੇ ਖਾਧੇ ਆ ਤੇ ਉਹਨੂੰ ਟਾਈਮ ਨਹੀਂ ਚੱਕ ਲਓ, ਬੰਦਾ ਅੰਦਰ ਜਾਣਾ ਚਾਹੀਦਾ। ਆ ਜਿਹੜੇ ਹੋਣ ਵਾਲੇ 92 ਜਿੱਤੇ ਆ, ਇਹਨਾਂ ਨੂੰ ਥੋੜ੍ਹਾ ਜਿਹਾ ਕੰਨ ਹੋ ਜਾਣਗੇ ਕਿ ਭਾਈ ਸਰਕਾਰਾਂ ਸਾਰੀ ਉਮਰ ਨਹੀਂ ਰਹਿੰਦੀਆਂ ਹੁੰਦੀਆਂ, ਕੰਮ ਆਪਾਂ ਚੰਗੇ ਤਰੀਕੇ ਕਰਨੇ ਆ। ਦੂਸਰਾ, ਕੱਲ੍ਹ ਆਪਾਂ ਜਦੋਂ ਮੁਖਤਾਰ ਅੰਸਾਰੀ ਵਾਲਾ ਚਰਚਾ ਕੀਤਾ ਸੀ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੋਰਾਂ ਨੇ ਮੁਖਤਾਰ ਅੰਸਾਰੀ ਦੇ ਬੇਟਿਆਂ ਦਾ ਸੰਬੰਧ ਰਾਣਿੰਦਰ ਸਿੰਘ ਨਾਲ ਜੋੜ ਦਿੱਤਾ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਬੇਟੇ ਦੇ ਨਾਲ, ਤੇ ਉਹਨਾਂ ਨੇ ਕਿਹਾ ਸੀ ਕਿ ਭਾਈ ਇਹਨਾਂ ਨੂੰ ਵਕਫ ਬੋਰਡ ਦੀ ਜ਼ਮੀਨ ਅਲਾਟ ਕੀਤੀ ਗਈ, ਰੋਪੜ ਦੇ ਵਿੱਚ ਮਹਿੰਗੇ ਭਾਅ ਦੀ ਜ਼ਮੀਨ ਹੈ। ਤੇ ਆਪਾਂ ਉਦੋਂ ਇਹ ਚਰਚਾ ਕੀਤੀ ਸੀ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਜੀ ਉਹਨਾਂ ਦੇ ਸਾਥੀਆਂ ਨੂੰ ਸਥਿਤੀ ਸਪਸ਼ਟ ਕਰਨੀ ਪਊਗੀ ਕਿ ਕੋਈ ਗੱਲ ਮੁੱਖ ਮੰਤਰੀ ਸਾਹਿਬ ਗਾਂਹ ਲੈ ਗਏ। ਪਰ ਜਿੱਧਰਲੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਨੇ ਜਵਾਬ ਦਿੱਤਾ ਹੈ, ਆਸ ਇਸ ਗੱਲ ਦੀ ਹੈ ਨਹੀਂ ਸੀ। ਹੁਣ ਕੈਪਟਨ ਸਾਹਿਬ ਕਿਉਂਕਿ ਆਪ ਆਉਂਦੇ ਹੁੰਦੇ ਵਿਰਲੇ ਵਾਂਝੇ ਟਾਈਮ ਤੇ, ਜਦੋਂ ਕਿਤੇ ਬਹੁਤ ਹੀ ਲੋੜ ਪਵੇ, ਉਹਨਾਂ ਦੀ ਟੀਮ ਨੇ 2 ਕਾਗਜ਼ ਦਿਖਾ ਲਏ। ਉਹ ਕਹਿੰਦੇ ਜੀ ਜਿਹੜੀ ਵਕਫ ਬੋਰਡ ਦੀ ਜ਼ਮੀਨ ਕਹਿੰਦੇ ਆ ਕਿ ਮੁਖਤਾਰ ਅੰਸਾਰੀ ਦੇ ਪੁੱਤ ਜਾਂ ਭਤੀਜੇ ਨੂੰ ਅਲਾਟ ਹੋਈ ਹੈ, ਉਹ ਕਹਿੰਦੇ ਜੀ ਆਹ ਦੇਖੋ 1 ਫਰਵਰੀ 2 ਜੁਲਾਈ
2 ਮਹੀਨੇ ਨੇ ਕਹਿੰਦੇ ਭਗਵੰਤ ਮਾਨ ਸਾਹਿਬ ਸ਼ਾਇਦ ਪਿੱਛੇ ਸਾਲ ਪੜ੍ਹਨਾ ਭੁੱਲ ਗਏ। ਉਹ ਕਹਿੰਦੇ ਜਦੋਂ ਦੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਆਈ ਹੈ, ਇੱਕ ਵਾਰੀ 81,000 ਕੁਛ, ਦੂਸਰੀ ਵਾਰੀ 99,000 ਕੁਛ ਰੁਪਈਏ ਲੈ ਕੇ ਉਹ ਲੀਜ਼ ਜਿਹੜੀ ਹੈ ਉਹਨੂੰ ਐਕਸਟੈਂਸ਼ਨ ਦਿੱਤੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ। ਉਹ ਕਹਿੰਦੇ ਹੁਣ ਰਾਣਿੰਦਰ ਸਿੰਘ ਤਾਂ ਕਾਂਗਰਸ ਪਾਰਟੀ ਦਾ ਕੋਈ ਅਹੁਦੇਦਾਰ ਵੀ ਨਹੀਂ ਸੀ ਉਦੋਂ, ਰਾਣਿੰਦਰ ਸਿੰਘ ਤਾਂ ਸਰਕਾਰ ਦੇ ਵਿੱਚ ਵੀ ਨਹੀਂ ਸੀ ਉਦੋਂ, ਉਹਦਾ ਨਾਮ ਤੁਸੀਂ ਜੋੜੀ ਜਾਂਦੇ ਹੋ, ਤੇ ਜਿਹੜਾ ਤੁਹਾਡੀ ਸਰਕਾਰ ਦੇ ਵਿੱਚ ਉਹਨਾਂ ਨੂੰ ਐਕਸਟੈਂਸ਼ਨ ਦਿੱਤੀ ਜਾਵੇ ਫਿਰ ਤੁਹਾਡੇ ਨਾਲ ਨਾ ਕਿਉਂ ਨਾ ਜੋੜੀਏ। ਹੁਣ ਜਵਾਬ ਤਾਂ ਅਗਲਿਆਂ ਨੇ ਦਿੱਤਾ। ਮੈਨੂੰ ਲੱਗਦਾ ਵੀ ਇਹ ਗੱਲ ਜਿੱਦ ਨੂੰ ਲਿਆਣ ਕੇ ਤੋਰੀ ਏ, ਹੋ ਸਕਦਾ ਵੀ ਆਉਣ ਵਾਲੇ ਦਿਨਾਂ 'ਚ ਇਹਦਾ ਖਲਾਰਾ ਵੀ ਪੈ ਜਾਵੇ, ਕਿਉਂਕਿ ਕਿਸੇ ਵੇਲੇ ਹੁੰਦਾ ਨਾ ਵੀ ਐਕਸਟੈਂਸ਼ਨ ਹੋਣ ਲੈਣ ਗਿਆ ਬੰਦਾ, ਉੱਥੇ ਕੀ ਪਤਾ ਆਪਾਂ ਸਰਕਾਰੀ ਦਫ਼ਤਰਾਂ 'ਚ ਜਾਂਦੇ ਹਾਂ, ਮੰਨ ਲਓ ਵੀ ਪਰਮਵੀਰ ਸਿੰਘ ਉੱਥੇ ਨਾਂ ਲਾ ਕੇ ਤੇ ਕੋਈ ਬੰਦਾ ਚਲ ਗਿਆ ਉੱਥੇ, ਅਗਲਾ ਇਹ ਅੱਛਾ ਯਾਰ ਪਰਮਵੀਰ ਸਿੰਘ ਠੀਕ ਹੋ ਗਿਆ ਕੰਮ, ਅਗਲੀ ਫਾਈਲ ਜੀ ਲਿਆ ਦਿਓ। ਤੇ ਫਾਈਲਾਂ ਆਪਾਂ ਨੂੰ ਇਹ ਵੀ ਪਤਾ ਹੁੰਦਾ ਵੀ ਆਮ ਸਰਕਾਰੀ ਦਫ਼ਤਰਾਂ 'ਚ ਕਿੰਨਾ ਕੋ ਪਰਮਵੀਰ ਸਿੰਘ ਪੁੱਜਦਾ। ਹੁਣ ਪਰਮਵੀਰ ਸਿੰਘ ਬਾਠ ਤੇ ਥੋੜਾ ਕਿਸੇ ਨੂੰ ਪਤਾ ਲੱਗਣਾ ਸੀ, ਬਾਅਦ ਟੈਲੀਵਿਜ਼ਨ ਤੇ ਆਣ ਕੇ ਪਤਾ ਲੱਗਿਆ ਵੀ ਯਾਰ ਉਹਦੇ ਪਰਮਵੀਰ ਬਾਠ ਕਰਾ ਗਿਆ ਕੰਮ, ਹੈ ਨਾ। ਹੁਣ ਪਰਮਵੀਰ ਸਿੰਘ ਉੱਥੇ ਕੰਮ ਕਰਾ ਗਿਆ, ਪਰਮਵੀਰ ਸਿੰਘ ਬਾਠ ਅਸਲ ਦੇ ਵਿੱਚ ਬੰਦਾ ਸੀਗਾ। ਇਹ ਵੀ ਕਿਸੇ ਵੇਲੇ ਉਲਝਣਾ ਹੋ ਜਾਂਦੀ ਹੈ। ਪਰ ਚਲੋ ਆਪਾਂ ਤਾਂ ਇਹ ਬੇਨਤੀ ਕਰਦੇ ਵੀ ਜੇ ਉਹਨਾਂ ਨੇ ਗੱਲ ਲਿਆਂਦੀ ਬਹੁਤ ਚੰਗੀ ਗੱਲ, ਇਹਦੀ ਜਾਂਚ ਵੀ ਹੋ ਜੇ ਵੀ ਐਕਸਟੈਂਸ਼ਨ ਕਿਉਂ ਮਿਲੀ। ਪਰ ਮੈਨੂੰ ਲੱਗਦਾ ਵੀ ਇਹ ਕੰਮ ਕਰਦੇ ਕਰਦੇ ਇੱਕ ਕੰਮ ਗੜਬੜ ਹੋ ਗਿਆ। ਉਹ ਮੰਨ ਤੇ ਗਿਆ ਨਾ ਵੀ ਜ਼ਮੀਨ ਦਿੱਤੀ ਸੀ ਤਾਂ ਹੀ ਐਕਸਟੈਂਸ਼ਨ ਮਿਲੀ ਹੈ। ਚਲੋ ਦੋਏ ਚੀਜ਼ਾਂ ਕਲੀਅਰ ਹੋ ਜਾਣ, ਜੇ ਐਕਸਟੈਂਸ਼ਨ ਦਿੱਤੀ ਹੈ ਤੇ ਕਿਹਨੇ ਦਿੱਤੀ ਹੈ, ਅਧਿਕਾਰੀ ਲੈਵਲ ਤੇ ਜਾਂ ਉੱਪਰੋਂ ਕਿਸੇ ਨੇ ਕਹਾ ਕੇ, ਤਾਂ ਜਿਹਨੇ ਅਜੇ ਕਦੋਂ ਜ਼ਮੀਨ ਦਿੱਤੀ ਉਹ ਤਰੀਕ ਸਾਲ ਨਹੀਂ ਮੇਰੇ ਕੋਲ ਆਏ, ਤੁਹਾਡੇ ਕੋਲ ਆਏ ਤਾਂ ਦੱਸ ਦਿਓ। ਨਹੀਂ ਮੈਨੂੰ ਤੇ ਵੀ ਨਹੀਂ ਪਤਾ ਵੀ ਭਾਈ ਸਾਹਿਬ ਕਿਹੜੀ ਜ਼ਮੀਨ ਆਪਣਾ ਆਪਣੇ ਨੂੰ ਨਾ ਆ ਕਹਿੰਦੇ। ਅੱਛਾ ਸੰਧਾਲੀਆ ਸਾਹਿਬ, ਇੱਕ ਗੱਲ ਹੈ, ਮੈਨੂੰ ਲੱਗਦਾ ਵੀ ਹੁਣ ਜਿੱਦਾਂ ਮੁੱਖ ਮੰਤਰੀ ਸਾਹਿਬ ਇਸ ਕੇਸ ਦੇ ਬਾਰੇ 'ਚ ਬੋਲਣਾ ਸ਼ੁਰੂ ਹੋਏ ਹੈ ਨਾ, ਕਿਉਂਕਿ ਇਹ ਸਾਰੀ ਗੱਲਬਾਤ ਉਹਨਾਂ ਨੇ ਆਪਾਂ ਜਿਹੜਾ ਸਿੰਘਾਂ ਵਾਲਾ ਟੋਲ ਪਲਾਜ਼ਾ ਬੰਦ ਕਰਾਇਆ ਬਾਘੇ ਪੁਰਾਣੇ ਕੋਟਕਪੂਰੇ ਵਾਲਾ ਮੋਗੇ ਲਾਗੇ, ਉੱਥੇ ਫਿਰ ਇਹਦਾ ਜ਼ਿਕਰ ਕੀਤਾ ਸੀ ਇਸੇ ਗੱਲ ਦਾ। ਹੁਣ ਮੀਂਹ ਪੈਣ ਡਿਆ ਉੱਧਰੋਂ ਗੋਡੇ ਗੋਡੇ, ਅਗਲੇ ਪਾਸੇ ਨਾਅਰੇ ਲੱਗਣ ਡਿਆ, ਇੱਦਾਂ ਦੀ ਰੈਲੀ ਨਹੀਂ ਹੋਈ ਕਦੀ, ਹੈ ਜਿੱਦਾਂ ਮਾਨ ਸਾਹਿਬ ਬੋਲਦੇ ਹੁੰਦੇ ਆ, ਇੱਦਾਂ ਦੀ ਨਹੀਂ ਜੇ ਕਦੀ ਹੋਈ ਰੈਲੀ। ਤੇ ਮੈਨੂੰ ਆਂਦੇ ਤੂੰ ਕਿਉਂ ਦੱਸਦਾ ਬਈ, ਹੁਣ ਮੈਨੂੰ ਲੋਕਾਂ ਵੋਟਾਂ ਪਾਈਆਂ ਮੈਂ ਤੇ ਦੱਸੂਗਾ। ਸੰਧਾਲੀਆ ਸਾਹਿਬ, ਉਹ ਜਿਹੜਾ ਟੋਲ ਪਲਾਜ਼ਾ ਬੰਦ ਕਰਾਇਆ ਨਾ, ਜਿਹਦੇ ਬਾਰੇ ਪ੍ਰਗਟ ਸਿੰਘ ਹੋਰਾਂ ਨੇ ਇਤਰਾਜ਼ ਕੀਤਾ ਸੀ, ਹੁਣ ਇੱਕ ਹੋਰ ਵੀ ਇਤਰਾਜ਼ ਹੁੰਦਾ ਜੀ, ਮਾਨ ਸਾਹਿਬ ਦੀ ਸਰਕਾਰ ਨੇ ਕਿਸੇ ਇੱਕ ਟੋਲ ਪਲਾਜ਼ੇ ਨੂੰ ਐਕਸਟੈਂਸ਼ਨ ਦਿੱਤੀ ਹੈ, ਜੇ ਦਿੱਤੀ ਹੈ ਤਾਂ ਪਤਾ ਲੱਗਣਾ ਚਾਹੀਦਾ ਕਿ ਪਿੱਛੇ ਮਜਬੂਰੀ ਕੀ ਸੀ। ਪਰ ਉੱਥੇ ਉਹ ਜਿਹੜਾ ਬਾਘੇ ਪੁਰਾਣੇ ਵਾਲਾ ਟੋਲ ਬੰਦ ਕਰਾਇਆ, ਉੱਥੇ ਸੰਬੋਧਨ ਕਰਦੇ ਆ ਜਦੋਂ ਤੁਸੀਂ ਕਿਹਾ ਕਿ ਮੀਂਹ ਪੈਂਦਾ ਸੀ, ਭਗਵੰਤ ਮਾਨ ਹੋਰਾਂ ਨੇ ਇੱਕ ਗੱਲ ਕਹੀ, ਉਹ ਕਹਿੰਦੇ ਜੀ ਇੱਕ ਗੱਲ ਕਲੀਅਰ ਹੈ ਕਿ ਹੁਣ ਤੋਂ ਬਾਅਦ ਕਿਸੇ ਟੋਲ ਨੂੰ ਐਕਸਟੈਂਸ਼ਨ ਨਹੀਂ ਮਿਲੂਗੀ, ਇਹ ਮੇਰਾ ਤੁਹਾਡੇ ਨਾਲ ਵਾਅਦਾ ਰਿਹਾ। ਹੁਣ ਜਿੰਨਿਆਂ ਨੂੰ ਮਿਲਣੀ ਸੀ ਕਹਿੰਦੇ ਮਿਲ ਹਟੀ ਪਿੱਛੇ। ਚਲੋ ਉੱਥੇ 2-3 ਚੀਜ਼ਾਂ ਉਹਨਾਂ ਨੇ ਕਹੀਆਂ। ਉਹ ਕਹਿੰਦੇ ਜੀ ਇਹ 2019 'ਚ ਬੰਦ ਹੋ ਜਾਣਾ ਚਾਹੀਦਾ ਸੀ, ਇਹਨੂੰ ਪਿਛਲੀ ਸਰਕਾਰ ਨੇ ਐਕਸਟੈਂਸ਼ਨ ਦਿੱਤੀ, ਤੇ ਕਹਿੰਦੇ ਸਾਡੇ ਕੋਲ ਵੀ ਆਏ ਸੀ ਕਿ 436 ਦਿਨ ਹੋਰ ਵਧਾ ਦਿਓ। ਉਹ ਕਹਿੰਦੇ ਨਾ ਅਸੀਂ ਪੈਸੇ ਲੈਣੇ ਹੀ ਨਾ, ਆਪਾਂ 2 ਨੰਬਰ ਦਾ ਕੰਮ ਕੀਤਾ ਹੈ ਤੇ ਆਪਾਂ 15-20 ਦਿਨ ਪਹਿਲਾਂ ਹੀ ਬੰਦ ਕਰਾਤਾ ਕਹਿੰਦੇ ਐਕਸਟੈਂਸ਼ਨ। ਨਹੀਂ ਉਹ ਤਾਂ ਕਹਿੰਦੇ ਵੀ 60 ਦਿਨ ਦਾ ਨੋਟਿਸ ਦਿੱਤਾ ਸੀ, 8 ਦਿਨ ਦਾ 8 ਦਿਨ ਜਿਹੜੇ ਉਹ ਪੂਰੇ ਹੋ ਗਏ ਜੀ, ਤੇ 20 ਬੂ ਨਹੀਂ ਜੇ ਡੀਕੀ, 20 ਬੂ ਨਹੀਂ ਡੀਕੀ, ਉਦੋਂ ਪਹਿਲਾਂ ਹੀ ਆਪਾਂ ਬੰਦ ਕਰਾ ਦਿੱਤਾ ਜੇ ਕੰਮ। ਮੈਂ ਨਾ ਵੀ ਚਲੋ ਚੰਗੀ ਗੱਲ ਆ ਵੀ ਉੱਥੇ, ਕਿਉਂਕਿ ਜੇ ਉਹ ਬੰਦ ਹੋਇਆ, ਉਹ ਆਸੇ-ਪਾਸੇ ਜਿੰਨਾ ਵੀ ਇਕੱਠ-ਮੱਠ ਸੀਗਾ, ਉਹਨਾਂ ਦੇ ਆਪਣੇ ਸਮਰਥਕ ਸੀ, ਵਰਕਰ ਸੀ, ਆਪਾਂ ਉਹਦੇ 'ਚ ਨਹੀਂ ਪੈਂਦੇ। ਪਰ ਫਿਰ ਵੀ ਚਲੋ ਵਰਦੇ ਮੀਂਹ ਦੇ ਵਿੱਚ ਇੱਕ ਕੈਪਟਨ ਸਾਹਿਬ ਫਿਰ ਟਿੱਪਣੀ ਕੀਤੀ ਨਾ ਉਹਨਾਂ ਨੇ, ਉਹ ਕਹਿੰਦੇ ਆ ਮੌਸਮ ਜਿੱਦਾਂ ਦਾ ਹੈਗਾ, ਤੁਹਾਨੂੰ ਆਸ ਹੈਗੀ ਵੀ ਜੇ ਕੈਪਟਨ ਸਾਹਿਬ ਨੇ ਆਉਣਾ ਹੁੰਦਾ ਤਾਂ ਇੱਥੇ ਕੋਈ ਆਉਂਦਾ ਤੁਹਾਡੇ ਕੋਲ, ਕੈਂਸਲ ਹੋ ਜਾਣਾ ਸੀ। ਉੱਥੋਂ ਚੰਡੀਗੜ੍ਹ ਨੂੰ ਕਹਿ ਦੇਣਾ ਵੀ ਮੌਸਮ ਖਰਾਬ ਹੈ ਅੱਜ। ਇੱਕ ਸੰਧਾਲੀਆ ਸਾਹਿਬ, ਕਿਉਂਕਿ ਮਾਨ ਸਾਹਿਬ ਦੇ ਕੋਲ ਸ਼ਬਦਾਂ ਦਾ ਭੰਡਾਰ ਤਾਂ ਹੈਗਾ, ਹਾਲਾਂਕਿ ਬਹੁਤ ਸਾਰੇ ਲੋਕ ਕਈ ਵਾਰੀ ਕਹਿ ਦਿੰਦੇ ਯਾਰ ਮੁੱਖ ਮੰਤਰੀ ਬਣ ਕੇ ਇਦਾਂ ਦੀਆਂ ਟਿੱਪਣੀਆਂ ਨਾ ਕਰੋ। ਉੱਥੇ ਉਹ ਕੀ ਕਹਿੰਦੇ, ਉਹ ਕਹਿੰਦੇ ਜੀ ਦੇਖੋ ਮੈਂ ਆਪਾਂ ਨੂੰ ਤਾਂ ਸਾਰਿਆਂ ਨੂੰ ਪਤਾ ਹੈ, ਕਹਿੰਦੇ ਦੇਖੋ ਬਾਬਾ ਵੀ ਆਪਣੇ ਨਾਲ ਹੈ, ਬੱਤੀ ਆਉਂਦੀ ਕਿ ਨਹੀਂ ਆਉਂਦੀ, ਨਹਿਰਾਂ 'ਚ ਪਾਣੀ ਆਉਂਦਾ ਕਿ ਨਹੀਂ ਆਉਂਦਾ, ਮੋਹਰੇ ਬੰਦੇ ਤਾਂ ਆਉਂਦੇ, ਉਹ ਕਹਿੰਦੇ ਜੀ ਆਉਂਦਾ ਜੀ, ਬੱਲੇ ਬੱਲੇ ਜੀ। ਫਿਰ ਉੱਥੇ ਉਹ ਕਹਿੰਦੇ ਜੀ ਦੇਖੋ ਆਪਾਂ ਨੂੰ ਤਾਂ ਸਾਰੀ ਚੀਜ਼ ਦਾ ਪਤਾ ਹੈ, ਆਪਾਂ ਤਾਂ ਬੋਰੀ ਦਾ ਝੁੰਬ ਜਿਹਾ ਬਣਾ ਕੇ ਇੱਥੇ ਬੱਟਾਂ ਲਿਪਦੇ ਰਹੇ ਆ। ਕਹਿੰਦੇ ਇਹਨਾਂ ਨੂੰ ਪੁੱਛੋ ਝੁੰਬ ਕੀ ਹੁੰਦਾ, ਪਤਾ ਹੀ ਨਹੀਂ, ਕਹਿੰਦੇ ਇਹਨਾਂ ਲੋਕਾਂ ਦੇ ਕੰਮ ਕੀ ਕਰਦੇ। ਇੱਕ ਨਾ ਸੰਧਾਲੀਆ ਸਾਹਿਬ ਬੇਨਤੀ, ਜਿਹੜੀ ਲੋਕਾਂ ਦੇ ਪੱਖ ਤੋਂ ਮੈਨੂੰ ਇੰਪੋਰਟੈਂਟ ਗੱਲ ਲੱਗੀ ਆ, ਤਾਂ ਚਲੋ ਰਾਜਨੀਤਿਕ ਕਟਾਕਸ਼ ਸੀ ਨਾ, ਮੂਹਰੇ ਇੱਕ ਆਵਾਜ਼ ਆਈ ਲੋਕਾਂ ਦੇ ਵਿੱਚੋਂ ਜਦੋਂ ਮਾਨ ਸਾਹਿਬ ਕਹਿੰਦੇ ਸੀ ਨਾ ਕਿ ਨਹਿਰਾਂ 'ਚ ਪਾਣੀ ਆਇਆ ਕਿ ਨਹੀਂ ਆਇਆ। ਮੈਂ ਕਹਿੰਦਾ ਕਿ ਉਹ ਬੰਦੇ ਦੀ ਵੀਡੀਓ ਨਹੀਂ ਸਾਨੂੰ ਨਜ਼ਰ ਆਈ, ਸਿਰਫ ਆਵਾਜ਼ ਸੁਣੀ, ਤੇ ਚੰਗਾ ਹੋਇਆ ਮੁੱਖ ਮੰਤਰੀ ਸਾਹਿਬ ਨੇ ਰਿਐਕਟ ਕੀਤਾ। ਉਹ ਕਹਿੰਦੇ ਜੀ ਚਿੱਟਾ ਬੰਦ ਕਰਾਓ। ਮੈਂ ਕਿਹਾ ਕਮਾਲ ਦੀ ਗੱਲ ਹੈ ਕਿ ਮੁੱਖ ਮੰਤਰੀ ਸਾਹਿਬ ਬੋਲ ਰਹੇ ਹੈ, ਮੂਹਰੇ ਉਹ ਆਮ ਲੋਕਾਂ ਦੇ ਵਿੱਚੋਂ ਇੱਕ ਬੰਦਾ ਵਰਦੇ ਮੀਂਹ ਦੇ ਵਿੱਚ ਕਹਿੰਦਾ ਜੀ ਚਿੱਟਾ ਬੰਦ ਕਰਾਓ, ਨਹੀਂ ਤਾਂ ਆਪਣੇ ਵਰਗਾ ਜਿੰਦਾਬਾਦ ਹੀ ਕਰੀ ਜਾਵੇ ਸੰਧਾਲੀਆ ਸਾਹਿਬ। ਤੇ ਇਹ ਵੀ ਚੰਗਾ ਹੋਇਆ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਹਾਂ ਬਹੁਤ ਚੰਗੀ ਗੱਲ ਹੈ, ਕਹਿੰਦੇ ਬੜਾ ਚੰਗਾ ਲੱਗਾ। ਉਹ ਕਹਿੰਦੇ ਜੀ ਕੁਝ ਮਹੀਨੇ ਹੋਰ ਦਿਓ, ਇਹ ਚੀਜ਼ਾਂ ਅਸੀਂ ਸੁਰੱਖਿਆ ਦੇ ਕਰਕੇ ਤੁਹਾਨੂੰ ਦੱਸ ਨਹੀਂ ਸਕਦੇ, ਇਹ ਗੱਠ ਜੋੜ ਜਾ ਤਾਂ ਕੁਝ ਮਹੀਨਿਆਂ 'ਚ ਕਹਿੰਦੇ ਟੁੱਟਾ ਲਾਓ, ਤੁਸੀਂ ਬਸ ਦੇਖਦੇ ਜਾਓ। ਮੈਂ ਕਹਿੰਦਾ ਕਿ ਮੁੱਖ ਮੰਤਰੀ ਸਾਹਿਬ ਜੇ ਤੁਸੀਂ ਆਹ ਕੰਮ ਕਰਦੇ ਹੋ, ਟੋਲ ਭਾਵੇਂ 2-2 ਮਹੀਨੇ ਵਧਾ ਕੇ ਬੰਦ ਕਰ ਦਿਓ। ਸਭ ਇਹ ਗੱਲ ਨੋਟ ਕਰਨ ਵਾਲੀ ਆ ਕਿ ਵੀ ਤੁਸੀਂ ਦੇਖੋ ਵੀ ਮੁੱਖ ਮੰਤਰੀ ਬੋਲਦਿਆਂ ਪਹਿਲੀ ਗੱਲ ਤਾਂ ਇਹ ਵੀ ਮੁੱਖ ਮੰਤਰੀ ਸਾਹਿਬ ਦੀ ਸਟੇਜ ਇੰਨੀ ਨੇੜੇ ਨਹੀਂ ਹੁੰਦੀ ਜਿੰਨੀ ਨੇੜੇ ਇਹ ਸੀ।
ਤੇ ਨਾ ਹੀ ਮੁੱਖ ਮੰਤਰੀ ਕੋਈ ਠੀਕ ਆ ਇਹ ਆਖੀ ਜਾਵੇ ਤੁਸੀਂ ਐਂ ਕਹਿੰਦੇ ਜੇ ਕੋਈ ਉਦਾਹਰਨ ਇਸ ਤੋਂ ਪਹਿਲਾਂ ਹੈਗੀ ਆ ਵੀ ਵਰਦੇ ਮੀਂਹ ਦੇ ਵਿੱਚ 15-20 ਫੁੱਟ ਅੱਗੇ ਲੋਕਾਂ ਦੇ ਨਾਲ ਆਪਾਂ ਗੱਲ ਕਰਦੇ ਹੋਈਏ ਇਦਾਂ ਹੁੰਦਾ ਨਹੀਂ। ਇਹ ਗੱਲ ਮੈਨੂੰ ਲੱਗਦਾ ਵੀ ਆਪਾਂ ਕੱਲ੍ਹ ਹੀ ਮੇਰਾ ਖਿਆਲ ਜ਼ਿਕਰ ਕਰਦੇ ਸੀ ਜਦੋਂ ਨਾ ਵੀ ਉਹ ਮੁੰਡੇ ਵਾਲੀ ਵੀ ਯਾਰ ਉਹ ਟੀਕਾ ਬਾਂਹ ਸੀਗਾ ਵੀ ਯਾਰ ਬਾਕੀ ਸਾਰਾ ਕੁਝ ਛੱਡ ਲਓ, ਜੇ ਨਸ਼ਾ ਨਾ ਰੁਕਿਆ ਤੁਹਾਡੇ ਸਾਰੇ ਕੰਮ ਮਿੱਟੀ ਜੇ। ਹੁਣ ਜਿੱਦਾਂ ਉਹਨਾਂ ਨੇ ਕਿਹਾ ਕਿ ਵੀ ਸਾਡਾ ਪਲਾਨ ਪੂਰਾ ਤੇ ਅਸੀਂ ਨਾਂ ਨਹੀਂ ਦੱਸ ਸਕਦੇ, ਤਾਂ ਮਤਲਬ ਇਹ ਹੋਗਾ ਵੀ ਅੰਦਰ ਖਾਤੇ ਕਿਤੇ ਨਾ ਕੁਛ ਚੱਲ ਰਿਹਾ। ਦੂਜੀ ਗੱਲ ਮੈਨੂੰ ਇਹ ਗੱਲ ਵਧੀਆ ਲੱਗੀ, ਉਹ ਕਹਿੰਦੇ ਵੀ ਦੇਖੋ ਅੱਜ ਅਸੀਂ ਸਾਰਾ ਸਪਲਾਈ ਬੰਦ ਕਰ ਦਈਏ, ਜਿਹੜਾ ਬੰਦਾ ਇਹਦੀ ਜਦ 'ਚ ਆ ਗਿਆ ਉਹਨੇ ਤਰਲੋ ਮੱਛੀ ਹੋਣਾ, ਉਹਨੇ ਭੱਜਣਾ ਵੀ ਮੈਂ ਮਰ ਚੱਲਿਆ ਜੀ, ਮੇਰਾ ਕੁਛ ਨਾ ਕੁਛ ਕਰ ਦਿਓ। ਇਸ ਕਰਕੇ ਪਹਿਲਾਂ ਉਹਨਾਂ ਨੂੰ ਸੰਭਾਲਣ ਦਾ ਪ੍ਰਬੰਧ ਕਰਨਾ ਪੈਣਾ। ਜਦੋਂ ਉਹਨਾਂ ਨੂੰ ਸੰਭਾਲ ਲਿਆ ਉਹ ਥੋੜ੍ਹੇ ਜਿਹੇ ਉੱਤੋਂ ਬਚ ਜਾਣਗੇ ਅਤੇ ਮੰਨ ਲਓ ਵੀ ਅਸੀਂ ਉਹਨੂੰ ਠੀਕ ਕਰਕੇ ਕੱਢਤਾ ਪਿੰਡ ਨੂੰ, ਉਹ ਵਿਹਲਾ ਜਦੋਂ ਵਿਹਲਾ ਹੋਊਗਾ ਤਾਂ ਉਹਨੇ ਫਿਰ ਨਾ ਕਿਸੇ ਨੇ ਪੁੱਠੇ ਕੰਮ 'ਚ ਪੈਣਾ, ਉਹਨੂੰ ਕੱਲ੍ਹ ਨੂੰ ਰੋਜ਼ਗਾਰ ਵਾਲੇ ਪਾਸੇ ਵੀ ਤੋਰਨਾ ਪੈਣਾ। ਵੀ ਸਾਡੀ ਇੱਕ ਲੰਮੀ ਪਲੈਨਿੰਗ ਆ ਵੀ ਉਹ ਜੇ ਉੱਧਰੋਂ ਨਸ਼ੇ ਵਾਲੇ ਪਾਸਿਓਂ ਹਟਾਉਣੇ ਆ, ਉਹਨਾਂ ਨੂੰ ਠੀਕ ਕਰਨਾ, ਠੀਕ ਕਰਕੇ ਕੰਮ 'ਤੇ ਲਾਉਣਾ ਤਾਂ ਜੋ ਮੁੱਖ ਧਾਰਾ 'ਚ ਆ ਜਾਣ ਜੀ। ਜੇ ਤੇ ਜਿੱਦਾਂ ਉੱਥੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਸਾਡੀ ਇਹ ਪਲੈਨਿੰਗ ਹੈ ਇੱਦਾਂ ਉਹ ਕਰ ਗਏ ਤੇ ਵਾਕਈ ਹਿਸਟਰੀ ਹੋ ਜੂਗੀ। ਤੇ ਜੇ ਗੱਲ ਹੀ ਸੀਗੀ ਤੇ ਫਿਰ ਜਿੱਦਾਂ ਦਾ ਮੀਂਹ ਉੱਥੇ ਪੈਂਦਾ ਸੀ, ਰੁੜ ਗਿਆ ਸਾਰਾ ਕੁਝ, 27 'ਚ ਫੇਰ ਰੋੜ ਦਿੰਦੇ ਨੇ ਪੰਜਾਬੀ। ਸੰਧਾਲੀਆ ਸਾਹਿਬ ਤੁਸੀਂ ਦੇਖੋ ਕਿ ਉੱਥੋਂ ਇੱਕ ਬਹੁਤ ਵੱਡੀ ਹੱਲਾਸ਼ੇਰੀ ਲੈ ਕੇ ਆਏ ਭਗਵੰਤ ਮਾਨ ਸਾਹਿਬ, ਕਟੌਲ ਬੰਦ ਕੀਤਾ, ਲੋਕਾਂ ਨੇ ਵਾਹਵਾ ਕੀਤੀ। ਉਸ ਹੱਲਾਸ਼ੇਰੀ ਦੇ ਨਾਲ ਜੇ ਉਸ ਪੇਟੀ ਨੂੰ ਥੋੜਾ ਥੱਲੇ ਤੱਕ ਦੇਖਣਗੇ ਤਾਂ ਨਸ਼ੇ ਨੂੰ ਖਤਮ ਕਰਨ ਦੀ ਚੁਣੌਤੀ ਵੀ ਲੈ ਕੇ ਆਇਆ। ਤੇ ਲੋਕ ਬੋਲਦੇ ਆ ਕਿ ਭਾਈ ਇਹ ਕੰਮ ਅਜੇ ਕਰਨ ਵਾਲਾ, ਇੱਧਰਲੇ ਪਾਸੇ ਅਜੇ ਉਨੀ ਗੰਭੀਰਤਾ ਦੇ ਨਾਲ ਗੱਲ ਹੋਈ ਨਹੀਂ। ਇੱਥੇ ਮੈਂ ਨਾ ਜੇ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਉਹ ਚਿੱਟਾ ਬੰਦ ਕਰਾਓ ਬੰਦੇ ਕਹਿ ਸਕਦੇ ਆ ਨਾ, ਤੇ ਮੱਤ ਸੋਚਿਆ ਜਾਵੇ ਵੀ ਪੰਜਾਬੀ ਅਜੇ ਚੁੱਪ ਕਰਨ ਵਾਲੇ ਹੈਗੇ, ਭਾਵੇਂ ਇਹ ਸਰਕਾਰ ਭਾਵੇਂ ਕੋਈ ਹੋਰ ਆ ਜਾਵੇ, ਇਹ ਲੋਕ ਬੋਲਣਗੇ। ਸਮੱਸਿਆ ਆ ਉਹਨਾਂ ਦੇ ਲਈ। ਹੁਣ ਸੰਧਾਲੀਆ ਸਾਹਿਬ ਤੁਸੀਂ ਦੇਖੋ ਪੈਟਰੋਲ ਸਸਤਾ ਹੋਣ ਵਾਲਾ, ਡੀਜ਼ਲ ਪੈਟਰੋਲ ਖਾਸ ਤੌਰ ਦੇ ਉੱਤੇ ਪੈਟਰੋਲ ਵਾਲੀ ਆਪਾਂ ਗੱਲ ਕਰੀਏ, ਕਿਉਂਕਿ ਗਡਕਰੀ ਸਾਹਿਬ ਆਪਣੇ ਮਿਨਿਸਟਰ ਨੇ ਕੇਂਦਰ ਸਰਕਾਰ ਦੇ ਵਿੱਚ, ਉਹਨਾਂ ਨੇ 25 ਰੁਪਏ ਕਿਹਾ ਸੀ ਪਿਛਲੇ ਦਿਨੀ, 100 ਨੂੰ ਢੁੱਕਿਆ। ਹੁਣ ਰਾਜਸਥਾਨ ਦੇ ਵਿੱਚ ਆਈ ਸੀ, ਬੜੀ ਜਲਦੀ ਇਲੈਕਸ਼ਨ ਹੈ ਤੇ ਉੱਥੇ ਉਹ ਕਹਿੰਦੇ ਜੀ 15 ਰੁਪਏ ਨੂੰ ਹੋ ਜਾਊਗਾ ਬੜੀ ਛੇਤੀ, ਬਹੁਤ ਦੇਰ ਨਹੀਂ ਲੱਗਣੀ। ਉਹਨਾਂ ਨੇ ਕਿਹਾ ਪੈਟਰੋਲ 15 ਰੁਪਏ ਨੂੰ। ਹੁਣ ਤੁਹਾਡਾ ਵੀ ਸਵਾਲ ਹੋਊਗਾ, ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਦਾ ਵੀ ਸਵਾਲ ਹੋਊਗਾ। ਉਹਦਾ ਉਹਨਾਂ ਨੇ ਤਰੀਕਾ ਦੱਸਿਆ। ਉਹ ਕਹਿੰਦੇ ਜੀ ਗੱਲ ਇਹ ਹੈ ਕਿ ਕਿਸਾਨ ਜਿਹੜਾ ਅੰਨਦਾਤਾ ਸੀ, ਹੁਣ ਕਹਿੰਦੇ ਜੀ ਊਰਜਾਦਾਤਾ ਹੋਊਗਾ ਭਾਰਤ ਦਾ ਕਿਸਾਨ। ਕੋਈ ਬੰਦਾ ਕਹੇ ਯਾਰ ਗੱਲਾਂ ਹੀ ਹੁੰਦੀਆਂ, 25 ਸਾਲ ਤੇ 2045 ਦੀ ਗੱਲ ਨਾ ਕਰ ਦੇਣ। ਉਹ ਕਹਿੰਦੇ ਜੀ ਐਸੇ ਸਾਲ ਅਗਸਤ 'ਚ ਇੱਕ ਕਾਰ ਲਾਂਚ ਕਰਨ ਜਾ ਰਿਹਾ ਮੈਂ, ਇੱਕ ਵੱਡੀ ਕੰਪਨੀ ਦੀ, ਜਿਹਦੇ ਵਿੱਚ ਉਹ ਪੈਟਰੋਲ ਡੀਜ਼ਲ ਦਾ ਨਾਲ ਨਹੀਂ ਈਥੋਨੋਲ ਨਾਲ ਚੱਲੂ। ਤੇ ਈਥੋਨੋਲ ਕਾਹਦੇ ਨਾਲ ਬਣਦਾ ਹੈ? ਉਹ ਕਹਿੰਦੇ ਜੀ ਖਰਾਬ ਹੋਇਆ ਆਲੂ, ਮੱਕਾ, ਬਾਜਰਾ, ਸਬਜ਼ੀਆਂ ਸੁਬਜ਼ੀਆਂ, ਇਹ ਉਹ ਕਈ ਕੁਛ ਉਹਨਾਂ ਨੇ ਬਹੁਤ ਕੁਛ ਗਿਣਾਇਆ। ਉਹ ਸਾਰਾ ਕੁਝ ਜਿਹੜਾ ਕਿ ਸਾਡੇ ਖੇਤਾਂ ਦੇ ਵਿੱਚ ਪ੍ਰੋਡਿਊਸ ਹੁੰਦਾ ਹੈ, ਸਾਡੇ ਖੇਤਾਂ ਦੇ ਵਿੱਚ ਜਿਹਦੀ ਉਪਜ ਹੁੰਦੀ ਹੈ, ਉਹ ਕਹਿੰਦੇ ਜੀ ਉਹਨਾਂ ਤੋਂ ਬਣਦਾ। ਸਾਰੀ ਗੱਲ ਹੋ ਚੁੱਕੀ ਹੈ ਤੇ 2025 ਤੋਂ, ਜਾਣੀ ਕਿ 23 ਹੋ ਗਿਆ, ਅੱਧਾ ਲੰਘ ਗਿਆ, 2025 ਤੋਂ ਉਹਦੇ ਸਪੈਸ਼ਲ ਪੰਪ ਵੀ ਖੁੱਲ੍ਹਣ ਲੱਗ ਪੈਣੇ ਈਥੋਨੋਲ ਦੇ। ਤੇ ਉਹ ਕਹਿੰਦੇ ਜੀ ਅਗਲੇ ਸਮੇਂ 'ਚ ਹੁਣ ਜਿਹੜੀਆਂ ਵੀ ਕਾਰਾਂ ਬਣਨ, ਕਹਿੰਦੇ ਆਲਰੇਡੀ ਸਾਡੀ ਸਰਕਾਰ ਦੇ ਨਿਰਦੇਸ਼ ਨੇ, ਹੁਣ ਜਿਹੜੀਆਂ ਵੀ ਨਵੀਆਂ ਕਾਰਾਂ ਬਣ ਰਹੀਆਂ ਉਹਨਾਂ ਕਾਰਾਂ ਦੇ ਵਿੱਚ E20 ਮੇਰਾ ਖਿਆਲ ਉਹਦਾ ਨਾਂ ਉਹਨਾਂ ਨੇ ਰੱਖਿਆ, E20 ਇੰਜਣ ਹੀ ਹੋਣਗੇ, ਜਿਹਦੇ ਵਿੱਚ ਈਥੋਨੋਲ ਪਾ ਕੇ ਤਾਂ ਉਹ ਚੱਲ ਸਕਦਾ ਹੈ। ਹੁਣ ਉਹਦੇ ਵਿੱਚ ਕੁਝ ਹਿੱਸਾ ਪੈਟਰੋਲ ਦਾ ਹੁੰਦਾ ਹੈ, ਕੁਝ ਹਿੱਸਾ ਜਿਹੜਾ ਕਿਸਾਨ ਦੇ ਖੇਤਾਂ ਦੇ ਵਿੱਚ ਉਹ ਸਾਰਾ ਕੰਮ ਬਣਦਾ ਤੇ ਉਹਦੇ ਤੋਂ ਪੈਦਾ ਈਥੋਨੋਲ ਹੁੰਦੀ ਤੇ ਉਹਦਾ ਹੁੰਦਾ ਹੈ। ਹੁਣ ਉਹ ਕਹਿੰਦੇ ਜੇ ਈਥੋਨੋਲ ਨਾਲ ਚੱਲਣ ਲੱਗ ਪਊ, ਜੇ ਸਾਡੇ ਪੈਟਰੋਲ ਡੀਜ਼ਲ ਦੀ ਖਪਤ ਘਟਣ ਲੱਗ ਪਊਗੀ ਤੇ ਆਪਣੇ ਆਪ ਹੀ ਡਿਮਾਂਡ ਘਟਣੀ ਆ ਤੇ 15 ਰੁਪਏ ਨੂੰ ਜਿਹੜਾ ਉਹ ਤੇਲ ਹੋ ਜਾਣਾ। ਹੁਣ ਜੇ ਤਾਂ ਅਗਰ ਜੁਲਾਈ ਚੱਲਦਾ, ਅਗਸਤ ਤਾਂ ਮੈਨੂੰ ਲੱਗਦਾ ਛੇਤੀ ਹੈ, ਅਗਸਤ ਤਾਂ ਅਗਲੇ ਮਹੀਨੇ ਹੈ। ਜੇ ਕਾਰ ਲਾਂਚ ਹੋ ਗਈ, ਉਹਨਾਂ ਨੇ ਲੱਖਾਂ ਕਰੋੜਾਂ ਦਾ ਇਨਵੈਸਟਮੈਂਟ ਵੀ ਦੱਸੀ ਤੇ ਨਾਲ ਇਹ ਵੀ ਦੱਸਿਆ ਕਿ ਅਸੀਂ ਕੰਪਲਸਰੀ ਕਰਨ ਜਾ ਰਹੇ ਹਾਂ। ਸੰਧਾਲੀਆ ਸਾਹਿਬ ਕੋਈ ਬਹੁਤੀ ਵੱਡੀ ਗੱਲ ਨਹੀਂ ਜੇ ਇਦਾਂ ਹੋ ਵੀ ਜਾਵੇ। ਜੇ ਕਰ ਦੇਣ ਤੇ ਮੈਂ ਨਾ ਵੀ ਇਹ ਬਹੁਤ ਵੱਡੀ ਗੱਲ ਹੋਊਗੀ, ਪਰ ਮੈਂ ਪਿਛਲੀ ਵਾਰਾਂ ਵੀ ਜ਼ਿਕਰ ਕੀਤਾ ਸੀ ਤੇ ਹੁਣ ਮੈਂ ਫਿਰ ਕਰ ਦਿਆਂ। ਕਾਰਨ ਪਤਾ ਕੀ ਆ, ਅਸੀਂ ਕੁੱਲ ਮਿਲਾ ਕੇ ਲੋਕ ਨਾ ਦੁੱਧ ਦੇ ਸੜੇ ਆ। ਅੱਛਾ ਜੀ। ਤੇ ਸਾਨੂੰ ਲੱਸੀ ਤੋਂ ਵੀ ਡਰ ਲੱਗਦਾ, ਫੂਕ ਮਾਰਨ ਦੀ ਦੂਰ ਦੀ ਗੱਲ ਹੈ, ਫੂਕ ਵੀ ਤੂੰ ਮਾਰ ਦੇ ਵੀ ਤੇ ਸਾਈਂ ਫੂਕ ਵੀ ਨਹੀਂ ਮਾਰਨੀ, ਹੈ ਨਾ। ਹੁਣ ਚੱਕਰ ਇਹ ਆ ਵੀ ਇਹ ਤਾਂ ਮੈਂ ਜ਼ਿਕਰ ਕਰਨ ਲੱਗਿਆ ਵੀ ਤੁਸੀਂ ਦੇਖੋ, ਮੈਨੂੰ ਯਾਦ ਆਉਂਦਾ ਸੀ ਜਦੋਂ ਕਿਸਾਨਾਂ ਦੀ ਗੱਲ ਆਉਂਦੀ ਨਾ, ਅੰਨਦਾਤੇ ਦੀ, ਵੀ ਅੰਨਦਾਤੇ ਲਈ ਅਸੀਂ ਆਹ ਕਰਨਾ। ਮੈਂ ਵਾਰ-ਵਾਰ ਬੇਨਤੀ ਕਰਦਾ ਨਾ ਵੀ ਅੰਨਦਾਤੇ ਤੱਕ ਪਹੁੰਚ ਕੇ ਤੇ ਪਤਾ ਕਰ ਲਓ, ਵਿਚਾਰਾ ਅੰਨ ਕਿਤੇ ਤੁਰਿਆ ਫਿਰਦਾ, ਦਾਤਾ ਵਿਚਾਰਾ ਕਿਤੇ ਰੁਲਦਾ ਫਿਰਦਾ, ਉਹਨੂੰ ਪੁੱਛਦਾ ਕੋਈ ਨਹੀਂ। ਹਾਂ, ਉਹਦੇ ਨਾਂ ਦੇ ਉੱਪਰ ਕੰਪਨੀਆਂ ਬਣਾਉਣ ਵਾਲੇ, ਉਹਦੇ ਨਾਂ ਦੇ ਉੱਪਰ ਬੜੀਆਂ ਫੈਕਟਰੀਆਂ ਚਲਾਉਣ ਵਾਲੇ, ਉਹ ਸਬਸਿਡੀਆਂ ਜ਼ਰੂਰ ਲੈ ਜਾਂਦੇ ਆ। ਹੁਣ ਠੀਕ ਹੈ, ਇਥੇਨੋਲ ਇਹ ਗੱਲ ਕਲੀਅਰ ਹੈ ਵੀ ਉਹ ਬਣਦੀ ਹੈ। ਪਿਛਲੇ ਦਿਨ ਮੇਰਾ ਖਿਆਲ ਪੰਜਾਬ 'ਚ ਵੀ ਫੈਕਟਰੀ ਦਾ ਉਦਘਾਟਨ ਕੀਤਾ ਸੀ ਮਾਨ ਸਾਹਿਬ ਨੇ, ਉਹ ਸ਼ਾਇਦ ਪਰਾਲੀ ਤੋਂ ਇਥੇਨੋਲ ਬਣਾਉਂਦੇ ਸੀ, ਠੀਕ ਹੈ ਗੱਲ। ਪਰ ਜਿਹੜੀ ਤਰੀਕ ਦਿੱਤੀ ਨਾ 2025 ਦੀ,
ਮੈਨੂੰ ਕੁਦਰਤੀ ਯਾਦ ਆ ਗਿਆ ਵੀ 2019 ਚ ਚੋਣਾਂ ਸੀ ਤੇ 2020 ਚ ਕਹਿੰਦੇ ਸੀ ਵੀ ਕਿਸਾਨ ਦੀ ਆਮਦਨ ਦੁੱਗਣੀ ਕਰ ਦੇਣੀ। ਲੈ ਵੀ ਉਹਨੂੰ 3 ਸਾਲ ਹੋ ਗਏ ਲੰਘੇ ਨੂੰ, ਕਿਹੜੇ ਕਿਸਾਨ ਦੀ ਆਮਦਨ ਦੁੱਗਣੀ ਜ਼ਰੂਰ ਟਿੱਪਣੀ ਕਰ ਦਿਓ। ਤੁਹਾਡੀ ਜੇਬ 'ਚ ਨਾ ਹੋਈ, ਉਹ ਕਾਗਜ਼ਾਂ 'ਚ ਕਰਤੀ ਹੋਣੀ। ਮੈਂ ਤਾਂ ਹੀ ਕਿਹਾ ਵੀ ਤੁਸੀਂ ਜ਼ਰੂਰ ਟਿੱਪਣੀ ਕਰਿਓ ਵੀ ਜਿਹੜੇ ਕਿਸਾਨ ਦੀ ਭਾਰਤ 'ਚ ਜਾਂ ਪੰਜਾਬ 'ਚ 2020 ਦੇ ਵਿੱਚ ਆਮਦਨ ਦੁੱਗਣੀ ਹੋਗੀ। ਮੈਂ ਤਾਂ ਉਦੋਂ ਬੇਨਤੀ ਕਰਦਾ ਵੀ ਉਹ ਨਾਰਾ 16-17 ਚ ਸੀਗਾ ਤੇ ਲੋਕ ਹਿਸਾਬ ਲਾਉਂਦੇ ਸੀ ਵੀ ਯਾਰ 19 ਚ ਤੇ ਇਲੈਕਸ਼ਨ ਹੈ ਤੇ 2020 ਦਾ ਇਹ ਗੱਲ ਕਰੀ ਜਾਂਦੇ। ਤੁਹਾਨੂੰ ਯਾਦ ਹੈ ਇੱਕ ਵਾਰੀ ਜਦੋਂ ਕਿਹਾ ਸੀ ਕਿ ਪਰਾਲੀ ਦੇ ਮੁੱਦੇ ਤੇ ਰੌਲਾ ਪੈ ਗਿਆ ਸੀ ਤੇ ਉਦੋਂ ਹਾਈ ਕੋਰਟ ਦੇ ਵਿੱਚ ਵੀ ਕਿਸਾਨ ਪੇਸ਼ ਕਰਦੇ ਸੀ, ਸਾਨੂੰ ਪੈਸੇ ਦਿੱਤੇ ਜੀ, ਸਾਨੂੰ ਪੈਸੇ ਦਿੱਤੇ, ਸਾਨੂੰ ਮਸ਼ੀਨਾਂ ਦਿੱਤੀਆਂ ਜੀ। ਆਦੇ ਉਹ ਮੁੜ ਕੇ ਬਾਅਦ ਜੋ ਕਹਿੰਦੇ ਵੀ ਇਹ ਜਿਹੜੀਆਂ ਕਿਸਾਨ ਜਥੇਬੰਦੀਆਂ ਵਾਲੇ ਨੇ ਕੱਲ ਤੱਕ ਦਾ ਬੋਰਡ ਕੋ ਹੋਰ ਲਾਈ ਫਿਰਦੇ। ਹੁਣ ਜਿੱਦਾਂ ਇਥੇਨੋਲ ਦੀ ਉਹ ਗੱਲ ਕਰਦੇ ਨੇ ਤੇ ਉਹ ਪੰਪ ਖੋਲਣ ਦੀ ਗੱਲ ਕਰਦੇ ਨੇ 2025 ਚ, ਚੋਣਾਂ 2024 ਚ ਨੇ। ਹੁਣ 2024 ਵਾਲੀਆਂ ਚੋਣਾਂ ਤੋਂ ਠੀਕ 1 ਸਾਲ ਬਾਅਦ ਦਾ ਆਪਾਂ ਟਾਰਗੇਟ ਦਿੰਦੇ। ਮੈਂ ਤੇ ਸ਼ੱਕ ਨਹੀਂ ਕਰਦਾ ਗਡਕਰੀ ਸਾਹਿਬ ਨੇ ਜੋ ਕਿਹਾ, ਪਰ ਮੈਂ ਕਹਿੰਦਾ ਵੀ ਉਹ ਜਿੱਦਾਂ ਪਹਿਲੀ ਗੱਲ ਹੋ ਗਈ ਵੀ ਦੁੱਧ ਦੇ ਸੜੇ ਆ, ਉਹ ਦੁੱਧ ਦਾ ਸੜਿਆ ਵਿਚਾਰਾ ਅਜੇ ਤੱਕ ਲੱਸੀ ਨੂੰ ਫੂਕਾ ਮਾਰਨ ਡਿਆ ਕਿਸਾਨ ਵੀ ਨਾ ਤਾਂ ਉਹਨੂੰ MSP ਮਿਲਦੀ ਹੈ, ਫਸਲ ਉਹਦੀ ਰੁਲਦੀ ਹੈ, ਕਦੀ ਉਹਨੂੰ ਅਦਾਲਤਾਂ ਜਾਣਾ ਪੈਂਦਾ, ਕਦੀ ਉਹਨੂੰ ਮੰਡੀਆਂ 'ਚ ਰੋਲਣਾ ਪੈਂਦਾ। ਉਹ ਜਿਹੜਾ ਸਾਰਾ ਕੁਝ ਚੱਲਦਾ ਅਜੇ ਮੇਰਾ ਖਿਆਲ ਕਿੰਨੇ ਕੁ ਦਿਨ ਹੋਏ ਕਿਤੇ ਪਿਆ ਹਿਮਾਚਲ ਦੇ ਵਿੱਚ ਆ ਜਿਹੜਾ ਰੌਲਾ ਪਿਆ ਸੀ ਵੀ ਮਹਾਰਾਜ ਤੁਸੀਂ ਆਨੇ MSP ਕਿੱਥੇ, ਤੁਹਾਡੀ MSP ਨਾ ਕੋਈ ਸੂਰਜਮੁਖੀ ਦੇ ਨਾ ਕੋਈ ਮੱਕੀ ਦੇ। ਹੁਣ ਕਹਿਣ ਤੋਂ ਭਾਵ ਇਹ ਆ ਵੀ ਜੇ ਕਿਸਾਨ ਨੂੰ ਆਪਾਂ ਇਹ ਚਾਹੁੰਦੇ ਵੀ ਤੇਰੀ ਹੁਣ ਅਗਲੀ ਚੀਜ਼ ਤੋਂ ਅਸੀਂ ਆਹ ਚੀਜ਼ ਬਣਾ ਕੇ ਤੇ ਤਹਿਲਕਾ ਮਚਾ ਦਿਆਂਗੇ, ਉਹਨੂੰ ਘੱਟੋ ਘੱਟ ਰੋਜ਼ੀ ਰੋਟੀ ਜੋਗਾ ਉਹ ਸਾਰਾ ਕੁਝ ਮਿਲਦਾ ਰਹੇ ਵੀ ਕਿਸਾਨ ਖੇਤੀਬਾੜੀ ਕਰਨ ਜੋਗਾ ਮਨ ਤੇ ਬਣਾ ਕੇ ਰੱਖੇ ਨਾ। ਅੱਜ ਤੁਸੀਂ ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ, ਅਗਲਾ ਕਹਿੰਦਾ ਵੀਰ ਮੇਰਾ ਮੇਰੇ ਕਾਕੇ ਨੂੰ ਨੌਕਰੀ ਦੇ, ਮੈਂ ਛੱਡਿਆ ਕੰਮ, ਮੈਂ ਅੰਨਦਾਤਾ ਰਹਿਣਾ ਹੀ ਨਹੀਂ। ਮੈਂ ਸੰਧਾਲੀਆ ਸਾਹਿਬ ਜਦੋਂ ਨਵਾਂ ਮਾੜਾ ਮੋਟਾ ਲਿਖਣ ਬੋਲਣ ਲੱਗਿਆ, ਮੈਨੂੰ ਲੱਗਦਾ 20 ਸਾਲ ਪੁਰਾਣੀ ਘੱਟੋ ਘੱਟ ਗੱਲ ਹੋਊਗੀ, ਉਦੋਂ ਸਾਡੇ ਇਲਾਕੇ ਦੇ ਵਿੱਚ ਨਾ ਇੱਕ ਜੈਟਰੂਫਾ ਨਾਂ ਦੀ ਕੋਈ ਇੱਕ ਪੌਦੇ ਜਿਹੇ ਆਏ ਸੀ ਤੇ ਉਦੋਂ ਵੱਡੇ ਵੱਡੇ ਲੇਖ ਲਿਖੇ ਗਏ, ਬਹੁਤ ਕੁਝ ਹੈ ਕਿ ਜੈਟਰੂਫਾ ਤੋਂ ਡੀਜ਼ਲ ਬਣੂਗਾ। ਖਾਸ ਪਿੰਡਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਜੈਟਰੂਫਾ ਦੀ ਖੇਤੀ ਕਰਨੀ ਸ਼ੁਰੂ ਕਰਤੀ। ਮੈਂ ਨਹੀਂ ਕਹਿੰਦਾ ਉਹ ਫੇਲ ਆ ਕੇ ਪਾਸ ਹੈ, ਪਰ ਉਦੋਂ ਵੀ ਐਂ ਲੱਗਦਾ ਸੀ ਕਿ ਭਾਈ ਇਹਦੇ ਤੋਂ ਡੀਜ਼ਲ ਬਣ ਲੱਗ ਪਿਆ, ਉਹਦਾ ਕੰਮ ਹੀ ਬੜਾ ਛੇਤੀ ਹੋ ਗਿਆ, ਬਹੁਤ ਹੀ ਵਧੀਆ ਹੋ ਜਾਣਾ, ਨਜ਼ਾਰੇ ਵੱਜ ਜਾਣੇ ਆ। ਤੁਸੀਂ ਨਾਂ ਲੈ ਦਿੱਤਾ, ਇਹ ਲੋਕਾਂ ਨੂੰ ਪਤਾ ਨਹੀਂ, ਉਹਨੂੰ ਡੀਜ਼ਲ ਪਲਾਂਟ ਕਹਿੰਦੇ ਹੁੰਦੇ। ਡੀਜ਼ਲ ਪਲਾਂਟ ਕਹਿੰਦੇ ਡੀਜ਼ਲ ਪਲਾਂਟ, ਅਸਲੀ ਨਾਂ ਤਾਂ ਜੈਟਰੂਫਾ ਹੀ ਸੀ ਨਾ। ਹਾਂ, ਡੀਜ਼ਲ ਪਲਾਂਟ ਲਾਤਾ। ਹੁਣ ਉਹ ਕਿੱਥੇ ਗਿਆ, ਫੇਲੀਅਰ ਕਿੱਥੇ ਰਿਹਾ ਪਤਾ ਨਹੀਂ, ਪਰ ਉਦੋਂ ਇੰਨੀ ਵੱਡੀ ਪੱਧਰ ਤੇ ਨਹੀਂ ਸੀ ਕਿ ਪੰਪ ਲੱਗਣੇ ਆ ਲੱਗਣੇ। ਹੁਣ ਨਵੀਂ ਕਿਸਮ ਦੀ ਗੱਲ ਹੈ। ਦੂਸਰਾ ਮੈਂ ਕਹਿੰਦਾ ਕਿ ਗਡਕਰੀ ਸਾਹਿਬ ਤੁਹਾਡਾ ਭਲਾ ਹੋਊਗਾ ਜੇ ਕਿਤੇ ਆ ਕੰਮ ਹੋ ਜਾਵੇ। ਇਸ ਕਰਕੇ ਨਹੀਂ ਮੈਂ ਕਹਿ ਰਿਹਾ ਕਿ ਪੈਟਰੋਲ ਸਸਤਾ ਹੋ ਜਾਊਗਾ, ਡੀਜ਼ਲ ਸਸਤਾ ਨਾ, ਕਿਉਂਕਿ ਉਹਨਾਂ ਨੇ ਇਹ ਗਡਕਰੀ ਸਾਹਿਬ ਦਾ ਕਹਿਣਾ ਸੀ ਕਿ ਉਹਦੇ ਵਿੱਚ ਪਰਾਲੀ ਵਰਦੀ ਵਰਤੋਂ ਹੁੰਦੀ ਹੈ, ਪਰਾਲੀ ਦੀ। ਤੇ ਸੰਧਾਲੀਆ ਸਾਹਿਬ ਪਰਾਲੀ ਸਾਂਭਣੀ, ਪਰਾਲੀ ਦੀ ਵਰਤੋਂ ਕਰਨੀ, ਉਹਨੂੰ ਨਸ਼ਟ ਕਰਨਾ, ਉਹਨੂੰ ਗਾਲਣਾ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਦੇ ਜੀ ਦਾ ਜੰਜਾਲ ਬਣਿਆ। ਸਾਡੇ ਇੱਥੇ ਧੂਆਂ ਪ੍ਰਦੂਸ਼ਣ ਵੀ ਬਹੁਤ ਹੁੰਦਾ, ਫਸਲਾਂ ਦੇ ਮਿੱਤਰ ਕੀੜੇ ਜਿਹੜੇ ਉਹ ਮਰ ਜਾਂਦੇ ਆ। ਜੇ ਕਿਤੇ ਗਡਕਰੀ ਸਾਹਿਬ ਦੀ ਗੱਲ ਸੱਚ ਸਾਬਤ ਹੋਈ ਤਾਂ ਸਾਡੇ ਤਾਂ ਪਰਾਲੀ ਲੱਭਿਆ ਨਹੀਂ ਕਰਨੀ ਇੱਥੇ ਪੰਜਾਬ ਦੇ ਵਿੱਚ। ਤਾਂ ਹੋ ਸਕਦਾ ਕਿਸਾਨ ਨੂੰ ਡਾਂਗਾ ਲੈ ਕੇ ਵੱਟ ਤੇ ਖੜਾ, ਯਾਰ ਕੋਈ ਪਰਾਲੀ ਨਾ ਰਾਤ ਨੂੰ ਚੱਕ ਕੇ ਲੈ ਜਾਵੇ, ਅਗਲਾ ਤੇਲ ਬਣਾ ਲੂ। ਵੈਸੇ ਜੇ ਸਰਕਾਰਾਂ ਕਰਨਾ ਚਾਹੁਣ ਤੇ ਕਰ ਸਕਦੀਆਂ। ਜੀ ਮੈਂ ਐਗਜ਼ਾਮਪਲ ਦੇ ਦਿਆਂ, ਆ ਜਿਹੜੀਆਂ ਗਲੀਆਂ ਦੇ ਵਿੱਚ ਇੰਟਰਲੌਕ ਟਾਈਲਾਂ ਲੱਗਦੀਆਂ, ਜਿੱਦਣ ਇਹ ਨਹੀਂ ਸੀ ਲੱਗਦੀਆਂ ਉਦੋਂ ਲੀਡਰਾਂ ਦੀਆਂ ਫੈਕਟਰੀਆਂ ਹੈ ਨਹੀਂ ਸੀ ਨਾ। ਹਾਂਜੀ, ਤੇ ਜਿੱਦਣ ਉਹ ਇਹ ਹੋ ਗਿਆ ਵੀ ਅੱਛਾ ਇਹੀ ਗੱਲ ਕਰਨ ਲੱਗੇ, ਮੈਂ ਉਹੀ ਕਹਿੰਦਾ ਸਰਕਾਰੀ ਤੌਰ ਤੇ ਕਲੀਅਰ ਹੋ ਗਿਆ ਵੀ ਹੁਣ ਇੰਟਰਲੌਕ ਟਾਈਲਾਂ ਦੀਆਂ ਗਲੀਆਂ ਬਣ ਗਈਆਂ। ਲੈ ਵੀ ਕਿਹੜੀ ਗਲੀ, ਕਿਹੜਾ ਮਹੱਲਾ, ਕਿਹੜਾ ਪਿੰਡ, ਕਿਹੜਾ ਹਲਕਾ ਨੇ ਜਿੱਥੇ ਫੈਕਟਰੀਆਂ ਦੀ ਹਟਦੀਆਂ ਹੈ। ਤੇ ਬਹੁਤ ਘੱਟ ਲੋਕ ਹੋਣਗੇ ਜਿਹੜੇ ਆਮ ਲੋਕਾਂ ਨੇ ਉਹ ਫੈਕਟਰੀਆਂ ਲਾਈਆਂ, ਬਹੁਤਾ ਕਰਕੇ ਕਿੱਦਾਂ ਲੱਗੀਆਂ ਪਤਾ ਹੀ ਹੈ ਲੋਕਾਂ ਨੂੰ। ਉਹ ਮੈਂ ਨਾ ਯਾਰ ਇਹ ਵੀ ਕਦੇ ਇਥੇਨੋਲ ਵਾਲੇ ਪਲਾਂਟ ਜੇ ਵੀ ਲੀਡਰ ਹੀ ਲਾ ਲੂ ਰਹਿਣ ਜਾਂਦੇ ਹਨਾ, ਉਹ ਜਾਣੇ ਪਰਾਲੀ ਦੇ ਲੋਹਾ ਕਰਨਗੇ ਉੱਥੇ, ਕਿਸਾਨ ਨੂੰ ਵੀ ਕੁਛ ਨਾ ਕੁਛ ਮਿਲੂ ਉਹ ਚੋਂ। ਜੇ ਮੰਨ ਲਓ ਵੀ ਉਹਨੂੰ ਦੱਸ ਦੇ ਕੇ ਅਗਲਾ ਕਹਿੰਦਾ ਮੈਂ 100 ਕਮਾਊਂ, ਤੂੰ ਕਮਾ ਲਾ ਵੀਰ। ਮੈਂ ਤਾਂ ਕਹਿੰਦਾ ਹਰ ਪੰਚਾਇਤੀ ਜ਼ਮੀਨ ਤੇ ਲਾ ਦਿਓ। ਆਹੋ, ਕਿੱਡੀ ਗੱਲ ਆ ਕਿਤੇ। ਬਾਕੀ ਸੰਧਾਲੀਆ ਸਾਹਿਬ ਆਪਾਂ ਮਹਾਰਾਸ਼ਟਰ ਜ਼ਰੂਰ ਜਾਣਾ ਹੈ, ਕਿਉਂਕਿ ਉੱਥੇ ਆਪਾਂ ਕੱਲ ਗੱਲ ਅਧੂਰੀ ਛੱਡ ਕੇ ਗਏ ਸੀ ਕਿ ਸ਼ਰਦ ਪਵਾਰ ਤੇ ਉਹਦਾ ਭਤੀਜਾ ਜਿਹੜਾ ਕਿ ਹੁਣ ਜਾ ਕੇ ਉਪ ਮੁੱਖ ਮੰਤਰੀ ਬਣ ਗਿਆ ਅਜੀਤ ਪਵਾਰ, ਉਹਨਾਂ ਨੇ ਆਪੋ ਆਪਣੀ ਪਾਰਟੀ ਕੋਈ ਹੈ ਮੀਟਿੰਗ ਸੱਦ ਲਈ। ਦੋਨੇ ਹੀ ਕਹਿੰਦੇ ਸੀ ਕਿ ਸਾਡੀ ਪਾਰਟੀ ਜਿਹੜੀ ਅਸਲ ਪਾਰਟੀ ਹੈ ਤੇ ਘੰਟੀ ਚੋਣ ਨਿਸ਼ਾਨ ਸਾਡਾ ਹੈ। ਹੁਣ ਜਦੋਂ ਕੈਲਕੂਲੇਸ਼ਨ ਕਰਨੀ ਸੀ, ਸਵੇਰੇ ਅਜੀਤ ਪਵਾਰ ਨੇ ਮੀਟਿੰਗ ਸੱਦੀ, 3 ਘੰਟੇ ਬਾਅਦ ਸ਼ਰਦ ਪਵਾਰ ਦੀ ਮੀਟਿੰਗ ਸੀ। ਸ਼ਰਦ ਪਵਾਰ 83 ਸਾਲਾਂ ਦਾ ਬੰਦਾ ਹੈ ਤੇ ਜਦੋਂ ਦੋਨਾਂ ਧੜਿਆਂ ਦੀ ਕੈਲਕੂਲੇਸ਼ਨ ਸਾਹਮਣੇ ਆਈ, ਕਹਿੰਦੇ ਆ ਕਿ 18 ਵਿਧਾਇਕ 54 ਦੇ ਵਿੱਚੋਂ ਉਹ ਸ਼ਰਦ ਪਵਾਰ ਦੇ ਮੂਹਰੇ ਕੁਰਸੀਆਂ ਤੇ ਬੈਠੇ ਸੀ 18, ਤੇ 29 ਜਾਂ 30 ਵਿਧਾਇਕ ਜਿਹੜੇ ਅਜੀਤ ਪਵਾਰ ਦੇ ਨਾਲ ਬੈਠੇ ਸੀ, ਜਿਨ੍ਹਾਂ ਦੇ ਵਿੱਚੋਂ 9 ਮਿਨਿਸਟਰ ਨੇ। ਹੁਣ ਇਹਦਾ ਮਤਲਬ ਹੈ ਕਿ ਜੇ ਆਪਾਂ 29 ਵੀ ਲਾਈਏ, ਉਧਰਲੇ ਪਾਸੇ 18 ਨੇ, 11 ਵਿਧਾਇਕ ਵੱਧ ਨੇ ਅਜੀਤ ਪਵਾਰ ਦੇ ਕੋਲ, ਚਾਚੇ ਸ਼ਰਦ ਪਵਾਰ ਤੋਂ ਵੱਧ, ਪਰ ਉਹਨਾਂ ਦੇ ਕੋਲ ਫਿਰ ਵੀ 29 ਤੋਂ ਇਲਾਵਾ 7 ਵਿਧਾਇਕ ਘੱਟਦੇ ਆ। ਜੇ ਉਹਨਾਂ ਨੇ ਅਸਲ ਦੇ ਵਿੱਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਤੇ ਉਹਦਾ ਚੋਣ ਨਿਸ਼ਾਨ ਘੰਟੀ ਜਿਹੜਾ ਉਹ ਆਪਣੇ ਕੋਲੇ ਰੱਖਣਾ ਹੈ, ਤੇ ਉਹਨਾਂ ਦੇ ਲਈ ਜ਼ਰੂਰੀ ਹੈ ਕਿ 7 MLA ਹੋਰ ਹੋਣ। ਹਾਲਾਂਕਿ ਅਜੀਤ ਪਵਾਰ ਨੇ ਵੀ ਕਿਹਾ, ਉਹ ਕਹਿੰਦੇ ਜੀ ਕੁਝ MLA ਵਿਦੇਸ਼ ਗਏ ਆ,
ਕੁਝ ਜਿਹੜੇ ਐਮਐਲਏ ਸਾਡੇ ਟ੍ਰੈਫਿਕ 'ਚ ਫਸ ਗਏ ਆ ਕਿਉਂਕਿ ਸਵੇਰਾ ਸਵੇਰਾ ਪਹੁੰਚ ਨਹੀਂ ਹੋ ਸਕੀ ਤੇ ਐਫੀਡੇਵਿਟ ਉਹਨਾਂ ਦੇ ਸਾਡੇ ਕੋਲੇ ਪਹੁੰਚ ਗਏ ਆ। ਹੁਣ ਜਦੋਂ ਵੱਧ ਗਿਣਤੀ ਦੇ ਵਿੱਚ ਜੇ ਬਾਕੀ ਸਾਰੇ ਬੰਦੇ ਵੀ ਸ਼ਰਦ ਪਵਾਰ ਦੇ ਨਾਲ ਚਲੇ ਜਾਣ ਤਾਂ ਵੀ ਅੱਧਿਓਂ ਵੱਧ ਐਮਐਲਏ ਜਿਹੜੇ ਆ ਉਹ ਅਜੀਤ ਪਵਾਰ ਦੇ ਨਾਲ ਹੈ। ਤੇ ਸੰਧਾਲੀਆ ਸਾਹਿਬ ਅਜੀਤ ਪਵਾਰ ਨੇ ਉੱਥੇ ਕਿਹਾ ਪਤਾ ਕੀ, ਕਿਉਂਕਿ ਉੱਧਰ ਚਾਚੇ ਨੇ ਕਿਹਾ ਕਿ ਉਹ ਬੰਦਾ ਜਿਹੜਾ ਖੋਟਾ ਸਿੱਕਾ ਨਿਕਲਿਆ ਭਤੀਜਾ, ਤੇ ਇੱਧਰਲੇ ਪਾਸੇ ਅਜੀਤ ਪਵਾਰ ਕਹਿੰਦਾ ਦੇਖੋ ਜੀ ਉਹ ਤਾਂ ਸਾਡੇ ਰਹਿਨੁਮਾ ਨੇ, ਉਹ ਤਾਂ ਸਾਡੇ ਦੇਵਤਾ ਨੇ। ਸ਼ਰਦ ਪਵਾਰ ਮਾੜਾ ਸ਼ਬਦ ਨਹੀਂ ਬੋਲਿਆ, ਪਰ ਕਹਿੰਦੇ ਜੀ ਮੈਂ ਬੇਨਤੀ ਕਰਦਾ ਕਿ ਸੂਬੇ ਦੇ ਵਿੱਚ ਜੇ ਸਰਕਾਰੀ ਕਰਮਚਾਰੀ ਨੇ ਸੇਵਾ ਮੁਕਤ ਹੋਣਾ ਤਾਂ 58 ਸਾਲਾਂ ਦੀ ਉਮਰ 'ਚ ਹੁੰਦਾ ਹੈ, ਜੇ ਕੇਂਦਰ ਸਰਕਾਰ ਦੇ ਵਿੱਚੋਂ ਹੋਣਾ ਹੁੰਦਾ ਤੇ 60 ਤੇ 62 ਸਾਲਾਂ 'ਚ ਹੁੰਦਾ ਹੈ, ਜੇ ਭਾਰਤੀ ਜਨਤਾ ਪਾਰਟੀ ਦੇ ਵਿੱਚੋਂ ਕਿਸੇ ਨੇ ਸੇਵਾ ਮੁਕਤ ਹੋਣਾ ਤਾਂ 75 ਸਾਲਾਂ 'ਚ ਹੁੰਦਾ ਹੈ। ਉਹ ਕਹਿੰਦੇ ਜੀ ਚਾਚਾ ਜੀ ਤੁਸੀਂ ਤਾਂ 83 ਦੇ ਹੋ ਗਏ, ਬਹੁਤ ਉਮਰ ਹੋ ਗਈ, ਆਸ਼ੀਰਵਾਦ ਦਿਓ ਹੁਣ ਸਾਨੂੰ। ਤੇ ਨਾਲ ਹੀ ਕਹਿੰਦਾ ਜੀ ਪਾਰਟੀ ਸਾਡੀ ਅਸਲੀ ਤੇ ਮੈਂ ਪ੍ਰਧਾਨ। ਇਹ ਲਗਭਗ ਕਲੀਅਰ ਹੋ ਗਈ ਗੱਲ। ਇਹ ਕੱਲ ਮੈਂ ਤੁਸੀਂ ਮੰਨਦੇ ਨਹੀਂ ਪਰ ਮੈਂ ਤੁਹਾਨੂੰ ਕਿਹਾ ਸੀ ਵੀ ਵੀਰ ਮੇਰਿਆ ਜੇ ਉਹ 9 ਗਏ ਨਾ ਤੇ ਉਹਨਾਂ ਕੋਈ ਹਿਸਾਬ ਕਿਤਾਬ ਲਾਇਆ। ਇੱਕੋ ਮਿੰਟ ਰੁਕਿਓ, ਮੈਨੂੰ ਕਦੇ ਕਦੇ ਐਂ ਲੱਗਦਾ ਹੁੰਦਾ ਜਿੱਦਾਂ ਦੱਖਣ ਭਾਰਤ ਦੇ ਬਹੁਤ ਸਾਰੇ ਜਿਹੜੇ ਨਾ ਰਣਨੀਤੀਕਾਰ ਪੰਜਾਬ ਦੀਆਂ ਸਿਆਸੀ ਪਾਰਟੀਆਂ ਵਾਲੇ ਹਾਇਰ ਕਰਦੇ, ਤੁਹਾਨੂੰ ਦੱਖਣ ਭਾਰਤ ਵਾਲੇ ਹਾਇਰ ਕਰਦੇ ਆ ਕਿ ਪੰਜਾਬ 'ਚ ਹੈਗਾ ਹੀ ਇੱਕ ਬੰਦਾ। ਨਹੀਂ ਮੈਂ ਤਾਂ ਕੈਲਕੂਲੇਟ ਹੀ ਕਰਦਾ ਸੀ ਵੀ ਕਿਉਂਕਿ ਬੰਦੇ ਇੱਕ ਹੁੰਦਾ ਵੀ ਉਹ ਹੁੰਦਾ ਵੀ ਪਹਿਲੀ ਚੋਰੀ ਪਹਿਲਾ ਫਾਹ ਜੀ, ਉਹ ਅਜੀਤ ਪਵਾਰ ਨਾਲ ਕੀ ਹੋ ਹਟੀ ਵੀ ਬੜਾ ਤੜਕੇ ਮੂੰਹ ਨੇਰੇ ਸੁੱਚੇ ਮੂੰਹ ਜਦੋਂ ਸਹੁੰ ਚੁੱਕੀ ਤੇ ਮੁੜ ਕੇ ਭੱਜ ਕੇ ਫੇਰ ਚਾਚੇ ਦੇ ਚੜ੍ਹਨਾ। ਹੁਣ ਜਦੋਂ ਦੂਜੀ ਵਾਰ ਛਾਲ ਮਾਰਨੀ ਸੀ ਨਾ ਉਹ ਪੈਂਦਾ ਪਹਿਲੀਆਂ ਗਲਤੀਆਂ ਨਹੀਂ ਕਰਦਾ, ਇਸ ਕਰਕੇ ਉਹਨੇ ਜ਼ਰੂਰ ਪਹਿਲਾਂ ਪੱਕ ਠੱਕ ਕੀਤੀ ਹੋਊਗੀ ਵੀ ਬੰਦੇ ਨਾਲ ਹੈਗੇ ਆ ਗੰਢੇ ਆ, ਤਾਂ ਹੀ ਉਹਨੇ ਕੋਈ ਜਿਹੜੇ 5-4 ਹੋਣਗੇ 9 ਵਿੱਚੋਂ ਆਪਾਂ ਜਿੱਦਾਂ ਕਿਹਾ ਵੀ ਮੰਤਰੀ ਵੀ ਬਣਵਾ ਲਏ। ਇਸ ਕਰਕੇ ਉਹਨੇ ਬਾਕੀਆਂ ਨੂੰ ਲਾਲਚ ਦੇ ਲਿਆ ਵੀ ਏਡੀ ਗੱਲ ਨਹੀਂ ਮੇਰੀ ਚੱਲਦੀ ਵੀ ਮੈਂ ਇਕੱਲਾ ਨਹੀਂ ਚੱਲਿਆ, ਤੁਹਾਨੂੰ ਨਾਲ ਲੈ ਕੇ ਜਾਊਂ। ਹੁਣ ਜਿੰਨੀ ਕੁ ਗਿਣਤੀ ਦੇ ਵਿੱਚ ਮੈਨੂੰ ਲੱਗਦਾ ਵੀ ਐਮਐਲਏ ਲੈ ਗਿਆ, ਜੇ ਉਹ ਕੱਲ੍ਹ ਨੂੰ ਉਸ ਪਾਸੇ ਚਲੇ ਵੀ ਜਾਂਦੇ ਆ ਤੇ ਉਸ ਵੱਡੀ ਗਿਣਤੀ ਨੂੰ ਵੇਖਦੇ ਆ ਜਿਹੜੇ 18 ਬੈਠੇ ਸੀ कुछ पता नहीं शाम तक 5-4 उधर जो मैं आखिर भी वो तो अजीत जी पता ही नहीं चला कि उधर थी हमारी मीटिंग, हमने सोचा यहाँ आना है आपने, हम तो आपके साथ ही मैंने हैं। ड्राइवर को बोला कि पार्टी की मीटिंग है ले चलो, मैं सो गया, वो शरद जी के पास ले गया। ਹੁਣ ਜਿਸ ਹਿਸਾਬ ਨਾਲ ਉਹ ਕੰਮ ਹੋਣਾ ਮੈਨੂੰ ਇਹ ਲੱਗਦਾ ਵੀ ਹੋ ਸਕਦਾ ਮਹਾਰਾਸ਼ਟਰ ਦੇ ਵਿੱਚ ਦੂਸਰੀ ਵਾਰ ਹੋਵੇ, ਕਿਉਂਕਿ ਪਹਿਲਾਂ ਸ਼ਿਵ ਸੈਨਾ ਦਾ ਹੋ ਹਟਿਆ ਕੰਮ ਇਹ ਵੀ ਜਿਉਂ ਸ਼ਿੰਦੇ ਸਾਹਿਬ ਗਏ ਤੇ ਉਧਵ ਠਾਕਰੇ ਸਾਹਿਬ ਤੇ ਪਿਓ ਪੁੱਤ ਦੋਵੇਂ ਬੈਠੇ ਡੀਕਦੇ ਵੀ ਯਾਰ ਬੰਦਾ ਕੋ ਆਇਆ ਨਹੀਂ ਕੋਠੀ, ਅੱਜ ਕਿੱਧਰ ਗਏ? ਉਹ ਕਹਿੰਦੇ ਮਹਾਰਾਜ ਬੰਦਾ ਛੱਡ ਕੇ ਉਹਦਾ ਪਾਰਟੀ ਵੀ ਲੈ ਗਏ। ਹੁਣ ਹੋ ਸਕਦਾ ਵੀ ਜੇ ਉਹ ਤੀਰ ਕਮਾਨ ਉਹ ਲੈ ਗਏ ਸੀਗੇ ਆਪਣੀ ਪਾਰਟੀ ਦਾ, ਘੰਟੀ ਇੱਧਰੋਂ ਅਜੀਤ ਪਵਾਰ ਹੋਣੀ ਲੈ ਜਾਣ। ਸੰਧਾਲੀਆ ਸਾਹਿਬ ਉੱਥੇ ਨਾ ਇੱਕ ਧਿਰ ਹੋਰ ਹੈਗੀ ਆ, ਉਹ ਵੀ 40 ਕੁ ਐਮਐਲਏ ਲੈ ਕੇ ਬੈਠੀ, ਉਹਨੂੰ ਕਾਂਗਰਸ ਕਹਿੰਦੇ ਆ। ਹੋ ਸਕਦਾ ਹੈ ਕਿ ਭਾਈ ਜੇ ਸਾਂਭ ਹੁੰਦੇ ਆ ਸਾਂਭ ਲਓ, ਫਿਰ ਜੇ ਨਹੀਂ ਸਾਂਭਦੇ ਉਹ ਸਾਂਭ ਲੈਂਦੇ ਆ। ਉਹਨਾਂ ਨੇ ਹਾਲ 'ਚ ਹੀ ਗੱਦੇ ਲਾਏ। ਉਹਨਾਂ ਦਾ ਤਾਂ ਕੰਮ ਹੀ ਬੜਾ ਵਧੀਆ ਨਾ। ਇਹ ਤਾਂ ਚਲੋ ਲੋਕਲ ਪਾਰਟੀਆਂ ਬੰਦਾ ਮੂੰਹ ਮੱਥੇ ਲੱਗਦਾ ਹੈ, ਕਾਂਗਰਸ ਪਾਰਟੀਆਂ ਦੇ ਤਾਂ ਲੀਡਰ ਵੀ ਸੋਖ ਨਾਲ ਦਿੱਲੀ ਜਾ ਕੇ ਬਹਿੰਦੇ ਆ, ਉਧਰੋਂ ਤੇ ਜੇ ਇੱਕ ਅੱਧਾ ਬੰਦਾ ਖਿਸਕੀ ਵੀ ਗਿਆ ਬਾਕੀਆਂ ਨੂੰ ਪਤਾ ਨਹੀਂ ਲੱਗਣਾ ਯਾਰ ਸੀਗੇ ਤੇ 40 ਅੱਜ ਕਿੱਦਾਂ ਹੋਈ 25 ਕਿੱਦਾਂ ਬਾਕੀ ਕਿੱਧਰ ਗਏ, ਕਹਿੰਦੇ ਯਾਰ ਇੱਥੇ ਹੋਣੇ ਕਿਤੇ ਨਾ ਕਿਤੇ। ਪਰ ਚਲੋ ਕੁੱਲ ਮਿਲਾ ਕੇ ਇਹ ਹੋ ਗਿਆ ਵੀ ਜਿਹੜੀ ਬੀਜੇਪੀ ਦੀ ਸਿਆਸਤ ਉਹ ਕਾਮਯਾਬ ਹੋ ਰਹੀ ਆ। ਤੇ ਜਿਹੜੀ ਗੱਲ ਆਪਾਂ ਸ਼ੁਰੂ ਕੀਤੀ ਸੀ ਉਸੇ ਤੇ ਫੇਰ ਆ ਜਾਈਏ ਵੀ ਜੇ ਇਹ ਸਿਆਸਤ ਬਾਕੀ ਸਟੇਟਾਂ ਚੱਲ ਸਕਦੀ ਆ, ਇੱਥੇ ਮੰਨ ਲਓ ਗੱਠਜੋੜ ਸਿਆਸਤ ਨਾ ਚੱਲੇ ਤੇ ਆਹ ਵਾਲਾ ਫਾਰਮੂਲਾ ਪੰਜਾਬ 'ਚ ਕਿਹੜਾ ਲੱਗਦਾ? ਦੇਖੋ ਜੀ ਅਗਲੇ ਕਈ ਵਾਰੀ ਨਾ ਇੱਕ ਟਰੈਕਟਰ ਤੇ ਮਗਰ 2 ਟਰਾਲੀਆਂ ਪਾਈਆਂ ਹੁੰਦੀਆਂ ਸੰਧਾਲੀਆ ਸਾਹਿਬ। ਉਹ ਕਹਿੰਦੇ ਆ ਜੀ ਦੇਖੋ ਜਾਂ ਤਾਂ ਆ ਜਿਹੜੇ ਗੰਨੇ ਆ ਇਹ ਟਰਾਲੀ ਇੱਦਾਂ ਹੀ ਮਗਰ ਪਾ ਦਿਓ, ਨਹੀਂ ਤਾਂ ਅਸੀਂ ਆਪਣੀ ਟਰਾਲੀ ਤੇ ਲੱਦ ਵੱਡੀ ਕਰ ਲੈਣੀ। ਸਾਡੇ ਬੰਦੇ ਬਹੁਤ ਵਧੀਆ ਤਰੀਕੇ ਨਾਲ ਕਰਦੇ ਆ। ਜਾਂਦੇ ਜਾਂਦੇ ਗੁਰਜੀਤ ਸਿੰਘ ਔਜਲਾ ਸਾਹਿਬ ਦਾ ਜ਼ਿਕਰ ਕਰ ਦਈਏ। ਸੋਸ਼ਲ ਮੀਡੀਆ ਤੇ ਅਫਵਾਹਾਂ ਫੈਲ ਗਈਆਂ ਸੀ ਕਿ ਗੁਰਜੀਤ ਸਿੰਘ ਔਜਲਾ ਲੋਕ ਸਭਾ ਦੇ ਮੈਂਬਰ ਜਿਹੜੇ ਆ ਉਹਨਾਂ ਨੇ ਆਮ ਆਦਮੀ ਪਾਰਟੀ ਚਲੇ ਜਾਣਾ। ਉਹਨਾਂ ਨੇ ਠੋਕ ਵਜਾ ਕੇ ਕਿਹਾ, ਕਹਿੰਦੇ ਯਾਰ ਪੁੱਛ ਪਾਛ ਹੀ ਲਿਆ ਕਰੋ, ਮੈਂ ਕੌਂਸਲਰ ਬਣਿਆ ਕਾਂਗਰਸ ਵੱਲੋਂ, 2 ਵਾਰੀ MP ਬਣਿਆ ਕਾਂਗਰਸ ਵੱਲੋਂ। ਕਹਿੰਦੇ ਜੀ ਇਦਾਂ ਦਾ ਕੋਈ ਰੌਲਾ ਨਹੀਂ, ਕਿਤੇ ਨਹੀਂ ਮੈਂ ਜਾ ਰਿਹਾ। ਇਹ ਬੰਦੇ ਕਹਿੰਦੇ ਜੀ ਆਪਦੀ TRP ਦੇ ਲਈ ਇਦਾਂ ਦਾ ਕੰਮ ਕਰੀ ਜਾਂਦੇ ਆ। ਮੈਂ ਤਾਂ ਕਾਂਗਰਸ ਪਾਰਟੀ ਵੱਲੋਂ ਗੁਰੂ ਕੀ ਨਗਰੀ ਦੇ ਕੰਮ ਕਰਾਏ ਆ, MP ਬਣ ਕੇ। ਭਾਜਪਾ ਦੀ ਸਰਕਾਰ ਤੋਂ ਕਹਿੰਦੇ ਕੰਮ ਕਰਾਏ ਆ, ਕਿਉਂਕਿ ਉਹਨਾਂ ਨੇ ਕੰਮ ਤਾਂ ਕਹਿੰਦੇ ਕਰਨੇ। ਕਾਂਗਰਸੀ ਆ, ਕਾਂਗਰਸ ਵੱਲੋਂ ਇਲੈਕਸ਼ਨ ਲੜਨੀ ਤੁਹਾਡੇ ਸਾਹਮਣੇ ਹੈ। ਚਲੋ ਚੰਗੀ ਗੱਲ ਉਹਨਾਂ ਨੇ ਕਲੀਅਰ ਕਰ ਦਿੱਤਾ। ਬਾਕੀ ਤਾਂ ਹੁਣ ਦੇਖੋ ਇਲੈਕਸ਼ਨ ਨੇੜੇ ਆ, ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਆਉਣੀਆਂ ਨੇ, ਪਰ ਚਲੋ ਜੇ ਉਹਨਾਂ ਨੇ ਕਲੀਅਰ ਕਰ ਦਿੱਤੀ ਗੱਲ ਤੇ ਚੰਗੀ ਹੈ। ਬਾਕੀ ਕੁਛ ਪਤਾ ਥੋੜਾ ਹੁੰਦਾ ਵੀਰ। ਨਹੀਂ ਮੈਂ ਨਹੀਂ ਇੱਦਾਂ ਕਹਿੰਦਾ। ਦੇਖੋ ਰਵਨੀਤ ਬਿੱਟੂ ਹੋਰਾਂ ਦੇ ਬਾਰੇ ਕਿਸੇ ਨੇ ਸੋਸ਼ਲ ਮੀਡੀਆ ਤੇ ਪਾਤਾ ਜੀ ਰਵਨੀਤ ਬਿੱਟੂ ਜੀ ਨਹੀਂ ਰਹੇ, ਉਹ ਕਹਿੰਦੇ ਯਾਰ ਵਿਖਾ ਕੀ ਗੱਲਾਂ ਕਰੀ ਜਾਂਦੇ ਹੋ। ਯਾਨੀ ਸੋਸ਼ਲ ਮੀਡੀਆ ਦੇ ਫਾਇਦੇ ਤੇ ਨੁਕਸਾਨ ਬੜੇ ਅਫਵਾਹਾਂ ਬੜੀਆਂ ਫੈਲਦੀਆਂ। ਸਹੀ ਗੱਲ ਹੈ। ਚਲਿਏ ਹੁਣ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਤੁਸੀਂ ਫੀਡਬੈਕ ਭੇਜਦੇ ਰਹੇ ਨੇ ਉਹਦੇ ਲਈ ਧੰਨਵਾਦੀ ਹਾਂ ਤੇ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।